ਰੋਜ਼ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਪ੍ਰਾਈਮ ਫੋਕਸ 'ਚ। ਮੈਂ ਗੁਰਪ੍ਰੀਤ ਸੰਧਾਵਾਲੀਆ ਅਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ। ਗੱਲ ਇਹ ਆ ਕਿ ਵੀ ਇਹ ਜਿਹੜਾ ਪ੍ਰੋਗਰਾਮ ਹੈ, ਇਸ ਪ੍ਰੋਗਰਾਮ ਨੂੰ ਤੁਸੀਂ ਖਬਰਾਂ ਕਹਿ ਲਓ, ਇਸ ਪ੍ਰੋਗਰਾਮ ਨੂੰ ਸੱਥ ਕਹਿ ਲਓ, ਇਸ ਪ੍ਰੋਗਰਾਮ ਨੂੰ ਪਰਿਵਾਰ ਦੀ ਬੈਠਕ ਕਹਿ ਲਓ, ਜਿਵੇਂ ਮਰਜ਼ੀ ਕਹਿ ਲਓ, ਪਰ ਸਾਡਾ ਮਕਸਦ ਸਿਰਫ ਇੰਨਾ ਕੁ ਹੁੰਦਾ ਕਿ ਨਾਲੇ ਤਾਂ ਖਬਰਾਂ ਦਾ ਪਤਾ ਲੱਗ ਜੇ ਅਤੇ ਨਾਲੇ ਆਪਾਂ ਪਰਿਵਾਰ ਦੀਆਂ ਕਰ ਲਈਏ ਗੱਲਾਂ ਬਾਤਾਂ, ਅਤੇ ਨਾਲ ਆਪਣੇ ਪਰਿਵਾਰ ਦੇ ਮੈਂਬਰ ਕੈਨੇਡਾ ਤੋਂ ਜੋੜਨੇ ਪੈਂਦੇ ਆ ਤਾਰ ਰਾਹੀਂ। ਕੀ ਹਾਲ ਨੇ ਬਾਠ ਸਾਹਿਬ? ਐਨ ਠੀਕ ਆ ਜੀ, ਚੜ੍ਹਦੀ ਕਲਾ ਸੰਧਾਲੀਆ ਸਾਹਿਬ। ਗੱਲਾਂ ਅੱਜ ਬਹੁਤ ਕਰਨ ਵਾਲੀਆਂ, ਪ੍ਰੋਗਰਾਮ ਵੱਡਾ ਹੋਣਾ, ਵਧੀਆ ਹੋਣਾ, ਪਰ ਮੇਰਾ ਜੀ ਕਰਦਾ ਕਿ ਇੱਕ ਹੋਰ ਗੱਲ ਅੱਜ ਤੁਹਾਡੇ ਨਾਲ ਕਰਾਂ। ਕੁਛ ਸਵਾਲ ਨੇ ਜਿਹੜੇ ਤੁਹਾਨੂੰ ਪੁੱਛਣੇ ਆ, ਨਹੀਂ ਤਾਂ ਹਮੇਸ਼ਾ ਤੁਸੀਂ ਸਵਾਲ ਪੁੱਛਦੇ ਹੋ। ਨਹੀਂ, ਮੈਂ ਜ਼ਰੂਰ ਉਹਨਾਂ ਸਵਾਲਾਂ ਦਾ ਜਵਾਬ ਦੇਵਾਂਗਾ, ਪਰ ਉਦੋਂ ਪਹਿਲਾਂ ਮੈਨੂੰ ਨਾ ਐਂ ਲੱਗਦਾ ਵੀ ਜਦੋਂ ਤਾਂ ਆਪਾਂ ਇੱਦਾਂ ਤਕਨੀਕ ਨਾਲ ਕੰਮ ਕਰਨ ਲੱਗੇ ਹਾਂ, ਤੁਸੀਂ ਕੈਨੇਡਾ ਦੀ ਧਰਤੀ 'ਤੇ ਬੈਠੇ ਹੋ ਅਤੇ ਰੋਜ਼ ਪ੍ਰੋਗਰਾਮ ਦੇ ਵਿੱਚ ਆ ਕੇ ਤੁਹਾਨੂੰ ਜੋੜਨਾ ਪੈਂਦਾ ਨਾ। ਲਓ ਜੀ, ਫਿਰ ਬਾਠ ਸਾਹਿਬ ਆਪਣੇ ਨਾਲ ਨੇ। ਉਹ ਮੈਨੂੰ ਯਾਦ ਆ ਜਾਂਦਾ ਵੀ ਹੁਣ ਤਾਂ ਖੈਰ ਉਹ ਕੰਮ ਬਹੁਤ ਘੱਟ ਗਿਆ ਕੁੰਡੀ ਕਨੈਕਸ਼ਨ ਵਾਲਾ। ਜਦੋਂ ਪਹਿਲਾਂ ਜ਼ਿਆਦਾ ਹੁੰਦਾ ਸੀ ਨਾ ਪਿੰਡਾਂ ਥਾਵਾਂ 'ਚ, ਉਹ LT ਲਾਈਨ ਦੇ ਉੱਪਰ ਕਿਸੇ ਨੇ ਵੰਝ ਪਾ ਕੇ, ਕਿਸੇ ਨੇ ਉਹ ਢਿੰਜਣ ਦਾ ਜਾਂ ਢੈਂਚੇ ਦਾ ਜਿਹਨੂੰ ਆਪਾਂ ਟਾਂਗਾ ਕਹਿ ਦਿੰਦੇ, ਉਹ ਪਾ ਕੇ ਅਤੇ ਕੁੰਡੀ ਜੀ ਪਾ ਕੇ ਆਖਣੀ, ਹਾਂ ਬੱਤੀ ਆਈ। ਉਹ ਨਹੀਂ, ਇਹ ਫੇਸ 'ਚ ਘੱਟ ਆ, ਦੂਜੇ 'ਚ ਰੱਖ ਕੁੰਡੀ, ਆ ਲੈ ਚੱਕ ਕੇ ਦੂਜੇ 'ਚ ਕੁੰਡੀ। ਉਹ ਮੈਨੂੰ ਲੱਗਦਾ ਐਂ ਲੱਗਦਾ ਵੀ ਰੋਜ਼ ਕੁੰਡੀ ਉਹ ਮੈਨੂੰ ਪਾਉਣੀ ਪੈਂਦੀ ਆ, ਅਤੇ ਫਿਰ ਜਾ ਕੇ ਤੁਹਾਡੇ ਨਾਲ ਤਾਰ ਜੁੜਦੀ। ਜਦੋਂ ਕਿਤੇ ਹਿਲ ਜਾਂਦੀ ਆ ਫਿਰ ਤੁਸੀਂ ਕਹਿ ਦਿੰਦੇ ਮੈਂ ਨਹੀਂ ਜੇ ਬੋਲਣ ਦੇਣਾ, ਫਿਰ ਉਹ ਜਾ ਕੇ ਸਾਨੂੰ ਕੁੰਡੀ ਕਾਂਡੀ ਮੜੀ ਸੈੱਟ ਕਰਨੀ ਪੈਂਦੀ। ਲੈ ਵੀ ਜਗ ਪਏ ਬਲਬ, ਇੱਟ ਰੱਖਦੇ, ਇੱਟ ਇਹਦੇ ਨਾਲ ਖਿੱਚੀ ਰਵੇ। ਹੁਣ ਦੇਖੋ, ਮੇਰਾ ਕੰਮ ਜਿਹੜਾ ਨਾ ਉਸ ਘਰ ਵਾਲਿਆਂ ਵਰਗਾ ਜਿਨ੍ਹਾਂ ਦਾ ਘਰ ਟਰਾਂਸਫਾਰਮਰ ਦੇ ਲਾਗੇ ਹੁੰਦਾ, ਕਿਉਂਕਿ ਟਰਾਂਸਫਾਰਮਰ ਦੇ ਲਾਗੇ ਜਿਨ੍ਹਾਂ ਦਾ ਘਰ ਹੁੰਦਾ ਉਹਨਾਂ ਦੇ ਦੋ ਕੰਮ ਹੁੰਦੇ ਆ। ਜਾਂ ਤਾਂ ਜਦੋਂ ਬੱਤੀ ਗਈ, ਫਿਊਜ਼ ਉੜਿਆ, ਉਹਨਾਂ ਨੇ ਕੁੰਡਾ ਮਾਰ ਲੈਣਾ, ਬੰਦੇ ਘਰ ਨਹੀਂ ਹੈਗੇ, ਸਾਡੇ ਇੱਥੇ ਕੋਈ ਬੰਦਾ ਨਹੀਂ ਹੈਗਾ ਘਰ ਬਈ, ਕਿ ਜਾਣੀ ਕੋਈ ਲਿਆਉਣਾ ਨਾ ਪਵੇ, ਫਿਊਜ਼ ਨਾਲ ਆਪੇ ਹੀ ਲਾ ਲੈਣ। ਜਾਂ ਫਿਰ ਉਹ ਘਰ ਵਾਲੇ ਬੰਦੇ ਇੰਨੇ ਕੋਆਪਰੇਟ ਕਰਨ ਵਾਲੇ ਹੁੰਦੇ ਆ, ਸਹਿਯੋਗ ਕਰਨ ਵਾਲੇ ਹੁੰਦੇ ਆ, ਉਹਨਾਂ ਨੇ ਪਹਿਲਾਂ ਹੀ ਉਹ ਫਿਊਜ਼ ਲਾਉਣ ਜੋਗੀਆਂ ਤਾਰਾਂ ਮਰੋੜ ਕੇ ਰੱਖੀਆਂ ਹੁੰਦੀਆਂ। ਉੱਧਰੋਂ ਬੱਤੀ ਗਈ ਨਹੀਂ, ਉੱਧਰੋਂ ਫਿਊਜ਼ ਉੜਿਆ ਨਹੀਂ, ਉਹਨਾਂ ਨੇ ਉਸੇ ਵੇਲੇ ਹਨੇਰੇ 'ਚੋਂ ਹੱਥ ਮਾਰਨਾ, ਪਤਾ ਹੁੰਦਾ ਕਿ ਉਹ ਕਿੱਥੇ ਪਈ ਆ, ਜਿਸ ਤਾਰ ਦੇ ਨਾਲ ਫਿਊਜ਼ ਲਾਉਣਾ, ਯਾਰ ਕੁੰਡੀ ਓਨੀ ਕੁ ਬਣਾ ਕੇ ਰੱਖੀ ਹੁੰਦੀ ਹੈ, ਅਤੇ ਮਿੰਟ ਅਗਲਿਆਂ ਨੇ ਦੋ ਲਾਉਣਾ, ਸਾਰੇ ਪਿੰਡ ਚਾਨਣ ਹੀ ਚਾਨਣ। ਜਿਹੜਾ ਬੰਦਾ ਪਿੰਡ 'ਚ ਰਹਿ ਕੇ ਗਿਆ ਨਾ, ਜਿਹੜਾ ਉਹ ਪਹਿਲਾ ਸਮਾਂ ਸੀ, ਭਾਵੇਂ ਔਖਾ ਸੀ, ਸੌਖਾ ਸੀ, ਭਾਵੇਂ ਉਹ ਮਾੜਾ ਟਪਾਇਆ, ਭਾਵੇਂ ਚੰਗਾ ਟਪਾਇਆ, ਪਰ ਉਹ ਭੁੱਲਦਾ ਨਹੀਂ। ਕਿਉਂਕਿ ਜਿਹੜੇ ਸੰਘਰਸ਼ ਦੇ ਦਿਨ ਹੁੰਦੇ, ਮਿਹਨਤ ਦੇ ਦਿਨ ਹੁੰਦੇ ਨਾ ਬੰਦੇ ਦੇ, ਉਹ ਅੰਦਰੋਂ ਜਾਂਦੇ ਨਹੀਂ। ਉਹਨੂੰ ਇਹ ਲੱਗਦਾ ਹੁੰਦਾ ਵੀ ਯਾਰ ਉਹ ਵੀ ਤਾਂ ਦਿਨ ਸੀ, ਜੇ ਉਹ ਦਿਨ ਆਪਾਂ ਕੱਢ ਲਿਆ ਤਾਂ ਹੁਣ ਕਿੱਡੀ ਕੁ ਗੱਲ ਹੈ। ਕਿਉਂਕਿ ਪਹਿਲੇ ਸੰਘਰਸ਼, ਪਹਿਲੀ ਮਿਹਨਤ ਉਹਨੂੰ ਗਾਂਹ ਜ਼ਿੰਦਗੀ 'ਚ ਅਗਲੀ ਮਿਹਨਤ ਕਰਨ ਲਈ ਜਾਂ ਨਵੇਂ ਜਿਹੜੇ ਪੇਪਰ ਦੇਣ ਦੇ ਲਈ ਉਹ ਤਿਆਰ ਕਰ ਦਿੰਦੇ ਆ ਵੀ ਕੋਈ ਗੱਲ ਨਹੀਂ, ਜੇ ਉਹ ਦਿੱਤਾ ਗਿਆ ਤਾਂ ਆਪਾਂ ਵੀ ਦੇ ਲਵਾਂਗੇ। ਸੰਧਾਲੀਆ ਸਾਹਿਬ, ਜੇ ਪਿੰਡ ਚੇਤੇ ਕਰਨਾ ਹੀ ਆ ਨਾ, ਤਾਂ ਇੱਕ ਚੀਜ਼ ਬਹੁਤ ਚੇਤੇ ਆਉਂਦੀ। ਤੁਹਾਨੂੰ ਪਤਾ ਕਿ ਮਾੜੀ ਮੋਟੀ ਕਿਤਾਬ ਪੜ੍ਹਨ ਦਾ ਸ਼ੌਕ ਮੈਨੂੰ ਹੈਗਾ। ਆਹ ਜਿਹੜੇ ਅੱਜ ਕੱਲ੍ਹ ਦੇ ਦਿਨ ਆ ਜਨਵਰੀ ਦੇ, ਆਹ ਪ੍ਰਾਈਵੇਟ ਸਕੂਲਾਂ ਦੇ ਨਾ ਹੁਣ ਐਡਮਿਸ਼ਨ ਸ਼ੁਰੂ ਹੋ ਜਾਂਦੇ ਹੁੰਦੇ ਆ ਇਹਨਾਂ ਦਿਨਾਂ 'ਚ। ਐਤਕੀ ਤਾਂ ਚਲੋ ਕੋਵਿਡ ਦੇ ਕਰਕੇ, ਕਰੋਨਾ ਦੇ ਕਰਕੇ ਹੋ ਰਹੀ ਮਸਲਾ। ਫਰਵਰੀ ਦੇ ਵਿੱਚ ਪੇਪਰ ਪੈ ਜਾਣੇ, ਮਾਰਚ ਦੇ ਵਿੱਚ ਨਤੀਜਾ ਆ ਜਾਣਾ, ਅਤੇ ਇਹਨਾਂ ਦਿਨਾਂ ਦੇ ਵਿੱਚ ਇੱਕ ਤਾਂਘ ਹੁੰਦੀ ਸੀ ਕਿ ਭਾਈ ਪਾਸ ਤਾਂ ਹੋ ਹੀ ਜਾਣਾ ਆ, ਨਵੀਆਂ ਕਿਤਾਬਾਂ ਮਿਲਣਗੀਆਂ, ਨਵੀਆਂ ਕਾਪੀਆਂ ਮਿਲਣਗੀਆਂ। ਅਤੇ ਉਦੋਂ ਸਭ ਤੋਂ ਵੱਡੀ ਦੌੜ ਪਤਾ ਕੀ ਹੁੰਦੀ ਸੀ? ਸਭ ਤੋਂ ਵੱਡੀ ਦੌੜ ਇਹ ਹੁੰਦੀ ਸੀ ਕਿ ਭਾਈ ਜਿਲਦਾਂ ਚੜਾਉਣੀਆਂ ਜਿੱਦਣ ਕਾਪੀਆਂ ਨਵੀਆਂ। 12 ਇਕੱਠੀਆਂ ਨਹੀਂ ਸੀ ਮਿਲਦੀਆਂ ਜਾਂ 5 ਇਕੱਠੀਆਂ ਨਹੀਂ ਸੀ ਮਿਲਦੀਆਂ, 2-3 ਘਰਦਿਆਂ ਨੇ ਲਿਆ ਦੇਣੀਆਂ। ਕਈ ਵਾਰੀ ਤਾਂ ਕਿਤਾਬਾਂ ਵੀ ਉਹ ਜਿਹੜੀਆਂ ਆਂਢੀਆਂ ਗੁਆਂਢੀਆਂ ਦੇ, ਅੱਛਾ ਤੂੰ 6ਵੀਂ 'ਚ ਹੋਇਆ, ਉਹ ਮੁੰਡਾ ਉਹਨਾਂ ਦਾ ਐਤਕੀ 7ਵੀਂ 'ਚ ਹੋ ਗਿਆ, ਤੈਨੂੰ 6ਵੀਂ ਦੀਆਂ ਉਹਨਾਂ ਦੀਆਂ ਲਿਆ ਦਿੰਦੇ ਆ। ਚਲੋ, ਉਹ ਕਿਤਾਬਾਂ ਆ ਜਾਣੀਆਂ। ਅਤੇ ਫਿਰ ਸਭ ਤੋਂ ਵੱਡੀ ਇੱਕ ਦੌੜ ਲੱਗੀ ਹੁੰਦੀ ਸੀ ਅਖਬਾਰਾਂ ਲੈਣ ਜਾਣ ਦੀ। ਸਾਰੇ ਘਰਾਂ 'ਚ ਨਹੀਂ ਸੀ ਅਖਬਾਰ ਆਉਂਦੀ, ਜਿਹਦੇ ਉਹ ਅਖਬਾਰ ਆਉਂਦੀ ਹੁੰਦੀ ਸੀ ਉਹਦੇ ਫਿਰ ਜਿਲਦ ਚਾਣ ਨੂੰ, ਆਂਟੀ ਜੀ, ਤਾਈ, ਬੀਬੀ, ਚਾਚੀ, ਆ ਮੈਨੂੰ ਥੋੜ੍ਹੀਆਂ ਅਖਬਾਰਾਂ ਦਿਓ, ਮੈਂ ਜਿਲਦਾਂ ਚਾੜਨੀਆਂ। ਕਿਉਂਕਿ ਅੱਜ ਕੱਲ੍ਹ ਤਾਂ ਠੀਕ ਹੈ, ਬੱਚੇ ਜਦੋਂ ਕਾਪੀਆਂ ਲੈਣ ਜਾਂਦੇ ਆ, ਮਾਂ ਬਾਪ ਦੇ ਨਾਲ ਹੀ ਜਾਂਦੇ ਆ। ਉਹ ਕਹਿੰਦੇ ਅੱਛਾ 12 ਕਾਪੀਆਂ ਲੈ ਲਓ, ਆਹ ਇਹਦੇ ਸਾਰਾ ਸੈੱਟ ਬਣਾਤਾ 6ਵੀਂ ਜਮਾਤ ਦਾ। ਆਹ ਨਾਲ ਜਿਹੜੇ ਆ ਉਹ ਕਾਪੀਆਂ ਦੇ ਕਵਰ ਐਨ ਚੰਗੇ ਤਰੀਕੇ 7-7, 8-8, 10-10, 12-12 ਰੁਪਈਏ ਦਾ ਇੱਕ ਕਵਰ ਹੁੰਦਾ। ਉਦੋਂ ਤਾਂ ਉਹ ਅਖਬਾਰਾਂ ਪਹਿਲਾਂ ਲਿਆਉਣੀਆਂ ਇੱਕ ਟਾਸਕ, ਕਿ ਭਾਈ ਅਖਬਾਰਾਂ ਮਿਲ ਜਾਣ। ਕਈ ਵਾਰੀ ਅਗਲੇ ਕਹਿਣਾ ਪਰਸੋਂ ਅਜੇ ਰੱਦੀ ਦਿੱਤੀ ਆ, ਥੋੜ੍ਹੀਆਂ ਅਖਬਾਰਾਂ ਸੀ, ਫਲਾਨਾ ਤੇਰੇ ਤੋਂ ਪਹਿਲਾਂ ਹੀ ਲੈ ਗਿਆ, ਪਤਾ ਹੁੰਦਾ ਤਾਂ ਤੈਨੂੰ ਥੋੜ੍ਹੀ ਜਿਹੀਆਂ ਰੱਖ ਕੇ ਦੇ ਦਿੰਦੇ। ਫਿਰ ਜੇ ਮਿਲੇ ਹੀ ਜਾਣੀਆਂ, ਫਿਰ ਕੈਂਚੀ ਲੱਭਣੀ ਘਰੋਂ। ਹੁਣ ਤਾਂ ਇੱਦਾਂ ਨਾ ਕਿ ਹਰ ਚੀਜ਼ ਲਈ ਥਾਂ ਟਿਕਾਣਾ ਹੈ, ਸੂਈ ਧਾਗੇ ਲਈ ਵੱਖਰਾ ਡੱਬਾ, ਕੈਂਚੀ ਕਿੱਥੇ ਰੱਖਣੀ ਆ ਵੱਖਰਾ ਡੱਬਾ। ਉਦੋਂ ਤਾਂ ਫਿਰ ਤੁਹਾਨੂੰ ਪਤਾ ਕਿ ਇੱਕ ਗਿੱਠੀ ਹੁੰਦੀ ਸੀ, ਬਾਕੀ ਤਾਂ ਜਾਂ ਇੱਧਰਲੇ ਪਾਸੇ ਪਿਆ ਟੈਚੀ ਜਿਹਾ ਪਿਆ, ਟਰੰਕ ਪਿਆ, ਉੱਧਰ ਸੰਦੂਕ ਪਿਆ, ਉਹ ਕੈਂਚੀ ਨਾ ਲੱਭਣੀ। ਜੇ ਕੈਂਚੀ ਲੱਭੇ ਨਹੀਂ, ਫਿਰ ਹੌਲੀ ਐ ਅੱਛਾ ਆਹ ਫਿਲਮਾਂ ਵਾਲੀ ਅਖਬਾਰ ਆ, ਇਹ ਉੱਪਰਲੇ ਪਾਸੇ ਕਰਕੇ ਚੜਾਉਣੇ ਆ, ਆਹ ਇੱਦਾਂ ਦੀ ਅਖਬਾਰ ਆ, ਇਹਨੂੰ ਉੱਪਰ ਕਰਕੇ ਚੜਾਉਣੇ ਆ। ਜੇ ਇੱਦਾਂ ਦਾ ਕੁਛ ਕੀਤਾ ਤਾਂ ਚੇਤੇ ਕਰਕੇ ਦੱਸ ਦਿਓ।
ਨਹੀਂ ਕੀਤਾ ਜ਼ਰੂਰ। ਆਪਣੇ ਮੇਰੇ ਖਿਆਲ ਪਰਿਵਾਰ ਦੇ ਮੈਂਬਰ ਉਹ ਟਿੱਪਣੀਆਂ ਕਰਨਗੇ। ਇਹ ਵੇਖੋ, ਇਹ ਸਭ ਬੰਦੇ ਫੜੇ ਜਾਣਗੇ ਜਿਹੜੇ ਹੇਮਾ ਮਾਲਿਨੀ ਦੀਆਂ ਤੇ ਜੂਹੀ ਚਾਵਲਾ ਤੇ ਮਾਧੁਰੀ ਦੀਕਸ਼ਿਤ ਦੀਆਂ ਫੋਟੋਆਂ ਚੜਾਉਂਦੇ ਰਹੇ ਆ। ਇਹ ਤੇ ਸ਼ੁਰੂ 'ਚ ਹੀ ਹੁੰਦਾ ਸੀ WhatsApp ਕਿ ਹਾਂ ਉਹ ਫਿਲਮ ਵਾਲਾਂ ਦੀ ਫੋਟੋ ਜੀ ਲਾਤੀ, 1.5 ਮਹੀਨੇ ਬਾਅਦ ਉਸੇ ਹੀ ਮਾਧੁਰੀ ਦੀਕਸ਼ਿਤ ਦੀ ਫੋਟੋ ਦੇ ਉੱਪਰ ਮੁੱਛਾਂ ਬਣੀਆਂ ਹੁੰਦੀਆਂ, ਜੂਹੀ ਚਾਵਲਾ ਨੂੰ ਐਨਕਾਂ ਲਾਈਆਂ ਹੁੰਦੀਆਂ ਉੱਥੇ ਮਤਲਬ ਪਤਾ ਲੱਗਦਾ ਵੀ ਡਰੀਮ ਗਰਲ ਘੱਟ ਲੱਗਦੀ ਹੈ ਤੇ ਉਹਨੂੰ ਪੱਗ ਬੰਨੀ ਹੁੰਦੀ ਵੈਸੇ। ਉਹ ਜਿਹੜੀ ਕਲਾਕਾਰੀ ਵਿਹਲੇ ਬਹਿ ਕੇ, ਜਦੋਂ ਹੁਣ ਸਾਹਮਣੇ ਹਿਸਾਬ ਵਾਲੇ ਮਾਸਟਰ ਨੇ ਪੜ੍ਹਾਈ ਜਾਣਾ ਤੇ ਮਗਰ ਬੈਠੇ ਬੰਦੇ ਨੇ ਚਿੱਤਰਕਾਰੀ ਕਰਨੇ ਵੀ ਯਾਰ ਸਮਝਦਾ ਲੱਗਦੀ ਨਹੀਂ ਇਹ ਕਿਹੜਾ ਕੌਸ ਥੀਟਾ ਕਿ ਕੰਟੀਨਜੈਂਟ ਥੀਟਾ ਕਿ ਕਿਹੜਾ ਥੀਟਾ ਬੀਟਾ, ਉਹਦੇ ਨਾਲ ਚੰਗਾ ਵੀ ਚੱਲ ਆਪਾਂ ਆਹ ਕੰਮ ਕਰ ਲਈਏ। ਇਹਦੇ ਦੇਖੋ ਇਹ ਵੀ ਤੇ ਕਲਾਕਾਰੀ, ਬਹੁਤ ਵੱਡੀ ਕਲਾਕਾਰੀ। ਇਹਦੇ ਤੋਂ ਕਲਾਕਾਰੀ ਤੇ ਆਪਾਂ ਦੁਬਾਰਾ ਆਉਣਾ, ਇਹਦੇ ਤੋਂ ਤੁਹਾਡੀ ਉਮਰ ਦਾ ਹਿਸਾਬ ਕਿਤਾਬ ਲੱਗ ਜਾਂਦਾ ਜਦੋਂ ਬਾਰ-ਬਾਰ ਤੁਸੀਂ ਹੇਮਾ ਮਾਲਿਨੀ ਦਾ ਜ਼ਿਕਰ ਕੀਤਾ, ਕਿਉਂਕਿ ਫੋਟੋ ਤਾਂ ਉਦੋਂ ਉਹਨਾਂ ਦੀ ਛਪਦੀ ਹੁੰਦੀ ਜਦੋਂ ਉਹ ਫਿਲਮਾਂ 'ਚ ਕੰਮ ਕਰਦੇ ਆ। ਇਸ ਕਰਕੇ ਤੁਸੀਂ ਆਹੋ ਪੁਰਾਣੇ ਭਲੇ ਬੇਲਿਆਂ ਦੇ ਮੈਨੂੰ ਲੱਗਦੇ ਆ, ਕਿਉਂਕਿ ਸਾਡੀ ਵਾਰੀ ਤਾਂ ਫਿਰ ਉਹ ਰੂਲ ਕਰਨੋਂ ਹਟ ਗਿਆ ਸੀ। ਨਹੀਂ ਮੇਰੀ ਬੇਨਤੀ ਸੁਣੋ ਨਾ, ਮੈਂ ਕਿਹੜਾ ਵੀ ਮਧੂ ਬਾਲਾ ਹੋਰਾਂ ਦੀਆਂ ਗੱਲਾਂ ਕਰਨ ਡਿਆ। ਕੀ ਕਰਦੇ ਜੀ WhatsApp? ਮਾਧੁਰੀ ਦੀਕਸ਼ਿਤ ਦਾ ਜੇ ਹੁਣ ਵੀ ਆਉਂਦੀ ਆ, ਮੇਰੇ ਖਿਆਲ 2 ਸਾਲ ਪਹਿਲਾਂ ਉਹਦੀ ਫਿਲਮ ਆ ਕੇ ਹਟੀ ਆ, ਤੇ ਇੱਕ ਉਹਦਾ ਪ੍ਰੋਗਰਾਮ ਜਾਂ ਨੱਚਣ ਗਾਉਣ ਵਾਲਾ ਅਜੇ ਵੀ ਆਉਂਦਾ। ਤੇ ਰਹੀ ਗੱਲ ਡਰੀਮ ਗਰਲ ਉਡਾਉਂਦੀ, ਡਰੀਮ ਗਰਲ ਤੇ ਅਜੇ ਵੀ ਰੋਜ਼ ਮੇਰਾ ਖਿਆਲ ਮਸ਼ਹੂਰੀ ਜੀ 'ਚ ਆ ਜਾਂਦੇ। ਮੈਂ ਤਾਂ ਫਿਰ ਇਹ ਵਾਲੇ प्यूरीफायर का पानी पीती हूँ, अगर ये पीना तो ठीक है, दूजा पीता तो पता नहीं ਤੁਹਾਡੇ ਢਿੱਡ 'ਚ ਘੜੇਲਾਂ ਹੀ ਪੈ ਜਾਣੀਆਂ। ਨਹੀਂ ਗੱਲ ਤੁਹਾਡੀ ਠੀਕ ਹੈ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਪੱਕੀ ਹੈ, ਉਹ ਜਿਹੜੀ ਗੱਲ ਹੁੰਦੀ ਸੀ ਨਾ ਕਿ ਭਾਈ ਉਹ ਮੁੱਛਾਂ ਬਣਾ ਦੇਣੀਆਂ, ਕਈ ਵਾਰੀ ਇਹ ਵੀ ਹੁੰਦਾ ਸੀ ਕਿ ਜੇ ਦੂਜੇ ਨਿਆਣੇ ਨੇ ਕਿਤੇ ਪਾਣੀ ਪੀਣ ਚਲੇ ਜਾਣਾ ਜਾਂ ਉਹਨੇ ਬਾਹਰ ਜਾ ਕੇ ਰੋਟੀ ਖਾਣ ਚਲੇ ਜਾਣਾ, ਕਿਸੇ ਕੰਮ ਚਲੇ ਜਾਣਾ, ਪਹਿਲਾਂ ਉਹਦੀ ਕਾਪੀ ਜਿਹੜੀ ਮਾਰ ਪਈ ਉਹਦੇ 'ਤੇ ਮੁੱਛਾਂ ਬਣਾਉਣੀਆਂ, ਉਹਦੇ 'ਤੇ ਚਿੱਤਰਕਾਰੀ ਦਾ ਨਮੂਨਾ। ਫਿਰ ਉਹਨੇ ਪਹਿਲਾਂ ਸ਼ਿਕਾਇਤ ਚੱਕਣਾ, ਸਰ ਜੀ ਮੇਰੀ ਹਿਸਾਬ ਵਾਲੀ ਕਾਪੀ ਦੇ ਉੱਤੇ ਆ ਦੇਖੋ ਚੀਟੇ ਮਾਰ ਦਿੱਤੇ ਆ ਜੀ। ਫਿਰ ਉਹਨਾਂ ਨੇ ਕਹਿਣਾ ਕਿਹਨੇ ਮਾਰਿਆ, ਦੱਸੋ ਵੀ ਕਿਹਨੇ ਮਾਰਿਆ, ਸ਼ਰਾਰਤਾਂ ਕੌਣ ਕਰਦਾ, ਆ ਜੀ ਆ ਐਸ ਰੰਗ ਦਾ ਪੈਨ ਉਹ ਫਲਾਨੇ ਕੋਲ ਆ, ਤੇ ਫਿਰ ਅਗਲਾ ਮੁਰਗਾ। ਮਸਲਾ ਤਾਂ ਇੰਨਾ ਕੀ ਹੁੰਦਾ ਸੀ ਨਾ। ਬਿਲਕੁਲ ਸਹੀ। ਅੱਛਾ, ਇਹ ਸਾਰੇ ਕੁਛ ਇੱਕ ਗੱਲ ਤਾਂ ਹੈਗੀ ਆ WhatsApp, ਜੇ ਤੁਸੀਂ ਮੇਰਾ ਖਿਆਲ ਇਹ ਭੁੱਲ ਗਏ ਕਿ ਵੀ ਤੁਸੀਂ ਕਾਪੀਆਂ ਨਵੀਆਂ ਚੜਾਤੀਆਂ, ਪਰ ਉਹ ਕਾਪੀਆਂ ਮਿਲਣੀਆਂ ਤਾਂ ਆ ਜੇ ਪੇਪਰ ਪਾਸ ਕੀਤੇ। ਤੇ ਪੇਪਰਾਂ ਦੀ ਜਿੱਦਣ ਡੇਟ ਸ਼ੀਟ ਆਉਂਦੀ ਸੀ ਨਾ, ਉਹ ਉੱਦਾਂ ਹੀ ਸੀ ਵੀ ਇਸ ਉਮਰ ਦੇ ਵਿੱਚ ਆਣ ਕੇ ਜੇ ਮੰਨ ਲਓ ਤੁਸੀਂ ਡਾਕਟਰ ਕੋਲ ਚੱਲ ਜਾਓ ਤੇ ਡਾਕਟਰ ਆਖੋ ਤੇਰਾ ਹੁਣ BP ਸ਼ੂਗਰ ਵੀ ਜਾਪਦੀ ਆ, ਕਿਡਨੀਆਂ ਤੇਰੀਆਂ ਇੱਕ ਵਾਰ ਚੈੱਕ ਕਰਨੀਆਂ ਪੈਣੀਆਂ। ਉਹ ਜਿਹੜੀ ਪੁੱਠੀ ਜੀ ਰਿਪੋਰਟ ਮੰਨ ਲਓ ਕਿਤੇ ਲੈਬ ਤੋਂ ਆ ਜਾਵੇ ਨਾ, ਜਿੰਨਾ ਡਰ ਉਹ ਵੇਖ ਕੇ ਲੱਗਦਾ ਉਤੋਂ ਦੂਣਾ ਤੀਣਾ ਡਰ ਉਦੋਂ ਡੇਟ ਸ਼ੀਟ ਵੇਖ ਕੇ ਲੱਗਦਾ ਹੁੰਦਾ, ਉਹ ਤੇਰਾ ਭਲਾ ਹੋ ਜੇ, ਹਿਸਾਬ ਵਾਲੇ 'ਚ ਇੱਕੋ ਹੀ ਛੁੱਟੀ ਆ ਹੋਏ, ਹੁਣ ਕੀ ਕਰਾਂਗੇ। ਨਹੀਂ ਇਹ ਗੱਲ ਤੁਹਾਡੀ ਠੀਕ ਹੈ। ਫਿਰ ਇਹ ਵੀ ਹੁੰਦਾ ਸੀ ਕਿ ਹਿਸਾਬ ਵਾਲੇ ਤੋਂ ਪਹਿਲਾਂ ਤਾਂ ਕਹਿਣਾ ਪੜ੍ਹ ਲਵਾਂਗੇ, ਨੇੜੇ ਜਾ ਕੇ ਪੜ੍ਹ ਲਵਾਂਗੇ, ਮੂਹਰੇ ਉਹ ਕਹਿਣਾ 15 ਨੰਬਰੀਆਂ ਆ, 2 ਆਉਂਦੀਆਂ ਆ, ਫਿਰ ਅੰਦਾਜ਼ੇ ਲਵਾਉਂਦੇ ਫਿਰਨਾ ਆਪਣੇ ਤੋਂ ਵੱਡੀ ਕਲਾਸ ਵਾਲੇ ਤੋਂ ਆਹ ਸਵਾਲ ਆ ਜਾਂਦਾ ਹੁੰਦਾ। ਫਿਰ ਇੱਕ ਹੁੰਦਾ ਸੀ ਗੈਸ ਪੇਪਰ, ਉਹਨੂੰ ਸਾਰੀ ਉਮਰ ਗੈਸ ਪੇਪਰ ਹੀ ਕਹਿੰਦੇ ਰਹੇ ਵੈਸੇ ਤਾਂ, ਉਹ ਹੁੰਦਾ ਤਾਂ ਗੈਸ ਲਾਉਣ ਵਾਲਾ ਪੇਪਰ ਸੀ ਕਿ ਆਹ ਸਵਾਲ ਆ ਸਕਦੇ ਆ। ਫਿਰ ਘਰਦਿਆਂ ਦੇ ਗਲ ਕਈਆਂ ਨੇ ਅੰਗੂਠਾ ਦੇਣਾ, ਉਹ ਗੈਸ ਪੇਪਰ ਲਿਆ ਕੇ ਦਿਓ ਮੈਨੂੰ, ਗੈਸ ਪੇਪਰ ਲਿਆ ਕੇ ਦਿਓ, MBD ਦਾ ਲਿਆ ਕੇ ਦਿਓ, UBD ਦਾ ਲਿਆ ਕੇ ਦਿਓ। ਫਿਰ ਮਾਡਰਨ ਇੱਕ ਵਾਰੀ ਆ ਗਈ, ਉਹਦਾ ਲਿਆ ਕੇ ਦਿਓ। ਉਹ ਫਿਰ ਗੈਸ ਪੇਪਰ ਦੇ ਵਿੱਚੋਂ ਚੁਣਵੇਂ ਜਿਹਾ ਕਰ ਲੈਣੇ, ਜੇ ਮਹਾਰਾਜ ਨੇ ਭਲੀ ਕਰਨੀ ਤਾਂ ਉਹਦੇ ਵਿੱਚੋਂ ਆ ਜਾਣੀ, ਆਹੋ ਨਹੀਂ ਤਾਂ ਫਿਰ ਨਵੀਆਂ ਕਾਪੀਆਂ ਦੀ ਲੋੜ ਘੱਟ ਹੀ ਪੈਂਦੀ ਸੀ। ਸੋ ਇਹ ਗੱਲਾਂ ਅਸੀਂ ਤਾਂ ਆਪ ਜੀ ਦੇ ਨਾਲ ਕਰ ਰਹੇ ਹਾਂ ਜੀ, ਤਾਂ ਜੋ ਤੁਸੀਂ ਵੀ ਯਾਦ ਕਰ ਸਕੋ ਉਸ ਸਮੇਂ ਨੂੰ। ਕਿਉਂਕਿ ਕਾਰਨ ਇਹ ਆ ਵੀ ਕਿਸੇ ਵੇਲੇ ਨਾ WhatsApp ਬੰਦੇ ਨੂੰ ਇਹ ਲੱਗਦਾ ਵੀ ਯਾਰ ਉਹ ਪਹਿਲਾ ਸਮਾਂ ਵਧੀਆ ਸੀ, ਨਿੱਕੇ ਹੁੰਦੇ ਜਾਂ ਵਧੀਆ ਸੀ, ਹੁਣ ਵੱਡੇ ਹੋ ਗਏ ਝਮੇਲੇ ਪੈ ਗਏ, ਯਾਰ ਆਹ ਸਿਆਪਾ ਉਹ ਸਿਆਪਾ, ਸਿਹੜੀ ਸਿਆਪੇ ਨਹੀਂ ਮੁੱਕਦੇ, ਹੈ ਨਾ। ਅਤੇ ਉਹ ਜਿਹੜੀਆਂ ਚੀਜ਼ਾਂ ਉਸ ਵੇਲੇ ਹੁੰਦੀਆਂ ਉਦੋਂ ਉਹ ਬੜੀਆਂ ਮੁਸ਼ਕਲ ਲੱਗਦੀਆਂ ਸੀ ਵੀ ਯਾਰ ਹੁਣ ਸਾਇੰਸ ਦਾ ਵੀ ਕਰਨਾ ਹੈ, ਹੁਣ ਮੈਥ ਦਾ ਵੀ ਕਰਨਾ ਹੈ, ਉਹ ਅੰਗਰੇਜ਼ੀ ਵਾਲੇ ਉਹ ਟੈਂਸ ਜੇ ਨਹੀਂ ਉਹ ਸਮਝ ਆਉਂਦੇ, ਯਾਰ ਉਹ ਪਤਾ ਨਹੀਂ ਹੈਡ ਕਿੱਥੇ ਲੱਗਣਾ ਅਤੇ ਹੈਜ਼ ਕਿੱਥੇ ਲੱਗਣਾ। ਉਹ ਸਿਆਪੇ ਉਦੋਂ ਵੱਡੇ ਲੱਗਦੇ ਸੀ। ਇਹਦਾ ਮਤਲਬ ਇਹ ਹੋ ਗਿਆ ਕਿ ਵੀ ਇਨਸਾਨ ਭਾਵੇਂ ਬੱਚਾ ਹੈ, ਕਿਉਂਕਿ ਜਦੋਂ ਜਵਾਕ ਅਜੇ ਰਿੜਦਾ ਉਹਨੂੰ ਹੁੰਦਾ ਵੀ ਮੈਂ ਕਿਹੜਾ ਵੇਲਾ ਹੋਵੇ ਬਾਈ ਨੂੰ ਹੱਥ ਪਾ ਕੇ ਉੱਠ ਕੇ ਅਤੇ ਤੁਰ ਕੇ ਵੇਖਾਂ। ਫਿਰ ਉਹ ਜਦੋਂ ਥੋੜ੍ਹਾ ਜਿਹਾ ਹੋਰ ਵੱਡਾ ਹੁੰਦਾ ਨਾ ਫਲਾਨੀ ਚੀਜ਼ ਖਾਂਦਾ, ਮੈਂ ਵੀ ਇਹ ਕਰਕੇ ਵੇਖਾਂ। ਉਹ ਜਿਹੜੀ ਦੌੜ ਹੈ ਨਾ ਬੰਦੇ ਦੀ ਵੀ ਮੈਂ ਇਹਦੇ ਤੋਂ ਬਾਅਦ ਇੱਥੇ ਇਹਦੇ ਤੋਂ ਬਾਅਦ ਇੱਥੇ ਜਾਣਾ, ਉਹਨੂੰ ਫਿਰ ਬਾਅਦ ਦੇ ਵਿੱਚ ਜਦੋਂ ਸਾਰੀਆਂ ਚੀਜ਼ਾਂ 'ਚੋਂ ਨਿਕਲ ਜਾਂਦਾ, ਫਿਰ ਪਹਿਲੀਆਂ ਚੀਜ਼ਾਂ ਸੌਖੀਆਂ ਲੱਗਦੀਆਂ, ਚੰਗੀਆਂ ਲੱਗਦੀਆਂ, ਅਤੇ ਅਗਾਂਹ ਹੁਣ ਵਾਲਾ ਜਾਂ ਆਉਣ ਵਾਲਾ ਜਿਹੜਾ ਸਮਾਂ ਔਖਾ ਲੱਗਦਾ। ਇਹੋ ਹੀ ਚੀਜ਼ ਮੇਰੇ ਖਿਆਲ ਨਾਲ ਇਸ ਵਕਤ ਸਮਾਜਿਕ ਤਾਣੇ ਬਾਣੇ 'ਚ ਜੇ ਆਪਾਂ ਦੇਖ ਲਈਏ, ਭਾਵੇਂ ਕੋਈ ਪੰਜਾਬ ਬੈਠਾ ਚਾਹੇ ਪੰਜਾਬੋਂ ਬਾਹਰ ਬੈਠਾ, ਉਹਦੇ ਆਲੇ ਦੁਆਲੇ ਆ ਕਿ ਕੁਛ ਵੱਖਰਾ ਨਹੀਂ ਹੈ। ਤਾਂ ਕੰਮ ਇੱਦਾਂ ਦਾ ਹੀ ਆ ਸੰਧਾਲੀਆ ਸਾਹਿਬ। ਮੈਨੂੰ ਗੱਲ ਇੱਕ ਚੇਤੇ ਆਉਂਦੀ ਸੀ ਕਿ ਉਦੋਂ ਜਿਹੜੀ ਰੋਟੀ ਲੈ ਕੇ ਜਾਈਦੀ ਸੀ, ਅਖਬਾਰ ਦੇ ਵਿੱਚ ਹੀ ਲਪੇਟ ਹੁੰਦੀ ਸੀ ਉਹ ਰੋਟੀ। ਮੈਂ ਤਾਣੇ ਬਾਣੇ ਵੱਲ ਲਾਉਣਾ ਦੁਬਾਰਾ, ਜਿਹੜਾ ਤਾਂ ਮੇਰੇ ਵਰਗਾ ਬੰਦਾ ਹੋਣਾ ਉਹਨੂੰ ਤਾਂ ਮਿਲ ਜਾਣੀ ਚਲੋ ਰੋਟੀ ਆ ਜੀ, ਤੁਹਾਡੇ ਵਰਗਾ ਬੰਦਾ ਜਿਹੜਾ ਹੁੰਦਾ ਉਹਨੂੰ ਪਰੌਂਠਾ ਮਿਲ ਜਾਣਾ ਘਰੋਂ। ਮਸਾ ਇਹ ਫਰਕ ਇੰਨਾ ਕੁ ਹੁੰਦਾ ਸੀ, ਉਹ ਇੱਕ ਰੋਟੀ ਦਾ ਜਾਂ ਪਰੌਂਠੇ ਦਾ ਜਿਹੜਾ ਉਹ ਰੈਪ ਜਿਹਾ ਕਰਕੇ ਕੁੱਕੜੂ ਜਿਹਾ ਬਣਾ ਕੇ ਉਹਦੇ ਆਲੇ ਦੁਆਲੇ ਅਖਬਾਰ ਚੜਾ ਕੇ, ਤਾਂ ਜਿੱਦਾਂ ਅਖਬਾਰ ਆਲੇ ਦੁਆਲੇ ਵਿੱਚ ਕਰੀਦੀ ਸੀ, ਉਹ ਵੀ ਇੱਕ ਕਲਾ ਹੁੰਦੀ ਸੀ। ਜਦੋਂ ਐਂ ਉਹਨੂੰ ਗੋਲ ਕਰਕੇ ਆਲੇ ਦੁਆਲੇ ਉਹ ਫਿਰ ਵਿੱਚ ਕਰ ਦੇਣੀ, ਤਾਂ ਉਹਨੂੰ ਝੋਲੇ ਦੇ ਇੱਕ ਪਾਸੇ ਪਾ ਲੈਣਾ। ਪੂਰੀ ਗੱਲ ਦੱਸੋ ਨਾ ਵੀ ਜਦੋਂ ਅਖਬਾਰ ਜਾ ਕੇ ਉੱਥੇ ਖੋਲ੍ਹਣੀ, ਰੋਟੀ ਖੋਲ੍ਹਣੀ, ਤੇ ਅੱਧੀ ਅਖਬਾਰ ਰੋਟੀ 'ਤੇ ਵੀ ਛਪੀ ਹੁੰਦੀ।
ਰੋਟੀ ਤਾਂ ਛਪੀ ਹੁੰਦੀ ਸੀ, ਉਹ ਪਹਿਲੇ ਜਦੋਂ ਵਿੱਚੋਂ ਕੱਢਣਾ ਤੇ ਐਨ ਤੁਹਾਡੇ ਵਾਲੇ ਪਰੌਂਠੇ ਦਾ ਸਾਰਾ ਘਿਓ ਜਿਹੜਾ ਉਹ ਆਲੇ ਦੁਆਲੇ ਐਨ ਅਖਬਾਰ ਦੇ ਉੱਤੇ ਕੰਮ ਹੋਇਆ ਹੁੰਦਾ ਸੀ। ਉਹਦੇ ਤੋਂ ਬਾਅਦ ਮੈਨੂੰ ਇੱਕ ਗੱਲ ਚੇਤੇ ਆਉਂਦੀ ਆ ਸੰਧਾਲੀਆ ਸਾਹਿਬ, ਜੇ ਕਿਤੇ ਟੱਬਰ ਦੇ ਮੈਂਬਰਾਂ ਨੂੰ ਚੇਤੇ ਆ ਜਾਏ, ਵਿੱਚ ਤਾਂ ਅਚਾਰ ਹੀ ਹੁੰਦਾ ਸੀ, ਅਚਾਰ ਨੂੰ ਫਿਰ ਉਹਦੇ ਉੱਤੇ ਐਂ ਕਰਕੇ ਰਗੜ ਲੈਣਾ ਕਿ ਹੁਣ ਕਿਹੜਾ ਬੁਰਕੀ ਤੋੜੀ ਜਾਊਗਾ। ਪਰ ਜਦੋਂ ਸਿਆਲ ਹੁੰਦੇ ਸੀ, ਤੁਹਾਡੇ ਵਾਲੇ ਪਰੌਂਠੇ ਦੇ ਉੱਤੇ ਘਿਓ ਜੰਮਿਆ ਹੋਣਾ, ਪਰੌਂਠੇ ਦੀ ਬੁਰਕੀ ਤੋੜ ਲੈਣੀ, ਮੂੰਹ 'ਚ ਪਾ ਲੈਣੀ, ਉਹ ਹੁਣ ਨਾ ਅੰਦਰਲੇ ਪਾਸੇ ਨੂੰ ਨਾ ਬਾਹਰਲੇ ਪਾਸੇ ਨੂੰ। ਉਦੋਂ ਭਾਫਾ ਮਾਰਦੀ ਚਾਹ ਨਹੀਂ ਸੀ ਮਿਲਦੀ ਹੁੰਦੀ। ਗੱਲਾਂ ਕਈ ਵਾਰੀ ਚੇਤੇ ਰਹਿੰਦੀਆਂ, ਪਰ ਸਵਾਦ ਬੜੇ ਲੱਗਦੇ ਸੀ ਪਰੌਂਠੇ ਉਹ। ਸਹੀ ਗੱਲ, ਇਹ ਤਾਂ ਹੈ ਬਾਟ ਸਾਹਿਬ। ਅੱਜ ਕੱਲ੍ਹ ਤਾਂ देखो मील भी अगले स्कूल वाले डिसाइड करके देंगे कि आपने इस दिन ये खाना है, इस दिन वो खाना है। नो बेटा ये तो बिल्कुल नहीं खाना है, अगर आपने खाना है तो यही खाना है। वो ਜਿਹੜਾ ਖਾਣੇ ਤੋਂ ਵੀ ਇਸ ਵਕਤ ਖਾਨਿਆਂ 'ਚ ਬੰਦੇ ਨੂੰ ਕਰ ਦਿੱਤਾ ਵੀ ਤੂੰ ਇਹਦੇ 'ਚ ਰਹਿਣਾ, ਇਹਦੇ 'ਚ ਰਹਿਣਾ, ਇਹਦੇ 'ਚ ਰਹਿਣਾ। ਉਹ ਵੀ ਚਲੋ ਦੇਖੋ ਹੁਣ ਗਾਂ ਜਦੋਂ ਉਹ ਵੱਡੇ ਹੋਣਗੇ ਜਵਾਕ ਤੇ ਉੱਥੇ ਜਾ ਕੇ ਫਿਰ ਉਹਨਾਂ ਨੂੰ ਕਿਹੋ ਜਿਹੇ ਅਗਲੇ ਪਾਸੇ ਮੁਸ਼ਕਲਾਂ ਆਉਂਦੀਆਂ, ਫਿਰ ਉਹ ਪਿੱਟਦੇ ਰਹਿਣਗੇ, ਨਹੀਂ ਯਾਰ ਉਹ ਪਹਿਲਾ ਸਮਾਂ ਅੱਛਾ ਥਾ, ਸਕੂਲ ਮੇਂ ਨਾ ਮੈਡਮ ਐਸੇ ਬੋਲਤੇ ਥੇ, ਅਬ ਤਾਂ ਕੁਛ ਹੋਰ ਹੀ ਹੋ ਗਿਆ ਕੰਮ। ਜੇ ਇੱਦਾਂ ਦੀ ਗੱਲ ਆ ਹੀ ਗਈ ਆ ਸੰਧਾਲੀਆ ਸਾਹਿਬ, ਹੁਣ ਤਾਂ ਮੈਨੂੰ ਐਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਕੈਲੰਡਰ ਲੱਗਿਆ ਹੋਇਆ ਕਰਨੇ, ਚਾਰਟ ਲੱਗਿਆ ਹੋਇਆ ਕਰਨੇ ਆ, ਤੇ ਚਾਰਟ ਜਿਹੜੇ ਨੇ ਉਹ ਤੁਹਾਡੇ ਫੋਨ ਨੇ ਘੰਟੀ ਜਿਹੀ ਮਾਰ ਕੇ ਦੱਸਿਆ ਕਰਨਾ ਕਿ ਅੱਜ ਸਵੇਰਾ ਹੋ ਗਿਆ, 6 ਵਜੇ ਹੁਣ ਤੁਸੀਂ ਉੱਠ ਖੜੋ, 9 ਵਜੇ ਤੱਕ ਤੁਸੀਂ ਆਹ ਖਾਣਾ, 12 ਵਜੇ ਤੁਸੀਂ ਆਹ ਲਓਗੇ, 11 ਵਜੇ ਤੱਕ ਆਹ, ਤੇ ਭਰ ਕੇ ਸ਼ਾਮ ਨੂੰ ਆਹ, ਇੰਨਾ ਤੁਸੀਂ ਸੈਰ ਕਰੋਗੇ। ਹੁਣ ਉਹ ਆ ਗਿਆ ਕਿ ਨਹੀਂ ਕਿ ਤੁਸੀਂ ਅੱਜ ਇੰਨੇ ਕਦਮ ਤੁਰੇ ਹੋ, ਇੰਨੀਆਂ ਕੈਲੋਰੀਆਂ ਤੁਹਾਡੀਆਂ ਬਰਨ ਹੋ ਗਈਆਂ, ਇੰਨਾ ਕੁਛ ਆ ਹੋ ਗਿਆ। ਦੇਖੋ ਕਿੰਨਾ ਸਿਸਟਮੈਟਿਕਲੀ ਸਾਰਾ ਕੁਛ ਪੁਆਇੰਟਾਂ ਦੇ ਵਿੱਚ ਹੀ ਵੱਜ ਗਿਆ, ਉਦੋਂ ਇਦਾਂ ਨਹੀਂ ਸੀ ਹੁੰਦਾ। ਨਹੀਂ ਇਹ ਤਾਂ ਹੈ, ਪੁਆਇੰਟਾਂ ਵਾਲਾ ਗੱਲ ਤਾਂ ਹੈਗੀ ਹੈ। ਪਰ ਜੇ ਚਲੋ ਇਹ ਸਾਰੇ ਕੁਛ ਇੱਕ ਚੀਜ਼ ਤਾਂ ਹੈ WhatsApp ਕਿ ਵੀ ਜੇ ਬੰਦਾ ਕਿਸੇ ਵੀ ਸਮੱਸਿਆ ਨੂੰ ਏਡੀ ਵੱਡੀ ਸਮੱਸਿਆ ਨਾ ਬਣਾਵੇ ਕਿ ਉਹ ਉਹਦੇ 'ਤੇ ਹਾਵੀ ਹੋ ਜਾਵੇ, ਫਿਰ ਤਾਂ ਹਰੇਕ ਸਮਾਂ ਲੰਘ ਜਾਂਦਾ, ਭਾਵੇਂ ਉਹ ਮਾੜਾ, ਭਾਵੇਂ ਅਤ ਮਾੜਾ, ਅਤੇ ਭਾਵੇਂ ਚੰਗਾ। ਅਤੇ ਜੇ ਆਪਾਂ ਕਿਸੇ ਮੁਸ਼ਕਿਲ ਨੂੰ ਦੇਖ ਕੇ ਅੜ ਜਾਈਏ ਵੀ ਨਹੀਂ ਯਾਰ ਹੁਣ ਕੀ ਕਰਾਂਗੇ, ਅਤੇ ਇੱਕ ਵਾਰ ਆਪਾਂ ਦਿਲ ਢਾਇਆ ਨਹੀਂ, ਉਸ ਤੋਂ ਬਾਅਦ ਮੁਸ਼ਕਿਲ ਆਪਾਂ ਨੂੰ ਢਾਹ ਲੈਂਦੀ ਹੈ ਅਤੇ ਫਿਰ ਉੱਠਣ ਨਹੀਂ ਦਿੰਦੀ। ਮੇਰੇ ਖਿਆਲ ਨਾਲ ਇਹ ਚੀਜ਼ ਜ਼ਰੂਰ ਅਸੀਂ ਬੇਨਤੀ ਕਰਦੇ ਹੁੰਦੇ ਹਾਂ ਕਿ ਵੀ ਜ਼ਿੰਦਗੀ ਜਿਹੜੀ ਹੈ ਭਾਵੇਂ ਔਖੀ ਹੈ ਸੌਖੀ ਹੈ, ਜਿੱਦਾਂ ਦੇ ਮਰਜ਼ੀ ਆਪਾਂ ਦਿਨ ਕੱਟਦੇ ਪਏ ਹਾਂ, ਇਹ ਆਸ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਜੇ ਰਾਤ ਹੈ ਤਾਂ ਦਿਨ ਚੜ੍ਹਨਾ ਹੀ ਚੜ੍ਹਨਾ। ਅੱਜ ਚੜ੍ਹ ਜੇ, 2 ਘੰਟਿਆਂ ਨੂੰ ਚੜ੍ਹ ਜੇ, ਜਾਂ ਹੋ ਸਕਦਾ ਉਹ ਜਿੱਥੇ 6-6 ਮਹੀਨੇ ਦੀ ਰਾਤ ਰਹਿੰਦੀ ਉਹਦੇ ਹਿਸਾਬ ਨਾਲ ਕਈ ਮਹੀਨੇ ਸੂਰਜ ਦੇ ਦਰਸ਼ਨ ਨਾ ਹੋਣਗੇ, ਪਰ ਹੋਣਗੇ ਜ਼ਰੂਰ। ਨਹੀਂ ਇਹ ਗੱਲ ਠੀਕ ਹੈ ਸੰਧਾਲੀਆ ਸਾਹਿਬ, ਮੈਨੂੰ ਹੁਣ ਐਂ ਲੱਗਦਾ ਕਿ ਉਹ ਸੂਰਜ ਤੁਸੀਂ ਚਾੜ੍ਹ ਦਿੱਤਾ, ਸਾਰਿਆਂ ਨੂੰ ਗੱਲ ਸਮਝ ਆ ਗਈ ਹੋਣੀ ਹੈ। ਹੁਣ ਆਪਾਂ ਪੰਜਾਬ ਵਾਲੇ ਪਾਸੇ ਨੂੰ ਚੱਲੀਏ। ਖੇਤੀ ਅੰਦੋਲਨ ਤੋਂ ਲੈ ਕੇ ਪੰਜਾਬ ਦੀ ਸਿਆਸਤ ਦੇ ਅੰਦਰਲੀਆਂ ਸਾਰੀਆਂ ਗੱਲਾਂ ਇੱਕ ਇੱਕ ਕਰਕੇ ਖੋਲ੍ਹ ਕੇ ਆਪਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰੀਏ, ਜੇ ਤੁਹਾਡਾ ਹੁਕਮ ਹੋਵੇ ਤਾਂ। ਨਹੀਂ ਹੁਕਮ ਕਾਹਦਾ, ਮੈਂ ਤਾਂ ਇਹ ਤਾਂ ਬੇਨਤੀ ਕਰਦਾ ਆਪਾਂ ਪਰਿਵਾਰ ਦੇ ਮੈਂਬਰਾਂ ਨੂੰ ਮੈਂ ਦੱਸ ਦਈਏ ਕਿ ਇਹ ਭੂਮਿਕਾ ਬਣਨ ਦਾ ਕਾਰਨ ਵੀ ਸਾਡਾ ਇਹੀ ਹੈ ਕਿ ਵੀ ਇਸ ਵਕਤ ਹੋ ਸਕਦਾ ਕਿ ਹਰੇਕ ਬੰਦੇ ਨੂੰ ਬੜਾ ਅਸਮੰਜਸ ਜਿਹਾ ਹੋਵੇ ਕਿ ਯਾਰ ਕਿੱਥੇ ਫਸ ਗਿਆ, ਇੰਨੇ ਚਿਰ ਦੇ ਆਪਾਂ ਉੱਥੇ ਸੰਘਰਸ਼ ਕਰਦੇ ਪਏ ਹਾਂ, ਪਰ ਉਹ ਸਾਰੇ ਸੰਘਰਸ਼ ਦੇ ਵਿੱਚੋਂ ਸਰਕਾਰ ਵਾਲੇ ਪਾਸਿਓਂ ਕੋਈ ਹੁੰਗਾਰਾ ਨਹੀਂ ਭਰਿਆ ਜਾ ਰਿਹਾ। ਹਰ ਥਾਂ ਦੇ ਉੱਪਰ ਰਾਜਨੀਤੀ ਜਿਹੜੀ ਹੋ ਰਹੀ ਹੈ, ਅਤੇ ਉਹ ਰਾਜਨੀਤੀ ਦਿਨੋਂ ਦਿਨ ਵੱਧਦੀ ਜਾ ਰਹੀ। ਉਹ ਜਿਹੜੀ ਰਾਜਨੀਤੀ ਇਸ ਵਕਤ ਅੰਦੋਲਨ ਦੇ ਉੱਪਰ ਭਾਰੀ ਹੁੰਦੀ ਜਾ ਰਹੀ ਹੈ। ਇਸ ਗਣਿਤ ਨੂੰ, ਇਸ ਹਿਸਾਬ ਕਿਤਾਬ ਨੂੰ, ਇਸ 2 ਦੂਣੀ 4 ਦੀ ਬਜਾਏ 2 ਦੂਣੀ 5 ਹੋਣ ਡੇ ਨੂੰ ਆਪਾਂ ਨੂੰ ਪਛਾਣਨ ਦੀ, ਸਮਝਣ ਦੀ ਲੋੜ ਹੈ। ਅਤੇ ਮੈਂ ਚਾਹੁੰਦਾ ਆਪਾਂ ਉਹ ਗੱਲਾਂ ਬਾਤਾਂ ਕਰ ਲਈਏ ਤਾਂ ਜੋ ਜਿਹਨੂੰ ਜਿੰਨੀ ਕੁ ਸਮਝ ਆ ਗਈ। ਬਾਕੀ ਜੋ ਉਸ ਤੋਂ ਬਾਅਦ ਸਿਆਸਤਦਾਨਾਂ ਨੇ ਕੋਈ ਵੱਖਰਾ ਮੋੜ ਕੱਟ ਲਿਆ ਅਤੇ ਆਪਾਂ ਫੇਰ ਦੱਸੀ ਜਾਵਾਂਗੇ ਵੀ ਭਾਈ ਵੀ ਹੁਣ ਗੱਡੀ ਸੱਜੇ ਨਹੀਂ ਖੱਬੇ ਵਾਲੇ ਪਾਸੇ ਨੂੰ ਲੈ ਕੇ ਜੇ ਖੱਬੇ ਵਾਲੇ ਪਾਸੇ ਨੂੰ। ਉਹ ਜ਼ਰੂਰੀ ਹੈ ਸੰਧਾਲੀਆ ਸਾਹਿਬ, ਅੱਜ ਨਾ ਦੱਸਿਆ ਤੇ ਕੱਲ੍ਹ ਨੂੰ ਫਿਰ ਔਖਾ ਹੋਊਗਾ। ਉਹਦਾ ਕਾਰਨ ਕੀ ਹੈ ਕਿ ਬਹੁਤ ਸਾਰੇ ਸੱਜਣਾਂ ਨੂੰ ਐਂ ਲੱਗਦਾ ਹੈ ਕਿ ਇੱਕੋ ਹੀ ਕੰਮ ਇਸ ਵੇਲੇ ਸਾਰਾ ਚੱਲ ਰਿਹਾ ਦਿੱਲੀ, ਹਰਿਆਣੇ ਤੇ ਪੰਜਾਬ 'ਚ, ਉਹ ਹੈਗਾ ਖੇਤੀ ਅੰਦੋਲਨ। ਸਾਰਿਆਂ ਨੂੰ ਐਂ ਲੱਗਦਾ ਕਿ ਜਾਂ ਤਾਂ ਲੋਕ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ, ਜਾਂ ਪੰਜਾਬ ਹਰਿਆਣੇ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠਣ ਦੇ ਲਈ ਜਾ ਰਹੇ ਆ, ਜਾਂ ਪੰਜਾਬ 'ਚ ਬੈਠ ਕੇ ਟਰੈਕਟਰ ਮਾਰਚ ਕਰ ਰਹੇ ਆ, ਜਾਂ 26 ਦੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਕਰ ਰਹੇ ਆ। ਬਹੁਤ ਸਾਰੇ ਸੱਜਣਾਂ ਨੂੰ ਇਹ ਲੱਗਦਾ ਤੇ ਹੈਗਾ ਵੀ ਹੈ ਕਿ ਪੰਜਾਬ ਦੇ ਵਿੱਚ ਹਰ ਹੱਟੀ ਤੇ ਭੱਠੀ ਦੇ ਉੱਤੇ ਜੇ ਗੱਲ ਹੁੰਦੀ ਆ ਤਾਂ ਖੇਤੀ ਅੰਦੋਲਨ ਦੀ ਹੁੰਦੀ ਹੈ। ਪਰ ਇਹਦੇ ਨਾਲ ਨਾਲ ਇੱਕ ਟਰੈਕਟਰ ਹੋਰ ਵੀ ਚੱਲੀ ਜਾਂਦਾ, ਇੱਕ ਟਰੈਕਟਰ ਦੀ ਆਵਾਜ਼ ਜਿਹੜੀ ਆ ਫਟ 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 ਦੀ ਹੋਰ ਆਈ ਜਾਂਦੀ ਹੈ। ਉਹ ਟਰੈਕਟਰ ਚੱਲਦਾ ਰਾਜਨੀਤੀ ਦਾ, ਉਹ ਟਰੈਕਟਰ ਚੱਲਦਾ ਸਿਆਸਤ ਦਾ। ਉਹ ਕਿਹੜਾ ਖੇਤ ਵਾਹੀ ਜਾਂਦਾ, ਕਿੱਥੇ ਕੱਦੂ ਕਰੀ ਜਾਂਦਾ, ਕਿੱਥੇ ਬੱਟਾਂ ਪਾਈ ਜਾਂਦਾ, ਕਿੱਥੇ ਸੁਹਾਗਾ ਫੇਰੀ ਜਾਂਦਾ, ਉਹ ਸਮਝਣਾ ਬਹੁਤ ਜ਼ਰੂਰੀ ਹੈ। ਕਿਉਂਕਿ ਉਸ ਟਰੈਕਟਰ ਦੀ ਰਫ਼ਤਾਰ ਅਜੇ ਘੱਟ ਹੈ, ਪਰ ਅਗਲਿਆਂ ਨੇ ਟੈਂਕੀ ਫੁੱਲ ਕਰਾ ਲਈ ਹੈ, ਸਰਵਿਸ ਕਰਾ ਕੇ ਲਿਆਏ ਆ, ਅਤੇ ਉਹਨਾਂ ਨੇ ਆਪਦਾ ਖੇਤ ਵਾਹੁੰਦਿਆਂ ਪਤਾ ਨਹੀਂ ਕਿੱਧਰਲੇ ਪਾਸੇ ਨੂੰ ਵੱਧ ਕਰਕੇ ਕਿਹਦੀ ਵੱਟ ਜਿਹੜੀ ਹੈ ਉਹ ਹੌਲੀ ਦੇਣੀ ਵਿੱਚੇ ਰਲਾ ਲੈਣੀ ਹੈ। ਉਸ ਗੱਲ ਨੂੰ ਸੋਚਣਾ ਅਤੇ ਸਮਝਣਾ ਉਹ ਬਹੁਤ ਜ਼ਰੂਰੀ ਹੈ। ਅਤੇ ਅਸੀਂ ਅਗਾਊਂ ਤੁਹਾਨੂੰ ਉਹਦਾ ਚੇਤਾ ਕਰਾਉਣ ਲੱਗੇ ਹਾਂ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਭਾਈ ਜਦੋਂ ਲੇਟ ਪਤਾ ਲੱਗੇ ਤਾਂ ਫਿਰ ਕਹਿੰਦੇ ਹੁੰਦੇ ਆ ਸਾਰੇ ਜਣੇ ਇਹ ਤਾਂ ਮੀਡੀਆ ਦਾ ਕੰਮ ਸੀ ਜੀ, ਇਹ ਦੱਸਣਾ ਚਾਹੀਦਾ ਸੀ ਪਹਿਲਾਂ। ਉਹ ਟਰੈਕਟਰ ਕਿਤੇ ਵਗਦਾ, ਆਪ ਆਪਣਾ ਟਰੈਕਟਰ ਜਿਹੜਾ ਹੌਲੀ ਕਰਕੇ ਖੜਾ ਕਰਕੇ ਮਾੜੀ ਜੀ ਉਹਨੂੰ ਬੰਦ ਕਰਕੇ ਧਿਆਨ ਨਾਲ ਸੁਣੋ ਕਿ ਠੁਕ 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 ਦੀ ਆਵਾਜ਼ ਇੱਧਰੋਂ ਆਉਂਦੀ ਹੈ,
ਇਧਰੋਂ ਆਉਂਦੀ ਆ ਕਿ ਚਾਰੇ ਪਾਸਿਓਂ ਆਉਂਦੀ ਆ। ਸੋ ਇਹ ਜਿਹੜੀ ਚੀਜ਼ ਹੈ ਜੀ, ਇਹ ਬੜਾ ਧਿਆਨ ਮੰਗਦੀ ਹੈ, ਕਿਉਂਕਿ ਜਦੋਂ ਕੋਈ ਵੀ ਅੰਦੋਲਨ ਜਾਂ ਕੋਈ ਵੀ ਸੰਘਰਸ਼ ਸਿਆਸਤਦਾਨਾਂ ਨੂੰ ਇਸ ਤਰ੍ਹਾਂ ਲੱਗਦਾ ਹੋਵੇ ਕਿ ਵੀ ਇਹ ਸ਼ਾਇਦ ਲੋਕ ਸੰਘਰਸ਼ ਬਣਦਾ ਜਾ ਰਿਹਾ, ਤੇ ਜੇ ਇਸ ਸੰਘਰਸ਼ ਦੇ ਵਿੱਚੋਂ ਕੋਈ ਬੈਨੀਫਿਟ, ਫਾਇਦਾ, ਨੁਕਸਾਨ ਆਪਾਂ ਨਾ ਕੱਢਿਆ ਤੇ ਫਿਰ ਸਾਡੀ ਸਿਆਸਤ ਖਤਰੇ 'ਚ ਹੈ। ਉਹ ਹੁਣ ਖਤਰਾ ਹਰੇਕ ਦੇ ਲਈ, ਅਸੀਂ ਕੱਲ੍ਹ ਵਾਲੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀ ਕਿ ਜਦੋਂ ਆਪਾਂ ਕਿਸੇ ਵੀ ਸੁਧਾਰ ਨੂੰ ਜਾਂ ਕਿਸੇ ਵੀ ਸਾਜ਼ਿਸ਼ ਨੂੰ ਜਾਂ ਕਿਸੇ ਵੀ ਨਵੀਂ ਬੁਣਤੀ ਨੂੰ ਦੇਖਦੇ ਹਾਂ, ਤਾਂ ਉਹਦੇ ਵਿੱਚ ਇੱਕ ਤੋਂ ਵੱਧ ਸਰਕਾਰਾਂ, ਇੱਕ ਤੋਂ ਵੱਧ ਸਰਕਾਰਾਂ ਦੇ ਨੁਮਾਇੰਦੇ ਤੇ ਉਹੀ ਲੋਕ ਜਿਨ੍ਹਾਂ ਨੇ ਸਿਆਸੀ ਘਰਾਣੇ ਨੇ ਸਿਆਸਤ 'ਚ ਰਹਿਣਾ ਹੁੰਦਾ, ਉਹ ਸਾਲ ਦਰ ਸਾਲ ਉਹ ਸਾਰੇ ਕੁਛ ਦਾ ਹਿੱਸਾ ਬਣ ਜਾਂਦੇ ਆ, ਕਿਉਂਕਿ ਜਿਹੜਾ ਸਿਸਟਮ ਇੱਕ ਵਾਰ ਸ਼ੁਰੂ ਹੋ ਜਾਂਦਾ, ਉਹ ਸਿਸਟਮ ਨੂੰ ਅੱਗੇ ਵਧਾਉਣਾ, ਚਲਾਉਣਾ ਜਾਂ ਤਾਂ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਜਾਂ ਫਿਰ ਅਗਲੇ ਉਹਨੂੰ ਆਪਣਾ ਹਿੱਸਾ ਬਣਾ ਲੈਂਦੇ। ਹੁਣ ਇਸੇ ਤਰ੍ਹਾਂ ਦੀ ਚੀਜ਼ ਜਿਹੜੀ ਇਸ ਵਕਤ ਕਿਸਾਨ ਅੰਦੋਲਨ 'ਚ ਚੱਲਦੀ ਪਈ ਹੈ, ਉਹ ਚੱਲਦੀ ਪਈ ਹੈ ਵੀ ਇਹ ਰੌਲਾ ਰੱਪਾ ਹੈ, ਇਸ ਰੌਲੇ ਰੱਪੇ ਨੇ ਵਧਣਾ ਵੀ ਹੈ, ਤੇ ਇਸ ਰੌਲੇ ਰੱਪੇ 'ਚੋਂ ਕੱਲ੍ਹ ਨੂੰ ਇਲੈਕਸ਼ਨਾਂ ਜਿਹੜੀਆਂ ਨੇ ਉਹਦੇ 'ਚੋਂ ਕਿਹਦੀ ਕੁਰਸੀ ਜਿਹੜੀ ਉਹ ਮੂੰਹ ਦੇ ਮੂੰਹ ਡਿੱਗ ਪਏਗੀ, ਉਹ ਹਿਸਾਬ ਕਿਤਾਬ ਹੈ ਇਸ ਵਕਤ ਕਿਹੜੀ ਪਾਰਟੀ ਕਿਵੇਂ ਲਾਉਣ ਦੀ ਕੋਸ਼ਿਸ਼ ਕਰ ਰਹੀ ਆ, ਆਪਾਂ ਉਸ ਵਾਲੇ ਪਾਸੇ ਵਧੀਏ। ਸਭ ਤੋਂ ਪਹਿਲਾਂ ਸ਼ੁਰੂਆਤ ਬਾਠ ਸਾਹਿਬ ਕਿੱਧਰੋਂ ਕਰਨੀ, ਕਰੋ ਜੀ। ਦੇਖੋ, ਸ਼ੁਰੂਆਤ ਜਿੱਧਰਲੇ ਪਾਸਿਓਂ ਕਰਨੀ ਆ ਨਾ, ਉਹ ਤੁਸੀਂ ਬਹੁਤੇ ਹੈਰਾਨ ਨਹੀਂ ਹੋਣਾ, ਕਿਉਂਕਿ ਆਪਾਂ ਵੱਖਰੇ ਪਾਸਿਓਂ ਸ਼ੁਰੂਆਤ ਕਰਨੀ ਹੈ। ਅੱਜ ਦੇ ਪ੍ਰੋਗਰਾਮ ਦਾ ਮਕਸਦ ਇਹ ਨਹੀਂ ਜਿਹੜੇ ਬੰਦੇ ਟਰਾਲੀਆਂ 'ਚ ਬੈਠੇ ਆ, ਠੰਡ 'ਚ ਬੈਠੇ ਆ, ਕਿਉਂਕਿ ਬਾਰਡਰ ਦੇ ਉੱਤੇ ਦਿੱਲੀ ਦੇ ਨੇੜੇ ਠੰਡ ਵੱਧ ਗਈ ਹੈ, ਕਿ ਭਾਈ ਅਸੀਂ ਤੁਹਾਡੀ ਗੱਲ ਛੱਡ ਕੇ ਕਿਸੇ ਹੋਰ ਪਾਸੇ ਦੀ ਕਰਨ ਲੱਗੇ ਹਾਂ। ਬਿਲਕੁਲ ਨਹੀਂ। ਨਾ ਸੁਪਰੀਮ ਕੋਰਟ ਦੇ ਵਿੱਚ ਪਈਆਂ ਪਟੀਸ਼ਨਾਂ ਨੂੰ ਭੁੱਲੇ ਆ, ਨਾ ਅਜੇ ਤੱਕ ਤੁਹਾਡੇ ਜਿਹੜੇ ਹੱਡ ਠਰਦੇ ਨੇ ਉਹਨੂੰ ਭੁੱਲੇ ਆ, ਨਾ ਜਿਹੜੀਆਂ ਰੋਜ਼ ਮੌਤਾਂ ਹੁੰਦੀਆਂ, ਕੁਰਬਾਨੀਆਂ ਹੁੰਦੀਆਂ ਉਹਨੂੰ ਭੁੱਲੇ ਆ। ਪਰ ਅਚਾਨਕ ਕਾਲੀ ਘਟ ਆ ਜਾਵੇ ਤੇ ਮੀਂਹ ਪੈਣ ਲੱਗ ਪਵੇ, ਉਹਦੇ ਨਾਲੋਂ ਪਹਿਲਾਂ ਅੰਦਾਜ਼ਾ ਲਾਉਣਾ ਬਹੁਤ ਜ਼ਰੂਰੀ ਹੈ ਕਿ ਮੌਸਮ ਵਿਭਾਗ ਨੇ ਚੇਤਾਵਨੀ ਕੀ ਦਿੱਤੀ ਹੈ। ਸੰਧਾਲੀਆ ਸਾਹਿਬ, ਗੱਲ ਆਪਾਂ ਜਿਹੜੀ ਹੈ ਉਹ ਸਿੱਧੇ ਤੌਰ ਦੇ ਉੱਤੇ ਸ਼ੁਰੂ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਪਾਸਿਓਂ। ਉਧਰਲੇ ਪਾਸਿਓਂ ਕਿਉਂ ਸ਼ੁਰੂ ਕੀਤੀ ਹੈ? ਕਿਉਂਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਗਲਿਆਂ ਨੇ ਤਿਆਰੀਆਂ ਪੂਰੀਆਂ ਖਿੱਚ ਦਿੱਤੀਆਂ। ਖੇਤੀਬਾੜੀ ਅੰਦੋਲਨ ਸੰਬੰਧੀ ਉਹ ਕਹਿੰਦੇ ਆ ਕਿ ਭਾਈ ਅਸੀਂ ਤਾਂ ਕੁਰਬਾਨੀ ਕੀਤੀ ਹੈ, ਮੰਤਰੀ ਦਾ ਅਹੁਦਾ ਛੱਡਿਆ, ਅਸੀਂ ਕੁਰਬਾਨੀ ਕੀਤੀ ਹੈ, ਦਹਾਕਿਆਂ ਪੁਰਾਣਾ ਗੱਠਜੋੜ ਤੋੜਿਆ। ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਆ ਕਿ ਭਾਈ ਅਸੀਂ ਕਿਸਾਨਾਂ ਨੂੰ ਜਿੰਨਾ ਹੋ ਸਕਦਾ ਉਨਾ ਸਹਿਯੋਗ ਦੇ ਰਹੇ ਹਾਂ, ਜਿੰਨੀਆਂ ਕੁਰਬਾਨੀਆਂ ਹੋਈਆਂ, ਜਿੰਨੀਆਂ ਜਾਨਾਂ ਗਈਆਂ ਖੇਤੀ ਅੰਦੋਲਨ ਦੇ ਵਿੱਚ, ਉਹਦੇ ਵਿੱਚੋਂ ਬਹੁਤੇ ਬੰਦੇ ਤਾਂ ਸਾਡੇ ਨੇ ਜਿਹੜੇ ਕਿ ਸਿਆਸੀ ਪਾਰਟੀ ਦਾ ਲੇਬਲ ਲਾ ਕੇ ਨਹੀਂ ਗਏ, ਆਮ ਪੰਜਾਬੀ ਦੇ ਤੌਰ ਦੇ ਉੱਤੇ ਦਿੱਲੀ 'ਚ ਗਏ ਹੋਏ ਨੇ। ਇਹ ਸਟੇਟਮੈਂਟਾਂ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਨੇ ਦਿੱਤੀਆਂ। ਹੁਣ ਤੁਸੀਂ ਦੇਖੋ ਗੱਲ ਕਿੱਥੇ ਤੱਕ ਜਾਂਦੀ ਹੈ, ਸੌਖਾ ਨਹੀਂ ਹੈ। ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਕੂੰਡਾ ਘੋਟਣਾ ਕਿੱਦਾਂ ਕੱਢਿਆ ਸਾਰਿਆਂ ਨੇ। ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕੋ ਹੀ ਦਿਨ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਹਾਜ਼ਰੀ, ਇੱਕ ਦਿਨ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਪਾਰਟੀ ਸ਼ਾਮਲ ਕਰਾਇਆ, ਦੂਸਰੇ ਦਿਨ ਬਠਿੰਡੇ ਦੇ ਨਾਲ ਸੰਬੰਧਿਤ ਭਾਰਤੀ ਜਨਤਾ ਪਾਰਟੀ ਦੇ 10 ਲੀਡਰ ਇੱਕੋ ਹੀ ਹੱਲੇ ਸ਼ਾਮਲ ਕਰਾ ਲਏ। ਉਹਦੇ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਇੱਕ ਬਿਆਨ ਆਉਂਦਾ ਹੈ, ਬਹੁਤ ਇੰਪੋਰਟੈਂਟ ਹੈ। ਉਹ ਕਹਿੰਦੇ ਰਾਹੁਲ ਗਾਂਧੀ ਡਰਾਮੇ ਕਰਦਾ ਹੈ। ਰਾਹੁਲ ਗਾਂਧੀ ਬਿਲਕੁਲ ਡਰਾਮੇ ਕਰਦਾ ਹੈ, ਕਿਉਂਕਿ ਕਾਂਗਰਸ ਦਾ ਲੀਡਰ ਹੈ, ਕਾਂਗਰਸ ਦੀ ਪੰਜਾਬ 'ਚ ਸਰਕਾਰ ਹੈ। ਹੁਣ ਤੁਸੀਂ ਦੇਖੋ ਕਿ ਇੱਕ ਪਾਸੇ ਕਿਸਾਨ ਅੰਦੋਲਨ ਹੈ, ਦੂਜੇ ਪਾਸੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੀ ਸਰਗਰਮੀ ਕੀ ਹੈ। ਉਹ ਕਹਿੰਦੇ ਰਾਹੁਲ ਗਾਂਧੀ ਨੂੰ ਅੱਜ ਹੇਜ ਆਉਂਦਾ ਹੈ ਕਿ ਦਿੱਲੀ ਦੇ ਵਿੱਚ ਬੈਠੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕਿਸੇ ਵਾਦ ਦੇ ਨਾਲ ਕਿਉਂ ਜੋੜਿਆ ਜਾ ਰਿਹਾ, ਖਾਲਿਸਤਾਨ ਦੇ ਨਾਲ ਕਿਉਂ ਜੋੜਿਆ ਜਾ ਰਿਹਾ। ਉਹ ਕਹਿੰਦੇ ਚੇਤਾ ਭੁੱਲ ਗਿਆ ਰਾਹੁਲ ਗਾਂਧੀ ਦੀ ਦਾਦੀ ਨੇ ਕੀ ਕੀਤਾ ਸੀ। ਰਾਹੁਲ ਗਾਂਧੀ ਦੇ ਜੇ ਕੋਲ ਇਸ ਗੱਲ ਦਾ ਜਵਾਬ ਹੈਗਾ ਤਾਂ ਕਿਸਾਨਾਂ ਦੀ ਗੱਲ ਕਰੇ, ਤਾਂ ਕਿਸਾਨਾਂ ਤੇ ਲੱਗਦੇ ਇਲਜ਼ਾਮਾਂ ਦੀ ਗੱਲ ਕਰੇ, ਨਹੀਂ ਤਾਂ ਰਾਹੁਲ ਗਾਂਧੀ ਨੂੰ ਭੋਰਾ ਹੱਕ ਨਹੀਂ। ਲੋਕ ਪਿੰਡਾਂ 'ਚੋਂ ਰਸਦ ਇਕੱਠੀ ਕਰ ਰਹੇ ਆ, ਲੋਕ ਪਿੰਡਾਂ 'ਚੋਂ ਟਰਾਲੀਆਂ ਲਿਜਾਣ ਦੀ ਕੋਸ਼ਿਸ਼ ਕਰ ਰਹੇ ਆ, ਕਈਆਂ ਨੂੰ ਡੇਢ ਮਹੀਨਾ ਹੋ ਗਿਆ ਵਾਪਸ ਘਰੇ ਨਹੀਂ ਆਏ, ਦਿੱਲੀ ਬੈਠੇ ਆ। ਤੇ ਇਧਰਲੇ ਪਾਸੇ ਸਿਆਸੀ ਤੌਰ ਦੇ ਉੱਤੇ ਚੌਂਕੇ ਦੇ ਕੋਲੇ ਛੱਜ ਤੇ ਛੱਜ ਚੱਕਿਆ ਹੋਇਆ। ਨਹੀਂ ਛੱਜ ਚੱਕਿਆ, ਛੱਜ 'ਚ ਦਾਣੇ ਪਾ ਕੇ ਜਿਹੜਾ ਛੁਰੀਆਂ ਵਾਲਾ ਪੱਖਾ ਲਾਇਆ ਉਧਰਲੇ ਪਾਸੇ, ਇੱਦਾਂ ਇੱਕ ਛੱਜ ਫੜਾਇਆ ਜਾ ਰਿਹਾ, ਇੱਦਾਂ ਕਰਕੇ ਛੱਜ ਹਿਲਾਇਆ ਜਾ ਰਿਹਾ, ਛੁਰੀਆਂ ਵਾਲਾ ਪੱਖਾ ਡਾ ਰਿਹਾ। ਇੱਕ ਅਗਲੇ ਪਾਸੇ ਬੰਦਾ ਝਾੜੂ ਫੜਾ ਕੇ ਖੜਾ ਕੀਤਾ, ਝਾੜੂ ਦੂਸਰਾ ਆਮ ਆਦਮੀ ਪਾਰਟੀ ਵਾਲਾ ਨਹੀਂ, ਆਮ ਝਾੜੂ ਬੌਕਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਵੀ ਤੂੰ ਮੱਠੀਆਂ ਘੁੰਡੀਆਂ ਪਾਸੇ ਕਰੀ ਜਾਈਂ, ਉਸ ਤੋਂ ਬਾਅਦ ਇਹਨਾਂ ਦਾਣਿਆਂ ਨੂੰ ਆਪਾਂ ਫਿਰ ਦੇਖ ਲਾਂਗੇ, ਪਹਿਲਾਂ ਸਾਫ਼ ਕੱਢ ਲਈਏ। ਇਹ ਜਿਹੜੀ ਚੀਜ਼ ਇਸ ਵਕਤ ਚੱਲਦੀ ਪਈ, ਇਹਦੇ 'ਚ ਦੋ ਚੀਜ਼ਾਂ ਹੋਰ ਆਪਾਂ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸੋਂ ਐਡ ਕਰ ਦਈਏ। ਇੱਕ ਤੇ ਵੱਡੇ ਬਾਦਲ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਬਜ਼ੁਰਗ ਸਿਆਸਤਦਾਨ ਨੇ, 5 ਵਾਰ ਦੇ ਮੁੱਖ ਮੰਤਰੀ ਪੰਜਾਬ ਦੇ, ਉਹਨਾਂ ਦਾ ਜਿਹੜਾ ਪਦਮ ਵਿਭੂਸ਼ਣ ਸਨਮਾਨ ਵਾਪਸ ਕਰਨ ਵਾਲਾ ਕੰਮ ਸੀ, ਆਪਾਂ ਉਹਨੂੰ ਭੁੱਲ ਨਾ ਜਾਈਏ, ਕਿਉਂਕਿ ਉਸ ਤੋਂ ਬਾਅਦ ਜਿਸ ਤਰ੍ਹਾਂ ਪੂਰੀ ਮੁਹਿੰਮ ਚੱਲੀ, ਬਹੁਤ ਸਾਰੇ ਲੋਕਾਂ ਨੇ ਆਪਣੇ ਸਨਮਾਨ ਵਾਪਸ ਕੀਤੇ। ਉਸ ਚੀਜ਼ ਨੂੰ ਵੀ ਤਾਂ ਆਪਾਂ ਨੂੰ ਯਾਦ ਕਰਨਾ ਪਊਗਾ, ਕਿਉਂਕਿ ਹੁਣ ਆਪਾਂ ਨਾ ਕਰੀਏ, ਕੱਲ੍ਹ ਨੂੰ ਅਕਾਲੀ ਦਲ ਦੀਆਂ ਰੈਲੀਆਂ ਦੇ ਵਿੱਚ ਉਹ ਸਾਰੇ ਬਿਆਨ ਆਉਣੇ ਨੇ, ਫਿਰ ਉਦੋਂ ਆਪਾਂ ਨੂੰ ਦੱਸਣਾ ਪੈਣਾ। ਸੋ ਇਹ ਵੀ ਸੁਣਨ ਦੇ ਲਈ ਤਿਆਰ ਰਿਹਾ ਜਾਵੇ ਕਿ ਆਉਣ ਵਾਲੇ ਸਮੇਂ 'ਚ ਇਹ ਚੀਜ਼ ਹੋਏਗੀ। ਇੱਕ ਚੀਜ਼ ਮੈਂ ਹੋਰ ਕੁਝ ਦਿਨਾਂ ਤੋਂ ਕਹਿ ਰਿਹਾ, ਅਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ
ਕਿ ਇੱਕ ਅਸਤੀਫਾ ਆ ਗਿਆ, ਇੱਕ ਅਸਤੀਫਾ ਜੇ ਹੋਰ ਆਉਣਾ, ਉਹ ਆਉਣਾ ਅਸਤੀਫਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਐਜ਼ ਏ ਮੈਂਬਰ ਪਾਰਲੀਮੈਂਟ ਉਹਨਾਂ ਨੇ ਕੇਂਦਰ ਤੋਂ ਅਸਤੀਫਾ ਦੇਣਾ। ਉਹ ਜਿਹੜਾ ਅਸਤੀਫਾ ਉਹਦੇ 'ਚ ਕਿਹਾ ਇਹ ਜਾਏਗਾ ਕਿ ਦੇਖੋ ਜੀ ਇਹ ਕੇਂਦਰ ਵਾਲੀ ਸਰਕਾਰ ਹੈ, ਇਹਨੇ ਕੁਛ ਨਹੀਂ ਕੀਤਾ, ਇਹਨੇ ਕਿਸਾਨਾਂ ਨਾਲ ਇਹ ਕਰਤਾ ਉਹ ਕਰਤਾ, ਅਸੀਂ ਪਹਿਲਾਂ ਮੰਤਰੀ ਦਾ ਅਹੁਦਾ ਛੱਡਿਆ ਸੀ, ਫਿਰ ਅਸੀਂ ਗੱਠਜੋੜ ਤੋੜਿਆ, ਆਹ ਚੱਕੋ ਫਿਰ ਮੈਂ ਉੱਥੋਂ ਅਸਤੀਫਾ ਵੀ ਦੇ ਕੇ ਆ ਗਿਆ ਤੁਹਾਡੇ ਨਾਲ, ਆਪਾਂ ਤਾਂ ਤੁਹਾਡੇ ਨਾਲ ਖੜੇ, ਫਿਰ ਠੀਕ ਆ ਲੜਾਈ ਹੁਣ ਪੰਜਾਬ ਵਾਲੇ ਪਾਸਿਓਂ ਆਪਾਂ ਦਿੱਲੀ ਦੇ ਨਾਲ ਲੜਨੀ ਆ, ਦਿੱਲੀ ਦੇ ਅਹੁਦਿਆਂ 'ਚ ਕੁਝ ਨਹੀਂ ਰੱਖਿਆ। ਇਹ ਜਦੋਂ ਚੀਜ਼ਾਂ ਆਉਣ ਵਾਲੇ ਸਮੇਂ 'ਚ ਹੋਣੀਆਂ ਨੇ ਉਦੋਂ ਬਹੁਤ ਸਾਰੇ ਲੋਕਾਂ ਦਾ ਧਿਆਨ, ਕਿਉਂਕਿ ਪੰਜਾਬ ਦੇ ਵਿੱਚ ਹੀ ਉਹਨਾਂ ਦਾ ਕਾਡਰ ਹੈ, ਉਹਨਾਂ ਦੇ ਵਰਕਰ ਨੇ, ਉਹਨਾਂ ਦੇ ਸਪੋਰਟਰ ਨੇ। ਸ਼੍ਰੋਮਣੀ ਅਕਾਲੀ ਦਲ ਕੋਈ ਅੱਜ ਦੀ ਪਾਰਟੀ ਤਾਂ ਹੈ ਨਹੀਂ, ਇੱਕ ਸਦੀ ਪੁਰਾਣੀ ਪਾਰਟੀ ਹੈ, ਅਤੇ ਇੱਕ ਸਦੀ ਪੁਰਾਣੀ ਪਾਰਟੀ ਦੀ ਪੀੜ੍ਹੀਆਂ ਤੋਂ ਜਿਹੜੀ ਸਪੋਰਟ ਕਰਨ ਵਾਲੇ ਲੋਕ ਨੇ, ਉਹਨਾਂ ਲੋਕ ਮਨਾਂ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਪ੍ਰਭਾਵ ਜਾਏਗਾ ਕਿ ਪਦਮ ਵਿਭੂਸ਼ਣ ਵੱਡੇ ਬਾਦਲ ਸਾਹਿਬ ਨੇ ਮੋੜ ਦਿੱਤਾ, ਪਹਿਲਾਂ ਬੀਬੀ ਜੀ ਨੇ ਅਸਤੀਫਾ ਦੇਤਾ, ਫਿਰ ਬਾਦਲ ਸਾਹਿਬ ਛੋਟੇ ਨੇ ਅਸਤੀਫਾ ਦੇਤਾ। ਦੇਖੋ ਜੀ ਇਹ ਤਾਂ ਹੁਣ ਅਕਾਲੀ ਦਲ ਹੀ ਹੈ ਜਿਹੜਾ ਬਚਾ ਸਕਦਾ। ਇਹ ਚੀਜ਼ਾਂ ਵੀ ਇੱਕ ਪਾਸੋਂ ਇੱਕ ਪੋਲੀਟੀਕਲ ਪਾਰਟੀ ਨੇ ਆਪਣੇ ਤੌਰ ਦੇ ਉੱਪਰ ਪੇਸ਼ ਕਰਨੀਆਂ, ਅਤੇ ਫਿਰ ਉਹਨਾਂ ਚੀਜ਼ਾਂ ਦਾ ਅਸਰ ਪੰਜਾਬ ਦੇ ਲੋਕਾਂ 'ਤੇ ਹੋਣਾ। ਬਿਲਕੁਲ ਹੋਊਗਾ ਜੀ। ਪਿਛਲੇ ਦਿਨਾਂ ਦੇ ਵਿੱਚ ਟਰੈਕਟਰ ਮਾਰਚ ਵੀ ਕੀਤਾ, ਯੂਥ ਅਕਾਲੀ ਦਲ ਦੀ ਜਿਹੜੀ ਹੈ ਉਹ ਲੀਡਰਸ਼ਿਪ ਦੇ ਹੇਠ ਟਰੈਕਟਰ ਮਾਰਚ, ਸੈਂਕੜੇ ਟਰੈਕਟਰ ਉਹਦੇ ਵਿੱਚ ਸ਼ਾਮਲ ਸੀ। ਇਹਦੇ ਤੋਂ ਇਲਾਵਾ ਤੁਸੀਂ ਦੇਖੋ ਥਾਂ ਥਾਂ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ। ਸੁਖਬੀਰ ਸਿੰਘ ਬਾਦਲ ਹੋਰੀ ਘਰ ਨਹੀਂ ਬਹਿ ਰਹੇ। ਕਿਉਂ ਨਹੀਂ ਬੈਠ ਰਹੇ? ਇੱਕ ਪਾਸੇ ਜਿੱਥੇ ਕਿਸਾਨਾਂ ਨੂੰ ਲੱਗਦਾ ਕਿ ਭਾਈ ਅਸੀਂ ਹੁਣ ਇੱਥੋਂ ਉੱਠਣਾ ਨਹੀਂ, ਅਸੀਂ ਆਪਣੇ ਹੱਕ ਲੈ ਕੇ ਉੱਠਣਾ, ਉੱਥੇ ਪੋਲੀਟੀਕਲ ਲੀਡਰਾਂ ਦੇ ਕੋਲੇ ਵੀ ਇੱਕ ਕੈਲੰਡਰ ਹੁੰਦਾ, ਪਰ ਤੁਹਾਨੂੰ ਭੁਲੇਖਾ ਹੋਊਗਾ ਜੇ ਤੁਹਾਨੂੰ ਲੱਗੂਗਾ ਕਿ ਉਹ ਕੈਲੰਡਰ 1 ਜਨਵਰੀ ਤੋਂ ਸ਼ੁਰੂ ਹੋ ਕੇ ਤੇ 31 ਦਸੰਬਰ ਤੱਕ ਹੁੰਦਾ। ਬਿਲਕੁਲ ਨਹੀਂ। ਉਹ ਕੈਲੰਡਰ 5 ਸਾਲਾਂ ਦਾ ਹੁੰਦਾ। ਐਡਾ ਕੈਲੰਡਰ ਆਮ ਲੋਕਾਂ ਦੇ ਕੋਲੇ ਹੁੰਦਾ ਹੀ ਨਹੀਂ, ਨਾ ਤੁਹਾਡੇ ਕੋਲੇ ਐਡੀ ਕੋਈ ਕੰਧ ਹੁੰਦੀ ਹੈ ਜਿੱਥੇ 5 ਸਾਲਾਂ ਦਾ ਕੈਲੰਡਰ ਇਕੱਠਾ ਲੱਗ ਜਾਵੇ। ਉਹ 5 ਸਾਲਾਂ ਦਾ ਕੈਲੰਡਰ ਹੁੰਦਾ ਕਿ ਅੱਜ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਇਹਦੇ ਤੋਂ ਬਾਅਦ 5 ਸਾਲ ਕਦੋਂ ਮੁੱਕਣੇ ਆ ਤਾਂ ਅਗਲੀਆਂ ਵੋਟਾਂ ਪੈਣੀਆਂ। ਕਿਸੇ ਵੀ ਬੰਦੇ ਨੂੰ ਇਸ ਗੱਲ ਦਾ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜੇ, ਮੈਂ ਦੁਬਾਰਾ ਕਹਿਣਾ, ਕਿ ਜੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਮਿੱਥੇ ਸਮੇਂ ਤੇ ਹੋਈਆਂ ਤਾਂ ਸਿਰਫ 12.5 ਮਹੀਨੇ ਰਹਿ ਗਏ ਆ। ਜਾਣੀ ਕਿ 1 ਸਾਲ ਬਾਅਦ ਜਦੋਂ ਅਸੀਂ ਇੱਥੇ ਖਲੋਤੇ ਹੋਣਾ ਤਾਂ ਵੋਟਾਂ ਪੈਣ 'ਚ 15-16 ਦਿਨ ਹੀ ਬਾਕੀ ਹੋਣੇ ਆ। 1 ਸਾਲ ਕੁਝ ਵੀ ਨਹੀਂ ਹੁੰਦਾ। ਪੰਜਾਬ ਦੇ 117 ਹਲਕੇ ਆ, 13,000 ਪਿੰਡ ਆ, 150 ਤੋਂ ਵੱਧ ਸ਼ਹਿਰ ਨੇ। ਉਹਨਾਂ ਸਾਰਿਆਂ 'ਚ ਜਾ ਕੇ ਪ੍ਰਚਾਰ ਕਰਨਾ ਹੋਵੇ। ਹੁਣ ਅਕਾਲੀ ਦਲ ਦੀ ਰਣਨੀਤੀ ਤੇ ਵੀ ਹੈ। ਤੁਸੀਂ ਦੇਖੋ ਕਿ ਇੱਕ ਬਹੁਤ ਵੱਡਾ ਪੈਂਤੜਾ ਕਿ ਜਿਹੜੇ 23 ਵਿਧਾਨ ਸਭਾ ਹਲਕਿਆਂ ਤੋਂ ਭਾਰਤੀ ਜਨਤਾ ਪਾਰਟੀ ਚੋਣ ਲੜਦੀ ਸੀ, ਸੁਖਬੀਰ ਸਿੰਘ ਬਾਦਲ ਸਾਹਿਬ ਤੇ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਉੱਥੇ ਜਾ ਰਹੀ ਹੈ। ਉੱਥੋਂ ਭਾਰਤੀ ਜਨਤਾ ਪਾਰਟੀ ਦਾ ਜਾਂ ਹੋਰ ਕਿਸੇ ਪਾਰਟੀ ਦਾ ਕੋਈ ਨਾ ਕੋਈ ਲੀਡਰ ਆਪਣੀ ਪਾਰਟੀ 'ਚ ਸ਼ਾਮਲ ਕਰਾਇਆ ਜਾ ਰਿਹਾ ਹੈ ਕਿ ਜੇ ਭਲਕ ਨੂੰ ਇਹਨਾਂ ਹਲਕਿਆਂ ਤੋਂ ਚੋਣ ਲੜਨੀ ਪਈ ਤਾਂ ਆਪਾਂ ਉਮੀਦਵਾਰ ਦੇ ਰੂਪ ਦੇ ਵਿੱਚ ਗੋਟੀਆਂ ਆਪਣੀਆਂ ਪਹਿਲਾਂ ਫਿੱਟ ਕਰਕੇ ਰੱਖੀਏ। ਤੇ ਸਭ ਤੋਂ ਵੱਡੀ ਗੱਲ, ਸੰਧਾਲੀਆ ਸਾਹਿਬ ਇੱਕ ਵਾਰੀ ਪੰਜਾਬ ਦੇ ਵਿੱਚ ਗੱਠਜੋੜ ਹੋਇਆ ਸੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ, ਜਿੱਤੇ ਵੀ ਸੀ, ਲੋਕ ਸਭਾ ਦੀਆਂ ਚੋਣਾਂ ਅਗਲੀਆਂ ਲੜੀਆਂ ਸੀ। ਹੁਣ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਕਦੇ ਨਹੀਂ ਕਿਹਾ ਕਿ ਭਾਈ ਅਸੀਂ ਗੱਠਜੋੜ ਨਹੀਂ ਕਰਨਾ, ਤੇ ਮੋਹਰਿਓ ਜਿਸ ਤਰੀਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਬਾਰ-ਬਾਰ ਕਹਿੰਦੇ ਆ ਕਿ ਗੱਠਜੋੜ ਲਈ ਦਰਵਾਜ਼ੇ ਖੁੱਲ੍ਹੇ ਆ, ਗੱਲਬਾਤ ਸਾਡੀ ਚੱਲ ਰਹੀ ਹੈ, 1-2 ਪੜਾਅ ਅੱਗੇ ਹੋ ਗਏ ਆ, ਆਖਰੀ ਪੜਾਅ ਦੇ ਉੱਤੇ ਹੈ। ਹੋ ਸਕਦਾ ਹੈ ਕਿ ਕਿਸੇ ਵੀ ਵੇਲੇ ਜਦੋਂ ਲੱਗਿਆ ਸਿਆਸੀ ਪਾਰਟੀਆਂ ਨੂੰ ਕਿ ਵਿਧਾਨ ਸਭਾ ਚੋਣਾਂ ਦੇ ਲਈ ਐਨ ਚੁੱਲ੍ਹਾ ਗਰਮ ਹੈ, ਤਵਾ ਉੱਪਰ ਰੱਖਿਆ, ਉਸੇ ਵੇਲੇ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸੰਭਾਵੀ ਗੱਠਜੋੜ ਦੀ ਰੋਟੀ ਜਿਹੜੀ ਆ ਤਵੇ ਤੇ ਰੱਖ ਕੇ ਬਕਾਇਦਾ ਐਲਾਨ ਕਰ ਦਿੱਤਾ ਜਾਵੇ ਕਿ ਭਾਈ ਚੋਣਾਂ ਇਦਾਂ ਲੜ ਹੁੰਦੀਆਂ। ਨਹੀਂ, ਇਹ ਤਾਂ ਐਲਾਨ ਬਾਕੀ ਹੈ। ਐਲਾਨ ਦਾ ਕਰਕੇ ਹੀ ਹੈ। ਮੈਂ ਜ਼ਿਕਰ ਕਰਦੇ ਹਾਂ ਕਿ ਤੁਸੀਂ ਲੰਘੇ ਦਿਨਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਜ਼ਰੂਰ ਪੜ੍ਹ ਸੁਣ ਲਿਆ ਹੋਣਾ, ਹੋ ਸਕਦਾ ਪੰਜਾਬ ਸਰਕਾਰ ਵੱਲੋਂ ਮਸ਼ਹੂਰੀਆਂ ਵੀ ਦੇਖ ਲਈਆਂ ਹੋਣ, ਜਿਹਦੇ 'ਚ ਉਹਨਾਂ ਨੇ ਬੜਾ ਫਿਕਰ ਜ਼ਾਹਰ ਕੀਤਾ ਸੀ। ਉਹ ਕਹਿੰਦੇ ਵੀ ਇਸ ਤਰ੍ਹਾਂ ਥੋੜ੍ਹਾ ਹੁੰਦਾ, ਪੰਜਾਬ ਦੇ ਵਿੱਚ ਜਿਹੜੇ ਐਸਸੀ ਭਾਈਚਾਰੇ ਦੇ ਬੱਚੇ ਨੇ ਉਹਨਾਂ ਦੇ ਨਾਲ ਧੱਕਾ ਕਿੱਦਾਂ ਹੋ ਜਾਊਗਾ? ਜੇ ਉਹ ਪੜ੍ਹੇ ਨੇ ਤੇ ਤੁਸੀਂ ਕਹਿੰਦੇ ਉਹਨਾਂ ਨੂੰ ਡਿਗਰੀ ਨਹੀਂ ਦੇਣੀ। ਕਿਹੜਾ ਕਾਲਜ ਵਾਲਾ ਕਹਿੰਦਾ ਵੀ ਅਸੀਂ ਡਿਗਰੀ ਨਹੀਂ ਦੇਣੀ? ਡਿਗਰੀਆਂ ਤੱਟ-ਫੱਟ ਦਿੱਤੀਆਂ ਜਾਣਗੀਆਂ। ਹਾਂ, ਜਿਹੜੀ ਕੋਈ ਰੌਲੇ ਰੱਪੇ ਵਾਲੀ ਗੱਲ ਹੈ ਉਹ ਕਾਲਜ ਦੇ ਵਿੱਚ ਜਾਂ ਉਸ ਅਦਾਰੇ ਤੇ ਸਰਕਾਰ ਦੇ ਵਿੱਚ ਹੈ, ਉਹ ਅਸੀਂ ਆਪੇ ਨਜਿੱਠ ਲਾਂਗੇ। ਜਿਹੜਾ ਕੋਈ ਬਕਾਇਆ ਦੇਣ ਵਾਲਾ ਅਸੀਂ ਦੇ ਦਿਆਂਗੇ, ਪਰ ਜਵਾਕ ਦਾ ਜਿਹੜਾ ਭਵਿੱਖ ਹੈ ਉਹਦੇ ਤੇ ਅਸੀਂ ਆਂਚ ਨਹੀਂ ਆਉਣ ਦਿੰਦੇ। ਦੇਖੋ, ਇਹ ਗੱਲ ਉਦੋਂ ਹੋ ਰਹੀ ਆ ਜਦੋਂ ਹੁਣੇ ਬਾਠ ਸਾਹਿਬ ਨੇ ਜ਼ਿਕਰ ਕੀਤਾ ਕਿ ਅਕਾਲੀ ਦਲ ਨਵਾਂ ਭਾਈਵਾਲ ਲੱਭ ਰਿਹਾ, ਤੇ ਇਹ ਗੱਲ ਉਦੋਂ ਵੀ ਹੋ ਰਹੀ ਆ ਜਦੋਂ ਹੋ ਸਕਦਾ ਕਨਸੂਆਂ ਪਹੁੰਚ ਗਿਆ ਹੋਣ ਕਿ ਪੰਜਾਬ ਸਰਕਾਰ ਦੇ ਵਿੱਚ ਇੱਕ ਮੰਤਰੀ ਨੇ ਸਾਧੂ ਸਿੰਘ ਧਰਮਸੋਤ ਹੋਰੀ, ਜਿਨ੍ਹਾਂ ਦੇ ਪਿਛਲੇ ਦਿਨਾਂ ਦੇ ਵਿੱਚ ਕਿਹੜੀਆਂ ਖਬਰਾਂ ਕਿੱਧਰੋਂ ਕਿੱਦਾਂ ਜੁੜੀਆਂ ਸੀ, ਉਹ ਸਾਰੇ ਕੁਝ ਦੇ ਰਿਕਾਰਡ ਉਹਨਾਂ ਨੇ ਬਣਾ ਲਏ ਹੋਣੇ ਆ, ਫੋਟੋਆਂ ਸਾਂਭ ਲਈਆਂ ਹੋਣੀਆਂ, ਵੀਡੀਓ ਐਡਿਟ ਕਰਕੇ ਰੱਖ ਲਈਆਂ ਹੋਣੀਆਂ ਵੀ ਇੰਨੀ ਕੀ ਚਲਾਉਣੀਆਂ ਲੋਕਾਂ ਦੇ ਸਾਹਮਣੇ। ਇਹ ਉਦੋਂ ਦੀਆਂ ਘਟਨਾਵਾਂ ਨੇ। ਇਸ ਕਰਕੇ ਮੈਂ ਤਾਂ ਜ਼ਿਕਰ ਕਰ ਰਿਹਾ, ਜਾਂ ਸਾਡੇ ਇਸ ਪ੍ਰੋਗਰਾਮ ਦਾ ਜ਼ਿਕਰ ਕਰਨ ਦਾ ਕਾਰਨ ਇਹ ਆ ਕਿ ਸਾਰਾ ਧਿਆਨ ਆਪਾਂ ਦਿੱਲੀ ਵਾਲੇ ਅੰਦੋਲਨ ਨਾਲ ਹੀ ਨਾ ਲਾਈਏ,
ਉਸ ਅੰਦੋਲਨ ਦੇ ਪਿੱਛੇ ਇੱਧਰ ਕਿਹੜੇ ਤੰਬੂ ਕਨਾਤਾਂ ਲਾਏ ਜਾ ਰਹੇ ਨੇ ਤਾਂ ਜੋ ਜਦੋਂ ਉੱਥੋਂ ਪੰਜਾਬ ਨੂੰ ਵਾਪਸ ਲੋਕ ਆਉਣ ਤੇ ਉਹਨਾਂ ਨੂੰ ਫਿਰ ਕਿਵੇਂ ਕਿਸੇ ਨੂੰ ਅਕਾਲੀ, ਕਿਸੇ ਨੂੰ ਕਾਂਗਰਸੀ, ਕਿਸੇ ਨੂੰ ਬਸਪਾ ਵਾਲਾ, ਕਿਸੇ ਨੂੰ ਭਾਜਪਾ ਵਾਲਾ, ਕਿਸੇ ਨੂੰ ਫਲਾਣੇ ਵਾਲਾ, ਕਿਸੇ ਨੂੰ ਟਿਮਕੇ ਵਾਲਾ, ਇਹ ਬਣਾ ਕੇ ਤੇ ਆਪੋ ਆਪਣੇ ਡੱਬਿਆਂ 'ਚ ਵੋਟਾਂ ਪਵਾਈਆਂ ਜਾਣ, ਉਹਦੀ ਤਿਆਰੀ ਚੱਲ ਰਹੀ। ਦੇਖੋ ਇੱਕ ਗੱਲ ਤਾਂ ਪੱਕੀ ਆ, ਵੋਟਾਂ ਤਾਂ ਪੈਣੀਆਂ, ਵਿਧਾਨ ਸਭਾ ਦੀਆਂ ਚੋਣਾਂ ਤਾਂ ਹੋਣਗੀਆਂ, ਪ੍ਰੋਸੈਸ ਹੈ, ਪ੍ਰਕਿਰਿਆ ਹੈ, ਉਹਦੇ ਵਿੱਚੋਂ ਦੀ ਲੰਘਣਾ ਪੈਣਾ। ਤੇ ਇਸ ਗੱਲ ਤੋਂ ਵੀ ਅਸੀਂ ਇਨਕਾਰ ਨਹੀਂ ਕਰ ਸਕਦੇ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਦਾ ਅਸੀਂ ਅੱਜ ਜ਼ਿਕਰ ਕਰਨਾ, ਇਹੀ ਪੰਜਾਬ 'ਚ ਮੁੱਖ ਹੋਣਗੀਆਂ, ਇਹਨਾਂ ਨੇ ਬੰਦੇ ਖੜੇ ਕਰਨੇ ਆ। ਪਰ ਵੱਖ-ਵੱਖ ਸਿਆਸੀ ਪਾਰਟੀਆਂ ਕੀ ਕਰ ਰਹੀਆਂ ਨੇ ਪੰਜਾਬ 'ਚ, ਇੱਕ ਤਾਂ ਦੱਸਣ ਦਾ ਮਕਸਦ ਇਹ ਹੈ ਕਿ ਜਿਹੜੇ ਲੋਕ ਇਸ ਵੇਲੇ ਅੰਦੋਲਨ 'ਚ ਬੈਠੇ ਉਹਨਾਂ ਨੂੰ ਲੱਗਦਾ ਕਿ ਆਪਣਾ ਆਪ ਸਭ ਕੁਝ ਪਰੇ ਕੀਤਾ, ਲੋਕਾਂ ਦੇ ਲਈ ਅੰਦੋਲਨ ਦੇ ਵਿੱਚ ਜਾਣਾ ਹੈ, ਉਹ ਪੰਜਾਬ 'ਚ ਹੁੰਦੀਆਂ ਸਰਗਰਮੀਆਂ ਤੇ ਪੋਲੀਟੀਕਲ ਪਾਰਟੀਆਂ ਦੁਆਰਾ ਕੀਤੀਆਂ ਜਾ ਰਹੀਆਂ ਤਿਆਰੀਆਂ ਤੇ ਵੀ ਨਜ਼ਰ ਰੱਖਣ ਕਿ ਕੌਣ ਨਾਲ ਖਲੋਤਾ ਕੌਣ ਨਹੀਂ। ਦੂਸਰੀ ਗੱਲ, ਉਹਨਾਂ ਦਾ ਢੰਗ ਤਰੀਕਾ ਉਹੀ ਹੈ, ਸਿਆਸੀ ਪਾਰਟੀਆਂ ਦੇ ਕੋਲੇ ਫਾਰਮੂਲਾ ਪੁਰਾਣਾ ਹੀ ਹੈ ਕਿ ਲੜੂ ਦਿਓ, ਆਪਦੀਆਂ ਵੋਟਾਂ ਪੱਕੀਆਂ ਕਰ ਲਓ, ਇਹਦੇ ਨਾਲ ਨਹੀਂ ਸੂਤ ਆਉਂਦਾ ਇਹਦੇ ਨਾਲ ਗੱਠਜੋੜ ਕਰ ਲਓ, ਉਹਦੇ ਨਾਲ ਨਹੀਂ ਸੂਤ ਆਉਂਦਾ ਪਹਿਲਿਆਂ ਦੇ ਕੋਲੇ ਦੁਬਾਰਾ ਚਲੇ ਜਾਓ। ਇੱਥੇ ਪਾਰਟੀ ਦੇ ਕੋਲੇ ਕੋਈ ਬੰਦਾ ਹੈ ਨਹੀਂ, ਦੂਜੀ ਪਾਰਟੀ 'ਚੋਂ ਪੱਟ ਕੇ ਲੈ ਆਓ, ਜੇ ਬੰਦਾ ਕਮਜ਼ੋਰ ਆ ਤੇ ਕੋਈ ਗੱਲ ਨਹੀਂ, ਮਜ਼ਬੂਤ ਦੂਜੇ ਪਾਸੇ ਆ, ਸਾਨੂੰ ਵਿਚਾਰਧਾਰਾ ਦੇ ਨਾਲ ਕੀ, ਸਾਨੂੰ ਵਾਦ ਦੇ ਨਾਲ ਕੀ, ਬੰਦਾ ਆਉਣਾ ਚਾਹੀਦਾ, ਸੀਟ ਜਿੱਤਣੀ ਚਾਹੀਦੀ ਆ, ਬਾਕੀ ਸਾਰੀਆਂ ਗੱਲਾਂ ਗਾਂ। ਹੁਣ ਸੰਧਾਲੀਆ ਸਾਹਿਬ, ਆਪਾਂ ਅਗਲੇ ਪਾਸੇ ਨੂੰ ਭੋਰਾ ਤੁਰੀਏ ਤੇ ਸੱਤਾਧਾਰੀ ਕਾਂਗਰਸ ਦੀ ਗੱਲ ਕਰਨੀ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ ਜੀ। ਹੁਣ ਕਾਂਗਰਸ ਪਾਰਟੀ ਨੇ ਬੜੀ ਛੇਤੀ ਮੰਤਰੀ ਮੰਡਲ ਦੀਆਂ ਮੀਟਿੰਗਾਂ ਹੋਣ ਲੱਗ ਪਈਆਂ। ਕੈਪਟਨ ਅਮਰਿੰਦਰ ਸਿੰਘ ਫੇਸਬੁੱਕ ਦੇ ਉੱਤੇ ਲਾਈਵ ਹੁੰਦੇ ਆ, ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆ। ਹਰ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਨਵੀਂ ਯੋਜਨਾ ਹੁੰਦੀ ਹੈ। ਇੰਨੇ ਲੱਖ ਮੋਬਾਈਲ ਫੋਨ ਵੰਡ ਦਿੱਤੇ ਜੀ, ਸਮਾਰਟ ਕਨੈਕਟ ਪੰਜਾਬ ਦੀ ਇੱਕ ਯੋਜਨਾ, ਘਰ ਜਿਹੜੇ ਬੇਘਰੇ ਨੇ ਉਹਨਾਂ ਨੂੰ ਦੇਣੇ ਆ ਜੀ, ਕਿਸਾਨਾਂ ਦੇ ਨਾਲ ਖਲੋਤੇ ਆ ਜੀ, ਕੁਰਬਾਨੀਆਂ ਦੇਣ ਵਾਲੇ ਕਿਸਾਨਾਂ ਨੂੰ ਅਸੀਂ ਸ਼ਰਧਾਂਜਲੀ ਭੇਂਟ ਕਰਦੇ ਆ ਜੀ, ਰਾਜ ਭਵਨ ਦਾ ਅਸੀਂ ਘਿਰਾਓ ਕਰਦੇ ਆ ਜੀ। ਇਹਦੇ ਤੋਂ ਇਲਾਵਾ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਵੀ ਕਾਂਗਰਸ ਪਾਰਟੀ ਦੇ ਕੁਝ MLA ਤੇ MP ਲਗਾਤਾਰ ਬੈਠੇ ਆ। ਇਹਦੇ ਨਾਲ ਜਿਸ ਤਰੀਕੇ ਕਾਂਗਰਸ ਪਾਰਟੀ ਨੇ ਅਰਵਿੰਦ ਕੇਜਰੀਵਾਲ ਤੇ ਨਿਸ਼ਾਨੇ ਲਾਉਣੇ ਸ਼ੁਰੂ ਕੀਤੇ ਆ ਜੀ, ਦਿੱਲੀ ਦਾ ਮੁੱਖ ਮੰਤਰੀ ਸਿਆਸੀ ਤੌਰ ਤੇ ਲਾਹੇ ਲੈਂਦਾ ਹੈ, ਦਿੱਲੀ ਦਾ ਮੁੱਖ ਮੰਤਰੀ ਭਾਜਪਾ ਦੇ ਖਿਲਾਫ ਤਾਂ ਬੋਲਦਾ ਨਹੀਂ, ਆਮ ਆਦਮੀ ਪਾਰਟੀ ਵਾਲੇ ਜਿੱਦਾਂ ਦੀਆਂ ਗੱਲਾਂ ਕਰਦੇ ਆ ਸਿੱਧੇ ਤੌਰ ਤੇ ਇਹਨਾਂ ਨੂੰ ਲੱਗਦਾ ਕਿ ਕਿਸਾਨ ਮੁੱਦੇ ਤੇ ਲਾਹਾ ਲੈ ਲਈਏ। ਹੁਣ ਸੰਧਾਲੀਆ ਸਾਹਿਬ, ਜਦੋਂ ਪੰਜਾਬ ਦੀ ਸੱਤਾਧਾਰੀ ਧਿਰ ਦੇ ਸਾਰੇ ਬੰਦੇ ਕਹਿੰਦੇ ਆ ਕਿ ਅਸੀਂ ਸਾਰਾ ਕੁਝ ਨਿਸ਼ਾਵਰ ਕਰਨ ਨੂੰ ਤਿਆਰ ਆ, ਕੈਪਟਨ ਸਾਹਿਬ ਨੇ ਕਿਹਾ ਸੀ ਨਾ ਅਸਤੀਫਾ ਜੇਬ ਮੇ, ਇੱਥੇ ਜੇਬ 'ਚ ਲਿਖਿਆ ਪਿਆ ਅਸਤੀਫਾ, ਮੈਨੂੰ ਸਰਕਾਰ ਦਾ ਕੋਈ ਡਰ ਨਹੀਂ। ਇਹਦਾ ਮਤਲਬ ਹੈ ਕਿ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਜਦੋਂ ਗ੍ਰਾਂਟਾਂ ਵੰਡਣ ਤੇ ਆ ਗਈ, ਤੁਹਾਡੇ ਪਿੰਡਾਂ ਦੇ ਵਿੱਚ ਵੀ ਚੈੱਕ ਆਏ ਹੋਣਗੇ, ਇਹਦਾ ਮਤਲਬ ਹੈ ਕਿ ਤਿਆਰੀ ਤਾਂ ਉਹਨਾਂ ਨੇ ਵੀ ਕਰਤੀ। ਹਾਂ, ਕਿਸਾਨਾਂ ਦੀਆਂ ਟਰਾਲੀਆਂ ਦੇ ਟਾਇਰਾਂ 'ਚੋਂ ਫੂਕ ਨਿਕਲਦੀ ਆ ਨਹੀਂ ਨਿਕਲਦੀ, ਕਿਸਾਨਾਂ ਦੇ ਟਰੈਕਟਰਾਂ ਦੇ ਵਿੱਚ ਡੀਜ਼ਲ ਕਿੱਥੋਂ ਪੈਂਦਾ ਨਹੀਂ ਪੈਂਦਾ, ਉੱਥੇ ਮੀਂਹ ਕਣੀ ਆਉਂਦਾ, ਟੈਂਟ ਕਿਸੇ ਕੋਲ ਹੈਗਾ ਨਹੀਂ ਹੈਗਾ, ਚਿੱਕੜ ਕਿੰਨਾ ਕੁ ਹੈ ਉਹਦਾ ਕੋਈ ਗੱਲ ਨਹੀਂ, ਪਹਿਲਾਂ ਰਾਜਨੀਤੀ ਦੀ ਚਿੱਕੜ ਦੇ ਵਿੱਚ ਤਾਂ ਕਮਲ ਦਾ ਫੁੱਲ ਖੜਾ ਲਈਏ, ਆਪਣੇ ਪੰਜੇ ਦੇ ਨਿਸ਼ਾਨ ਤੇ ਵੋਟਾਂ ਪਵਾ ਲਈਏ, ਤੱਕੜੀ ਹੱਥ ਦੇ ਵਿੱਚ ਕਰਕੇ ਤੇ ਮੁੜ ਕੇ ਝਾੜੂ ਉੱਥੇ ਫਰਾ ਲਈਏ। ਗੱਲ ਤਾਂ ਇਹਦੀ ਹੋਣੀ ਚਾਹੀਦੀ ਨਾ। ਨਹੀਂ, ਗੱਲ ਤਾਂ ਇਹੀ ਹੈ। ਤੁਸੀਂ ਸੱਤਾ ਧਿਰ ਦੀ ਗੱਲ ਕੀਤੀ, ਦੇਖੋ ਸੱਤਾ ਧਿਰ ਪਾਰਟੀ ਦੀ ਵੀ ਆਪਾਂ ਗੱਲ ਕਰ ਲਈਏ, ਕੈਲੰਡਰ ਦਾ ਤੁਸੀਂ ਜ਼ਿਕਰ ਕੀਤਾ ਸੀ ਨਾ ਕਿ ਲੀਡਰਾਂ ਦੇ ਕੋਲ 5 ਸਾਲ ਦਾ ਕੈਲੰਡਰ ਹੁੰਦਾ। ਮੈਨੂੰ ਲੱਗਦਾ ਵੀ ਆਮ ਬੰਦੇ ਦਾ ਜਿਹੜਾ ਕੈਲੰਡਰ ਹੈ ਨਾ, ਉਹਦੇ ਕੈਲੰਡਰ ਦੇ ਵਿੱਚ ਲਿਖੇ ਹੁੰਦੇ ਆ ਮਹੀਨੇ, ਕਿ ਫਲਾਨੀ ਸੰਨ ਹੈ, ਇਹਦੇ 'ਚ 12 ਮਹੀਨੇ, ਜਨਵਰੀ ਚਾਹ, ਫਰਵਰੀ ਚਾਹ, ਮਾਰਚ ਚਾਹ, ਹੈ ਨਾ। ਪਰ ਲੀਡਰਾਂ ਕੋਲ ਜਿਹੜਾ 5 ਸਾਲ ਦਾ ਕੈਲੰਡਰ ਹੈ, ਉਹਦੇ 'ਚ ਮਹੀਨੇ ਨਹੀਂ ਲਿਖੇ ਹੁੰਦੇ, ਉਹਦੇ 'ਚ ਲਿਖੇ ਹੁੰਦੇ ਸਾਲ। ਮੋਟਾ ਜਿਹਾ ਹਿਸਾਬ ਤਾਂ, ਪਹਿਲਾ ਸਾਲ ਨਜ਼ਾਰੇ, ਦੂਜਾ ਸਾਲ ਹੋਰ ਨਜ਼ਾਰੇ, ਤੀਜਾ ਸਾਲ ਚੱਕ ਦਿਓ ਫੱਟੀ। ਉਸ ਤੋਂ ਬਾਅਦ 3.5 ਸਾਲ ਤੋਂ ਬਾਅਦ ਕੈਲੰਡਰ ਬਦਲਣਾ ਸ਼ੁਰੂ ਹੁੰਦਾ। ਉਹ ਕਹਿੰਦੇ ਹੁਣ ਅੱਧਾ ਕੁ ਸਾਲ ਨਜ਼ਾਰੇ, ਥੋੜ੍ਹਾ ਜਿਹਾ ਸੰਭਲ ਜਾਓ ਅੱਧੇ ਸਾਲ ਤੋਂ ਬਾਅਦ, ਫਿਰ ਪੌਣੇ 4 ਸਾਲ ਥੋੜ੍ਹੀ ਬ੍ਰੇਕਾਂ ਲਾਓ, ਫਿਰ ਚੌਥਾ ਸਾਲ ਸਵਾਇਆ ਕੁ ਜਾਵੇ, ਫਿਰ ਆ ਜਾਂਦੇ ਮਹੀਨਿਆਂ 'ਤੇ। ਕਹਿੰਦੇ ਹੁਣ ਕੀ ਕਰਨਾ, ਕਹਿੰਦੇ ਜਿਹੜਾ ਕੰਮ ਕਰਦੇ ਸੀ ਉਹਨੂੰ ਰੋਕੋ, ਬ੍ਰੇਕਾਂ ਲਾਓ, ਫਿਰ ਥੋੜ੍ਹਾ ਜਿਹਾ 1 ਮਹੀਨਾ ਉਹ ਫਲਾਣੇ ਨੂੰ ਰੋਕੋ, ਇਹ ਕੰਮ ਨਹੀਂ ਕਰਨਾ। ਜਿਸ ਤਰ੍ਹਾਂ ਆਪਣਾ ਮੈਨੀਫੈਸਟੋ ਕਹਿੰਦਾ ਸੀ, ਕਿੱਥੇ ਆ ਝਾੜ ਕੇ ਪੂੰਝ ਕੇ ਲਿਆਓ ਯਾਰ, ਘੱਟਾ ਝਾੜੋ, ਉਹਦਾ ਕੀ ਲਿਖਿਆ ਸੀ, ਆਹ ਲਿਖਿਆ ਸੀ, ਇਹਦੇ ਹਿਸਾਬ ਨਾਲ ਮੀਟਿੰਗ ਕਰ ਦਿਓ। ਉਹ ਕਿ ਅਗਲਾ ਉਹ ਫਟਾਫਟ ਅਫਸਰਾਂ ਦੀ ਡਿਊਟੀ ਲਾਓ, ਉਹਨਾਂ ਨੂੰ ਕਹੋ ਵੀ ਮੈਂ ਕਾਗਜ਼ਾਂ ਦਾ ਪਲੰਦਾ ਸਾਡੇ ਸਾਹਮਣੇ ਪੇਸ਼ ਕਰੋ, ਜੇ ਤੇ ਫੈਕਟ ਬਣਾਓ ਵੀ ਕਿਹੜਾ ਗ੍ਰਾਫ ਕਿੱਧਰ ਨੂੰ ਜਾਂਦਾ, ਕਿੰਨੇ 100 ਕਰੋੜ ਕਿੱਧਰ ਆਇਆ, ਕਿੱਧਰੋਂ ਲਾਇਆ, ਕਿੱਧਰ ਨੂੰ ਗਿਆ, ਉਹ ਸਮਝ ਕਿਸੇ ਨੂੰ ਆਵੇ ਚਾਹੇ ਨਾ ਆਵੇ, ਪਰ ਕਾਗਜ਼ਾਂ ਦਾ ਢੇਰ ਹੀ ਇੰਨਾ ਲਾ ਕੇ ਤੇ ਉਸ ਤੋਂ ਬਾਅਦ ਮਸ਼ਹੂਰੀਆਂ ਚਲਾ ਦਿਓ ਵੀ ਵੇਖਣ ਵਾਲਾ, ਪੜ੍ਹਨ ਵਾਲਾ, ਸੁਣਨ ਵਾਲਾ ਘੱਟੋ ਘੱਟ ਉੱਥੇ 15-20 ਮਿੰਟ ਸਾਡੇ ਉਹਨਾਂ ਫੈਕਟਸ ਐਂਡ ਫਿਗਰਸ ਦੇ ਵਿੱਚ ਗਵਾਚਿਆ ਤੇ ਰਵੇ ਵੀ ਅੱਛਾ ਯਾਰ ਇੰਨੇ 100 ਕਰੋੜ ਦਾ ਇੱਧਰ ਉੱਧਰ ਇਹਨਾਂ ਨੇ ਕੀਤਾ, ਹੋ ਸਕਦਾ ਕਿਤੇ ਕੋਈ ਵਿਕਾਸ ਹੋਇਆ ਹੋਵੇ। ਹੁਣ ਇਸ ਵਕਤ ਕਿਸੇ ਨੂੰ ਚੇਤਾ ਨਹੀਂ ਆਉਣਾ ਵੀ ਜਿਹੜਾ ਕਿਸਾਨ ਇਸ ਵਕਤ ਦਿੱਲੀ ਬੈਠਾ, ਉਸੇ ਕਿਸਾਨ ਦਾ ਸਾਰਾ ਕਰਜ਼ਾ ਮਾਫ ਕਰਨ ਦੀ ਗੱਲ ਕਰਕੇ ਹੀ ਇਸ ਪੰਜਾਬ 'ਚ ਸਰਕਾਰ ਬਣੀ ਸੀ ਕਾਂਗਰਸ ਪਾਰਟੀ ਦੀ।
ਫਿਰ ਉਹ ਜਿਹੜਾ ਬੇਰੁਜ਼ਗਾਰ ਸੀ ਉਹਨੂੰ ਕਿੰਨੇ 100 ਰੁਪਈਆ ਬੇਰੁਜ਼ਗਾਰੀ ਭੱਤਾ ਮਿਲਣਾ ਸੀ, ਜੇ ਕਿਸ ਨੂੰ ਮਿਲਿਆ ਹੋਵੇ ਤੇ ਉਹ ਜ਼ਰੂਰ ਦੱਸਣ ਜੀ। ਫਿਰ ਜਿਨ੍ਹਾਂ ਨੂੰ ਗਰੀਬਾਂ ਦੇ ਉਹ ਵਿਆਹਾਂ ਦੇ ਕਾਰਡਾਂ ਦਾ ਕਰਕੇ ਵਿਖਾ ਕੇ ਤੇ ਉਹਨਾਂ ਨੂੰ ਪੈਸੇ ਮਿਲਣੇ ਸੀ, ਜਿਹਨੂੰ ਮਿਲੇ ਹੋਣ ਉਹ ਜ਼ਰੂਰ ਦੱਸਣ। ਇਹ ਸਾਰਾ ਕੁਝ ਕਰਨ ਤੋਂ ਬਾਅਦ ਉਹ ਸਿੱਧੂ ਸਾਹਿਬ ਵੀ ਮੇਰੇ ਖਿਆਲ ਥੋੜੇ ਦਿਨਾਂ ਤੱਕ ਸਰਗਰਮ ਹੋ ਜਾਣੇ, ਜਿਨ੍ਹਾਂ ਨੇ ਪਿਛਲੇ ਥੋੜੇ ਦਿਨਾਂ ਤੋਂ ਮੈਂ ਫਿਰ ਯਾਦ ਕਰਵਾ ਦਵਾਂ ਸੰਧਾਲੀਆ ਸਾਹਿਬ ਨਾ ਬਿਲਕੁਲ ਨਹੀਂ। ਜਿਹੜਾ ਬੰਦਾ ਘਰੇ ਬੈਠਾ ਹੈ, ਜਿਹੜਾ ਬੰਦਾ ਨਹੀਂ ਪਬਲਿਕ 'ਚ ਵਿਚਰਦਾ, ਜਿਹੜਾ ਬੰਦਾ ਚੁੱਪ ਹੈ, ਅਸੀਂ ਤੁਹਾਨੂੰ ਬਿਲਕੁਲ ਉਹਨਾਂ ਤੇ ਇਲਜ਼ਾਮ ਨਹੀਂ ਲਾਉਣ ਦਿਆਂਗੇ। ਬਿਲਕੁਲ ਗਲਤ ਗੱਲ ਹੈ। ਅਗਲਿਆਂ ਰਿਪੋਰਟ ਦੇਤੀ, ਉਹਨਾਂ ਦਾ ਕੰਮ ਸੀ ਰਿਪੋਰਟ ਬਣਾਉਣਾ। ਉਹਨਾਂ ਨੇ ਰਿਪੋਰਟ ਬਣਾਈ, ਉਹਨਾਂ ਨੇ ਫੜੀ, ਹੁਣ ਰਿਪੋਰਟ ਬਣਾਉਣ ਵਾਲੇ ਦਾ ਕੰਮ ਖਤਮ ਹੈ। ਦੇਖੋ, ਮੰਨ ਲਓ ਤੁਹਾਡੇ ਘਰ 'ਚ ਕੋਈ ਖੁਸ਼ੀ ਆ, ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਖੁਸ਼ੀ ਆ, ਤੁਸੀਂ ਘਰ ਦੇ ਵਿੱਚ ਇੱਦਾਂ ਲੱਡੂ ਲੈਂਦੇ, ਤੁਸੀਂ ਕਿਹਾ ਜੀ ਬਾਠ ਦੇ 4 ਦੇਣੇ ਆ, ਉਹਨਾਂ ਦੇ 8 ਦੇਣੇ ਆ, ਹੁਣ ਤੁਸੀਂ ਸਾਨੂੰ 4 ਲੱਡੂ ਦੇ ਗਏ, ਤੁਹਾਡਾ ਕੰਮ ਨਿਬੜ ਗਿਆ, ਅਸੀਂ ਤੁਹਾਨੂੰ ਵਧਾਈਆਂ ਦੇਤੀਆਂ, ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਘਰੇ ਆਵਾਂਗੇ, ਚਾਹ ਪਾਣੀ ਪੀਵਾਂਗੇ, ਸ਼ਗਨ ਦੇਵਾਂਗੇ। ਪਰ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਉਹ 4 ਲੱਡੂ ਅਸੀਂ ਡੋਲੀ 'ਚ ਰੱਖਣੇ ਆ, 4 ਲੱਡੂ ਅਸੀਂ ਸਵੇਰੇ ਖਾਣੇ ਆ, 4 ਲੱਡੂ ਦੇ ਵਿੱਚੋਂ 1 ਲੱਡੂ ਅਸੀਂ ਉਸ ਲਈ ਖਾ ਲੈਣਾ ਹੈ, ਜਾਂ ਫਿਰ ਲੌਡੇ ਵੇਲੇ ਦੀ ਚਾਹ ਦੇ ਨਾਲ ਲੱਡੂ ਖਾਣੇ ਆ, ਜਾਂ ਫਿਰ ਕਿਸੇ ਆਏ ਗਏ ਪ੍ਰਾਹੁਣੇ ਦੇ ਲਈ 2-3 ਦਿਨ ਲਈ ਅਸੀਂ ਰੱਖ ਛੱਡਣੇ ਆ। ਉਹ ਸਾਡੇ ਤੇ ਨਿਰਭਰ ਕਰਦਾ। ਸਿੱਧੂ ਸਾਹਿਬ ਨੇ ਰਪਟ ਦਿੱਤੀ, ਤੇਲੰਗਾਨਾ ਗਏ, ਚਾਹ ਪਾਣੀ ਉੱਥੇ ਪੀਤਾ, ਰੇਤਾ ਦਾ ਕੰਮ ਦੇਖਿਆ, ਅਸੀਂ ਰਿਪੋਰਟ ਫੜ ਲਈ ਹੈ, ਸਿੱਧੂ ਸਾਹਿਬ ਮੂੰਹ ਦੇ ਉੱਤੇ ਉਂਗਲੀ ਰੱਖ ਲੈਣ ਨਾ। ਦੇਖੋ, ਤੁਸੀਂ ਸੰਧਾਲੀਆ ਸਾਹਿਬ ਬਹੁਤ ਫਿਕਰ ਨਾ ਕਰਿਆ ਕਰੋ। ਦੇਖੋ, ਸਿਹਤ ਤੁਹਾਡੀ ਅੱਗੇ ਕਮਜ਼ੋਰ ਹੈ, ਹੋਰ ਕਮਜ਼ੋਰ ਹੋ ਜਾਓਗੇ। ਇਦਾਂ ਬਿਲਕੁਲ ਨਹੀਂ ਕਰਨਾ। ਤੁਸੀਂ ਦੇਖ ਲਓ, ਮੈਂ ਇੱਥੇ ਹੁਣ ਟਿੱਪਣੀਆਂ ਮੰਗ ਲੈਣਾ ਜੀ। ਪ੍ਰਾਈਮ ਏਸ਼ੀਆ ਦੇ ਸਾਡੇ ਮਾਣਮੱਤੇ ਟੱਬਰ ਦੇ ਮੈਂਬਰ ਸਾਹਿਬ, ਜਿਨ੍ਹਾਂ ਦੇ ਘਰਾਂ ਦੇ ਵਿੱਚ ਜਦੋਂ 2017 'ਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ, ਇਲੈਕਸ਼ਨ ਮੈਨੀਫੈਸਟੋ ਸੀ, ਜਿਨ੍ਹਾਂ ਦੇ ਘਰਾਂ 'ਚ ਪਿਆ ਆ, ਜਿਨ੍ਹਾਂ ਨੇ ਸਾਂਭ ਕੇ ਰੱਖਿਆ। ਕਾਂਗਰਸ ਪਾਰਟੀ ਦਾ ਮੈਨੀਫੈਸਟੋ, ਅਕਾਲੀਆਂ ਦਾ ਮੈਨੀਫੈਸਟੋ, ਚਲੋ ਕੱਲਾ ਕਾਂਗਰਸ ਦੇ ਕਹਿ ਦਿੰਦੇ, ਸੱਤਾ ਉਹਨਾਂ ਦੇ ਕੋਲ ਹੈ। ਜਿਨ੍ਹਾਂ ਦੇ ਕੋਲੇ ਮੈਨੀਫੈਸਟੋ ਦੀਆਂ ਕਾਪੀਆਂ ਹੈਗੀਆਂ, ਮਾੜੀਆਂ ਟਿੱਪਣੀਆਂ ਕਰ ਦਿਓ। ਜੇ ਮੈਨੀਫੈਸਟੋ ਹੋਊਗਾ, ਸੰਧਾਲੀਆ ਸਾਹਿਬ ਫੇਰ ਹੀ ਪੁੱਛਾਂਗੇ, ਅੱਛਾ ਹਰ ਤਰ੍ਹਾਂ ਦਾ ਕਰਜ਼ਾ ਮਾਫ ਕਰਨਾ ਸੀ, 2500 ਰੁਪਈਆ ਬੇਰੁਜ਼ਗਾਰੀ ਭੱਤਾ, ਆ ਮੋਬਾਈਲ ਵੀ ਦੇਣੇ ਸੀ, ਪਿਲਸਣ ਦਾ ਵੀ ਆਹ ਕਰਨਾ ਸੀ, ਰੇਤਾ ਬਜਰੀ ਸਸਤੀ ਹੋਣੀ ਸੀ, ਹਸਪਤਾਲਾਂ 'ਚ ਡਾਕਟਰ ਆਉਣੇ ਸੀ, ਸਰਕਾਰੀ ਸਕੂਲਾਂ 'ਚ ਮਾਸਟਰ ਆਉਣੇ ਸੀ, ਤੁਸੀਂ ਤਾਂ ਆ ਵੀ ਕੁਝ ਕਰਨਾ ਸੀ, ਆਹ ਸਕੀਮਾਂ ਵੀ ਦੁਬਾਰਾ ਲਾਂਚ ਕਰਨੀਆਂ ਸੀ। ਜੇ ਹੁਣ ਮੈਨੀਫੈਸਟੋ ਨਹੀਂ ਹੋਊਗਾ, ਇਹਦਾ ਮਤਲਬ ਹੈ ਸਿਆਸਤਦਾਨ ਸਫਲ ਹੋ ਜਾਣਗੇ ਕਿ ਭਾਈ ਭਾਵੇਂ ਬੰਦੇ ਟਰਾਲੀਆਂ 'ਚ ਦਿੱਲੀ ਬੈਠ ਆਏ ਆ, ਪਰ ਪੰਜਾਬ ਆ ਕੇ ਇਹਨਾਂ ਦੇ ਵਿੱਚ ਸੌਫਟਵੇਅਰ ਸਾਡੇ ਵਾਲਾ ਪੈ ਜਾਂਦਾ। ਸੌਫਟਵੇਅਰ ਨਾ ਬਦਲਿਓ, ਕਿਸੇ ਨੂੰ ਕਹਿਣਾ ਕੁਛ ਨਹੀਂ, ਤਰਕ ਨਾਲ ਗੱਲ ਕਰਨੀ ਹੈ। ਪਰ ਜਿਹੜਾ ਸੌਫਟਵੇਅਰ ਦਿੱਲੀ ਦੇ ਵਿੱਚ ਇਸ ਵੇਲੇ ਵਿਚਾਰਾਂ ਦਾ ਤੁਹਾਡੇ ਅੰਦਰ ਪਿਆ ਹੋਇਆ ਨਾ, ਉਹਨੂੰ ਕਿਤੇ ਛੱਡ ਕੇ ਫਾਰਮੈਟ ਮਾਰ ਕੇ ਨਾ ਆ ਜਾਓ। ਇਸ ਗੱਲ ਹੀ ਹੱਥ ਜੁੜਿਆ। ਨਹੀਂ, ਉਹ ਸੌਫਟਵੇਅਰ ਤਾਂ ਅਗਲੇ ਨੇ ਤਬਦੀਲ ਕਰਾ ਦੇਣਾ। ਬਾਠ ਸਾਹਿਬ ਕੀ ਕਰਦੇ ਹੋ? ਸੌਫਟਵੇਅਰ ਤਬਦੀਲ ਕਰਾਉਣ ਦੇ ਲਈ ਇੱਕ ਦਵਾਈ ਦਾ ਸੇਵਨ ਕਰਵਾਇਆ ਜਾਂਦਾ ਹੈ। ਉਸ ਦਵਾਈ ਦੇ ਸੇਵਨ ਦੀ ਵੀ ਗੱਲ ਪਿਛਲੇ ਦਿਨੀ ਚੱਲੀ ਸੀ। ਪੰਜਾਬ 100 ਘਰ ਉਜੜਿਆ ਸੀ ਤੇ ਉਸ ਉਜਾੜੇ ਦੇ ਲਈ ਕੌਣ ਜ਼ਿੰਮੇਵਾਰ ਸੀ, ਤੇ ਉਸ ਤੋਂ ਬਾਅਦ ਕਿਹੜੀਆਂ ਰਿਪੋਰਟਾਂ ਆਉਂਦੀਆਂ ਨੇ ਵੀ ਕਿਹੜੇ ਮਾਰਕੇ 'ਚ ਮਾਰਕਾ ਕਿਹੜਾ ਭਰ ਕੇ ਕਿੱਥੇ ਕਿਵੇਂ ਵੇਚਿਆ ਜਾ ਰਿਹਾ, ਉਹਦੇ ਜਵਾਬ ਵੀ ਜ਼ਰੂਰ ਮੰਗੇ ਜਾਣਗੇ। ਤੇ ਗੱਲਾਂ ਇਹ ਉਦੋਂ ਹੋਣਗੀਆਂ ਜਦੋਂ ਫਿਰ ਵਿਰੋਧੀ ਪਾਰਟੀਆਂ ਯਾਦ ਕਰਾਉਣਗੀਆਂ ਕਾਂਗਰਸ ਪਾਰਟੀ ਨੂੰ ਕਿ ਮੁੱਖ ਮੰਤਰੀ ਸਾਹਿਬ ਨੇ ਸਹੁੰ ਖਾਧੀ ਸੀ ਪੰਜਾਬ 'ਚ ਨਸ਼ਾ ਬੰਦ ਕਰਨ ਦੀ, ਖਤਮ ਕਰਨ ਦੀ, ਕੀ ਉਹ ਹੋ ਗਿਆ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਮੁੱਦੇ ਬਣਨਗੇ। ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇੱਕ ਦੂਸਰੇ ਦੇ ਉੱਪਰ ਦੂਸ਼ਣਬਾਜ਼ੀ ਹੋਏਗੀ, ਤੇ ਜਦੋਂ ਇਹ ਦੂਸ਼ਣਬਾਜ਼ੀ ਹੋਏਗੀ, ਜਿਹੜੇ ਲੋਕ ਕਾਂਗਰਸ ਪੱਖੀ ਨੇ ਉਹ ਉਹਦਾ ਸਾਥ ਦੇਣਗੇ, ਜਿਹੜੇ ਲੋਕ ਕਾਂਗਰਸ ਨੂੰ ਨਹੀਂ ਪਸੰਦ ਕਰਦੇ ਉਹ ਦੂਸਰੇ ਪਾਸੇ ਖੜ ਜਾਣਗੇ। ਫਿਰ ਇਹ ਜਿਹੜੇ ਦੋ ਧੜਿਆਂ ਦੇ ਵਿੱਚ ਵੰਡੇ ਜਾਣ ਵਾਲੀ ਗੱਲ ਹੈ, ਇਸੇ ਚੀਜ਼ ਦੀ ਭਾਲ ਦੇ ਵਿੱਚ ਇਸ ਵਕਤ ਰਾਜਨੀਤੀ ਜਿਹੜੀ ਹੈ ਉਹ ਆਪਣੇ ਆਪਣੇ ਪੈਂਤੜੇ ਬਣਾ ਰਹੀ ਹੈ। ਤੇ ਉਹਨਾਂ ਸਾਰੇ ਪੈਂਤੜਿਆਂ ਦੇ ਵਿੱਚੋਂ ਕਿਹੜਾ ਪੈਂਤੜਾ ਉਦੋਂ ਕਾਮਯਾਬ ਹੁੰਦਾ ਤੇ ਕਿਹਦੇ ਹੱਥ ਅਗਲੀ ਪੰਜਾਬ ਦੀ ਕੁਰਸੀ ਆਉਂਦੀ, ਤੇ ਉਹ ਹਰਾ ਪੈਨ ਬਿਲਕੁਲ ਨਵੀਂ ਸਿਆਹੀ ਭਰ ਕੇ 5 ਸਾਲ ਦਸਤਖਤ ਕਰਨ ਦੇ ਲਈ ਆਪਣੇ ਹੱਕ 'ਚ ਜਾਂ ਲੋਕਾਂ ਦੇ ਹੱਕ 'ਚ, ਉਹ ਤਾਂ ਬਸ ਸਮਾਂ ਦੱਸੂਗਾ, ਉਹ ਮਿਲਦਾ ਹੈ। ਉਹਦੇ ਲਈ ਇਸ ਵਕਤ ਕਮਰ ਕਸੇ ਕੀਤੇ ਜਾ ਰਹੇ। ਦੇਖੋ, ਗੱਲ ਇਹ ਹੈ ਕਿ ਅਗਲਿਆਂ ਨੇ ਮੰਤਰੀ ਮੰਡਲ ਦੇ ਵਿੱਚ ਮਤਾ ਪਾਸ ਕੀਤਾ ਹੈ ਕਿ 3 ਕਾਨੂੰਨ ਰੱਦ ਕਰੋ। ਅਗਲਿਆਂ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਵਾਇਆ। ਅਗਲਿਆਂ ਨੇ ਬਾਰ-ਬਾਰ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਰਾਸ਼ਟਰਪਤੀ ਸਾਹਿਬ ਨੂੰ ਚਿੱਠੀਆਂ ਲਿਖੀਆਂ। ਸੰਧਾਲੀਆ ਸਾਹਿਬ, ਇੰਨਾ ਥੋੜ੍ਹਾ, ਇੰਨੀ ਗੱਲ ਕਿਤੇ ਘੱਟ ਹੈ? ਤੁਸੀਂ ਦੇਖੋ, ਜਾਂ ਤਾਂ ਕਹੋ ਨਾ ਕਿ ਕਾਂਗਰਸ ਪਾਰਟੀ ਦੇ ਆਪਣੇ ਕਿਸੇ ਮੈਂਬਰ ਨੇ, MLA ਨੇ, ਸ਼ਹੀਦ ਊਧਮ ਸਿੰਘ ਦੇ ਜਿਹੜੇ ਉਸ ਸ਼ਹਿਰ ਸੁਨਾਮ ਦੇ ਵਿੱਚ ਜਾ ਕੇ ਕਿਤੇ ਕਿਹਾ ਹੋਵੇ ਕਿ ਭਾਈ ਨਸ਼ਾ ਤਾਂ ਵਿਕਦਾ ਹੈ, ਮੈਨੂੰ ਦੱਸੋ ਤੁਸੀਂ, ਮੈਂ ਦੱਸਦਾ ਤੁਹਾਨੂੰ, ਜੇ ਤੁਸੀਂ ਕਾਰਵਾਈ ਕਰੋਗੇ ਤਾਂ ਮੈਂ ਜਾ ਕੇ ਕਹਿਣਾ ਅਫਸਰ ਤਾਂ ਸਾਡੀ ਮੰਨਦੇ ਨਹੀਂ। ਜਾਂ ਕਹੋ ਕਿ ਪਟਿਆਲੇ ਜ਼ਿਲ੍ਹੇ ਦੇ 1 2 3 MLA ਗੁੱਸੇ ਹੋ ਗਏ ਹੋਣਗੇ ਕਿ ਭਾਈ ਅਫਸਰ ਸਾਡੀ ਗੱਲ ਨਹੀਂ ਸੁਣਦੇ, ਆਹ ਨਹੀਂ ਕਰਦੇ, ਉਹ ਨਹੀਂ ਕਰਦੇ, ਇਹ 'ਤੇ ਪਰਚਾ ਕਰੀ ਜਾਂਦੇ ਆ। ਜਾਂ ਤੁਸੀਂ ਕਹੋ ਕਿ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਕਦੇ ਐ ਉਂਗਲ ਵੀ ਕੀਤੀ ਹੋਵੇ,
ਉਹ ਤਾਂ ਵਿਰੋਧੀ ਪਾਰਟੀਆਂ ਵੱਲ ਉਂਗਲ ਨਹੀਂ ਕਦੇ ਕਰਦੇ, ਆਪਦੀ ਪਾਰਟੀ ਦੀ ਸਰਕਾਰ ਵੱਲ ਉਂਗਲ ਥੋੜੀ ਕਰਨਗੇ। ਜਾਂ ਤੁਸੀਂ ਕਹੋ ਕੋਈ ਬੰਦਾ ਫੁੜਕਿਆ ਹੀ ਆ ਮਾਝੇ ਦੇ ਵਿੱਚ ਇੱਕ ਵੀ ਬੰਦੇ ਦੇ ਸਾਹ ਕਿਤੇ ਜ਼ਹਿਰੀਲੀ ਸ਼ਰਾਬ ਦੇ ਨਾਲ ਬੰਦ ਥੋੜੀ ਹੋਏ ਆ। ਨਾਲੇ ਤੁਸੀਂ ਦੇਖੋ ਨਾ, ਸਾਰੇ ਤਾਂ ਇਨਸਾਫ ਮਿਲ ਗਿਆ, ਕੋਈ ਇਨਸਾਫ ਬਾਕੀ ਥੋੜੀ ਰਿਹਾ। ਕੋਈ ਕੇਸ ਦੱਸ ਦਿਓ ਅਦਾਲਤ ਦੇ ਵਿੱਚ ਇਦਾਂ ਦਾ ਚੱਲਦਾ ਜਿਹਨੂੰ 4 5 6 ਸਾਲ ਹੋ ਗਏ ਹੁਣ ਤੇ ਸਾਰੇ ਪੰਜਾਬ ਦੇ ਨਾਲ ਜੁੜਿਆ ਹੋਵੇ। ਗੱਲ ਇਦਾਂ ਦੀ ਕੋਈ ਹੋਈ ਨਹੀਂ ਭਾ, ਜਦ ਕੋਈ ਮਾੜੀ ਗੱਲ ਹੋਈ ਨਹੀਂ, ਜਦੋਂ ਤੁਹਾਨੂੰ ਪਤਾ ਹੈ ਕਿ ਫਲਾਣੇ ਦੇ ਨਿਆਣੇ ਦੇ ਵਿੱਚ ਕਾਜੀ ਕੋਈ ਨਹੀਂ, ਤਾਂ ਫਿਰ ਤੁਸੀਂ ਲੋਕਾਂ ਤੋਂ ਪੁੱਛਦੇ ਕਾ, ਤਾਂ ਫਿਰ ਇਸ ਕਰਕੇ ਬਹੁਤ ਵਧੀਆ ਕੰਮ ਹੈ ਭਾਈ, ਬਾਕੀ ਲੋਕ ਦੱਸਣਗੇ। ਤੇ ਬਿਲਕੁਲ ਦੱਸਣਗੇ। ਇਹ ਸਾਰੇ ਕੁਝ ਦਾ ਅਸੀਂ ਜ਼ਿਕਰ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇਸ ਵਕਤ ਜਿਹੜਾ ਕਿਸਾਨ ਅੰਦੋਲਨ ਹੈ ਉਹਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਲੋਕ ਲਹਿਰ ਬਣ ਗਿਆ। ਐਂਡ ਲੋਕ ਲਹਿਰ ਜਦੋਂ ਕੋਈ ਚੀਜ਼ ਬਣ ਜਾਂਦੀ ਹੈ ਉਹਦੇ ਲਈ ਉਸ ਲੋਕ ਲਹਿਰ ਨੂੰ ਆਪਣੇ ਪੱਖ ਦੇ ਵਿੱਚ ਡਾਇਵਰਟ ਕਰਨ ਦੇ ਲਈ, ਮੋੜਨ ਦੇ ਲਈ ਵੱਖ-ਵੱਖ ਪਾਸਿਓਂ ਪੋਲੀਟੀਕਲ ਲੋਕ ਤੇਜ਼ੀ ਫੜ ਲੈਂਦੇ। ਐਂਡ ਉਹ ਤੇਜ਼ੀ ਇਸ ਵਕਤ ਪੰਜਾਬ 'ਚ ਵੀ ਫੜੀ ਗਈ ਹੈ, ਦਿੱਲੀ ਵਾਲੇ ਪਾਸੇ ਵੀ ਫੜੀ ਗਈ। ਹੁਣ ਦਿੱਲੀ ਵਾਲੇ ਪਾਸੇ ਦਾ ਜ਼ਿਕਰ ਆਪਾਂ ਇਸ ਕਰਕੇ ਕਰ ਰਹੇ ਹਾਂ ਬਾਠ ਸਾਹਿਬ ਕਿਉਂਕਿ ਦਿੱਲੀੋਂ ਇੱਕ ਚੱਲਦੀ ਪਾਰਟੀ ਹੈ, ਉਹਦੇ ਪੰਜਾਬ ਵਾਲੇ ਲੀਡਰ ਪਹਿਲਾਂ ਕੁਝ ਬੋਲਦੇ ਸੀ, ਜਦੋਂ ਅੰਦਰ ਜਾ ਕੇ ਮੁਲਾਕਾਤ ਹੁੰਦੀ ਹੈ ਤੇ ਫਿਰ ਅਚਾਨਕ ਤੋਂ ਸਟੇਸ਼ਨ ਉਹਨਾਂ ਦਾ ਜਿੱਦਾਂ ਉਹ ਨਹੀਂ ਹੁੰਦਾ ਕਿ ਵੀ ਪੁਰਾਣਾ ਰੇਡੀਓ ਨੂੰ ਥੋੜ੍ਹਾ ਥੋੜ੍ਹਾ ਘੁਮਾਓ ਤੇ ਹੁਣੇ ਖਬਰਾਂ ਅਬ ਆਪ ਹਿੰਦੀ ਮੇਂ ਸਮਾਚਾਰ ਸੁਣੇ, ਥੋੜ੍ਹਾ ਜਿਹਾ ਅਗਲੇ ਪਾਸੇ ਨਾਲ ਹੀ ਚਿੱਤਰਹਾਰ ਸ਼ੁਰੂ ਹੋ ਜਾਂਦਾ। ਉਹ ਜਿਹੜਾ ਕੰਮ ਸ਼ੁਰੂ ਹੋਇਆ ਉਹਦਾ ਵੀ ਤੇ ਆਪਾਂ ਨੂੰ ਧਿਆਨ ਰੱਖਣਾ ਪਊਗਾ ਨਾ ਕਿਉਂਕਿ ਪੰਜਾਬ ਦੇ ਵਿੱਚ ਜੇ ਉਸ ਪਾਰਟੀ ਨੇ ਐਲਾਨ ਕਰਤਾ ਵੀ 117 ਦੇ 117 ਸੀਟਾਂ ਤੇ ਸਾਡੇ ਬੰਦੇ ਖਲੋਣਗੇ ਤੇ ਅਸੀਂ ਤੁਹਾਨੂੰ ਸਰਕਾਰ ਬਣਾ ਕੇ ਵਿਖਾ, ਰੋਡ ਮੈਪ ਤੇ ਉਹਨਾਂ ਦੇ ਦਿਮਾਗ 'ਚ ਵੀ ਹੋਊਗਾ ਯਾਰ। ਨਹੀਂ ਜ਼ਰੂਰੀ ਹੈ। ਦੇਖੋ ਆਮ ਆਦਮੀ ਪਾਰਟੀ ਦੇ ਕੋਲੇ ਰੋਡ ਮੈਪ ਬਹੁਤ ਵੱਡਾ, ਏਡਾ ਵੱਡਾ ਰੋਡ ਮੈਪ ਹੈ ਕਿ ਇੱਕ ਪਾਸੇ ਤਾਂ ਦਾਅਵੇ ਕੀਤੇ ਜਾ ਰਹੇ ਆ ਕਿ ਭਾਈ ਅਸੀਂ ਸਾਰਿਆਂ ਨੂੰ ਇਹ ਹੁਕਮ ਦਿੱਤਾ ਹੋਇਆ ਕਿ ਕੋਈ ਟੋਪੀ ਨਹੀਂ, ਕੋਈ ਝੰਡਾ ਨਹੀਂ, ਕੋਈ ਬੈਜ ਨਹੀਂ, ਕੋਈ ਪਹਿਚਾਣ ਨਹੀਂ, ਸਿਰਫ ਸਧਾਰਨ ਮਨੁੱਖ ਬਣ ਕੇ ਦਿੱਲੀ ਦੇ ਅੰਦੋਲਨ 'ਚ ਜਾਣਾ ਹੈ, ਲੋਕਾਂ ਦੀ ਸੇਵਾ ਕਰਨੀ ਹੈ। ਤੇ ਦੂਸਰੇ ਪਾਸੇ ਪਹਿਲਾਂ ਜਰਨੈਲ ਸਿੰਘ ਹੋਰਾਂ ਨੂੰ ਥਾਪੀ ਦਿੱਤੀ ਕਿ ਪੰਜਾਬ ਜਾ ਕੇ ਤੁਸੀਂ ਸੰਭੋ ਇੰਚਾਰਜ ਹੋ। ਉਹਦੇ ਤੋਂ ਬਾਅਦ ਰਾਘਵ ਚੱਡਾ ਸਾਹਿਬ MLA ਨੇ ਦਿੱਲੀ ਦੇ, ਉਹਨਾਂ ਨੂੰ ਕਿਹਾ ਕਿ ਤੁਸੀਂ ਸਹਾਇਕ ਇੰਚਾਰਜ ਹੋ। ਰਾਘਵ ਚੱਡਾ ਸਾਹਿਬ 2 ਦਿਨ ਛੱਡ ਕੇ ਜਿਹੜਾ ਉਹ ਤਕਨੀਕ ਦੇ ਰਾਹੀਂ ਪ੍ਰੈਸ ਕਾਨਫਰੰਸ ਕਰਦੇ, ਇੱਧਰੋਂ ਪੰਜਾਬ ਆਮ ਆਦਮੀ ਪਾਰਟੀ ਦਾ ਇੱਕ ਲੀਡਰ ਮੂਹਰੇ ਬੈਠਾ ਹੁੰਦਾ, ਉਧਰਲੇ ਪਾਸੇ ਸਕਰੀਨ ਦੇ ਉੱਤੇ ਉਹ ਹੁੰਦੇ ਆ ਤੇ ਪੱਤਰਕਾਰਾਂ ਦੇ ਸਵਾਲਾਂ ਦੇ ਉਹ ਜਵਾਬ ਦਿੰਦੇ ਆ। ਦੂਸਰੇ ਪਾਸੇ ਹਫ਼ਤੇ 'ਚ ਇੱਕ ਅੱਧਾ ਗੇੜਾ ਉਹ ਪੰਜਾਬ ਵੈਸੇ ਵੀ ਮਾਰਦੇ ਆ, ਇੱਧਰ ਉੱਧਰ ਜਾ ਕੇ ਆਪਣੇ ਸਾਥੀਆਂ ਨਾਲ ਮੁਲਾਕਾਤਾਂ ਵੀ ਕਰਦੇ ਆ। ਤੇ ਸਭ ਤੋਂ ਵੱਡੀ ਗੱਲ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਕਾਲੀਆਂ ਤੇ ਕਾਂਗਰਸੀਆਂ ਨੂੰ ਧੋਣਾ ਸ਼ੁਰੂ ਕੀਤਾ ਹੈ, ਅਕਾਲੀਆਂ ਦੇ ਬਾਬਤ ਉਹ ਕਹਿੰਦੇ ਆ ਕਿ ਬੀਬੀ ਬਾਦਲ ਨੂੰ ਪਤਾ ਸੀ ਕਾਨੂੰਨ ਪਾਸ ਹੋਣ ਲੱਗਿਆ, ਉਦੋਂ ਤੱਕ ਬੋਲੇ ਨਹੀਂ ਜਦੋਂ ਤੱਕ ਲੋਕਾਂ ਦਾ ਗੁੱਸਾ ਚਰਮ ਸੀਮਾ ਤੱਕ ਨਹੀਂ ਪਹੁੰਚਾ। ਅਸਤੀਫਾ ਲੋਕਾਂ ਦੇ ਰੋਹ ਕਰਕੇ ਦਿੱਤਾ ਹੈ। ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਾਰੇ ਉਹ ਬਾਰ-ਬਾਰ ਇਹ ਕਹਿੰਦੇ ਆ ਕਿ ਇਹਨਾਂ ਦੀ ਸਰਕਾਰ ਦੇ ਮੰਤਰੀ ਤੇ ਅਧਿਕਾਰੀ ਖੁਦ ਮੀਟਿੰਗਾਂ 'ਚ ਹਿੱਸਾ ਲੈਂਦੇ ਰਹੇ ਸੀ, ਇਹ ਮਾਮਲੇ ਨੂੰ ਦੱਬ ਕੇ ਬੈਠੇ ਰਹੇ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਆਪਦੇ ਮਸਲੇ ਨੇ, ਇਹ ਕਾਨੂੰਨੀ ਤੌਰ ਤੇ ਸ਼ਿਕੰਜੇ 'ਚੋਂ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ ਤੇ ਗ੍ਰਹਿ ਮੰਤਰੀ ਸਾਹਿਬ ਦੇ ਇਸ਼ਾਰਿਆਂ ਤੇ ਚੱਲਦੇ ਆ। ਹੁਣ ਆਹ ਸਾਰਾ ਕੁਝ ਜਦੋਂ ਹੋ ਰਿਹਾ ਹੈ, ਸੰਧਾਲੀਆ ਸਾਹਿਬ ਇੱਥੇ ਕੋਈ ਬੰਦਾ ਇਹ ਨਾ ਸੋਚੇ ਜੀ ਤੁਸੀਂ ਆਮ ਆਦਮੀ ਪਾਰਟੀ ਨੂੰ ਵੀ ਕਹਿੰਦੇ ਹੋ, ਕਾਂਗਰਸੀਆਂ ਨੂੰ ਵੀ, ਅਕਾਲੀਆਂ ਨੂੰ, ਅਸੀਂ ਕਿਸੇ ਨੂੰ ਨਹੀਂ ਕਹਿੰਦੇ। ਪੰਜਾਬ 'ਚ 117 ਹਲਕੇ ਨੇ, ਇਹਨਾਂ ਸਾਰੀਆਂ ਪਾਰਟੀਆਂ ਦੇ ਇੰਚਾਰਜ ਹਲਕਿਆਂ 'ਚ ਬੈਠੇ ਆ। ਤੇ ਜੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਲੰਗਰ ਪਾਣੀ ਦੀ ਰਸਦ ਲੈ ਕੇ ਜਾ ਸਕਦੀਆਂ, ਵਿੱਤ ਮੁਤਾਬਕ ਟੈਂਟ ਲੈ ਕੇ ਜਾ ਸਕਦੀਆਂ, ਵਿੱਤ ਮੁਤਾਬਕ ਪਿੰਨੀਆਂ ਤੇ ਹੋਰ ਨਿੱਕ ਸੁੱਕ ਦੀਆਂ ਚੀਜ਼ਾਂ ਲੈ ਕੇ ਜਾ ਸਕਦੀਆਂ, ਕੰਬਲ ਤੇ ਰਜਾਈਆਂ ਲੈ ਕੇ ਦਿੱਲੀ ਤੱਕ ਅੱਪੜਦੀਆਂ ਕਰ ਸਕਦੀਆਂ, 117 ਬੰਦੇ ਇਹਨਾਂ ਦੇ ਕਨਫਰਮ ਨੇ। ਕਿੰਨੀਆਂ ਕੁ ਟਰਾਲੀਆਂ ਉੱਥੇ ਗਈਆਂ, ਕਿੰਨਾ ਕੁ ਸਮਾਨ ਲੈ ਕੇ ਭੇਜਿਆ? ਕੱਲੀ ਪ੍ਰੈਸ ਕਾਨਫਰੰਸ, ਕੱਲਾ ਬਿਆਨ, ਕੱਲਾ ਦੂਸਰਿਆਂ ਦੇ ਉੱਤੇ ਦੋਸ਼ ਤੇ ਬਾਰ-ਬਾਰ ਇਹ ਕਹਿਣਾ, ਇੱਕ ਵਾਰੀ ਮੌਕਾ ਸਾਨੂੰ ਦੇ ਦਿਓ ਫਿਰ ਤੁਹਾਨੂੰ ਕਰਕੇ ਦਿਖਾਵਾਂਗੇ। ਸੰਧਾਲੀਆ ਸਾਹਿਬ ਇੱਕ ਮੇਰਾ ਸਵਾਲ ਹੈ, ਕੋਈ ਪਾਰਟੀ ਹੈ ਅੱਜ ਕਾਂਗਰਸ ਪੰਜਾਬ 'ਚ ਸੱਤਾ 'ਚ ਹੈ, ਅਕਾਲੀ ਭਾਜਪਾ ਵਿਰੋਧ ਦੇ ਵਿੱਚ ਨੇ, ਵਿਰੋਧੀ ਧਿਰ 'ਚ ਨੇ, ਆਮ ਆਦਮੀ ਪਾਰਟੀ ਵੀ ਹਰਿਆਣੇ 'ਚ ਭਾਜਪਾ ਦੀ ਸਰਕਾਰ ਹੈ, ਕਾਂਗਰਸ ਵਿਰੋਧੀ ਧਿਰ 'ਚ ਹੈ। ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਕਿ ਸਾਰੀਆਂ ਪਾਰਟੀਆਂ ਇਦਾਂ ਕਿਉਂ ਕਹਿੰਦੀਆਂ ਕਿ ਸਾਨੂੰ ਮੌਕਾ ਦਿਓ ਕਰ ਦਿਆਂਗੇ। ਉਹ ਜਿੱਦਣ ਮੰਤਰੀ ਬਣਨਾ, ਮੁੱਖ ਮੰਤਰੀ ਬਣਨਾ, ਸਰਕਾਰ ਬਣਾਉਣੀ, ਕਿਤੇ ਟੀਕਾ ਤਾਂ ਨਹੀਂ ਲੱਗ ਜਾਣਾ। ਤੁਹਾਡੇ ਕੋਲੇ ਕੋਈ ਰੋਡ ਮੈਪ ਹੋਣਾ, ਤੁਹਾਡੇ ਕੋਲੇ ਕੋਈ ਯੋਜਨਾ ਹੋਣੀ ਹੈ। ਇਲੈਕਸ਼ਨ ਤਾਂ ਜੇ ਚਿਰ ਨੂੰ ਆ, ਤੁਹਾਡੀ ਵਾਰੀ ਤਾਂ ਚਿਰ ਨੂੰ ਆਉਣੀ ਹੈ। ਜੇ ਤੁਸੀਂ ਸੱਚੀ ਲੋਕਾਂ ਦੇ ਹਿਤੈਸ਼ੀ ਆ, ਜੇ ਤੁਸੀਂ ਕਿਸਾਨਾਂ ਦੇ, ਮਜ਼ਦੂਰਾਂ ਦੇ, ਆੜ੍ਹਤੀਆਂ ਦੇ ਹਿਤੈਸ਼ੀ ਆ, ਤੇ ਜਿਹੜੇ ਬੰਦੇ ਸਰਕਾਰ 'ਚ ਨੇ ਉਹਨਾਂ ਨੂੰ ਦੱਸ ਦਿਓ, ਉਹ ਅੱਜ ਤੋਂ ਹੀ ਕੰਮ ਸ਼ੁਰੂ ਕਰ ਦੇਣ। ਉਨੀ ਦੇਰ ਤੁਸੀਂ ਮੁੱਠੀ ਬੰਦ ਕਰਕੇ ਬੈਠੇ ਰਹਿੰਦੇ, ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੱਕ ਲਾ ਦੂਜੀ ਤਿਆਰ, ਇਹ ਥੋੜੀ ਕੋਈ ਗੱਲ ਹੁੰਦੀ ਹੈ। ਜੇ ਤੁਸੀਂ ਲੋਕਾਂ ਦੇ ਹਿਤੈਸ਼ੀ ਆ ਨਾ, ਫਿਰ ਭਾਈ ਗੱਲ ਖੋਲ ਕੇ ਕਰੋ, ਨਹੀਂ ਤਾਂ ਫਿਰ ਢੋਲਕੀ ਆ ਜਿਹੜਾ ਮਰਜ਼ੀ ਵਜਾਈ ਜਾਵੇ, ਇਹਨੂੰ ਹੀ ਸਿਆਸਤ ਕਹਿੰਦੇ ਆ।
ਵੈਸੇ ਬਾਠ ਸਾਹਿਬ ਮੈਂ ਤਾਂ ਰੇਡੀਓ ਬੀਜੇਪੀ ਵਾਲਿਆਂ ਦਾ ਔਨ ਕਰਨ ਲਈ ਕਿਹਾ ਸੀ, ਪਰ ਚਲੋ ਜੇ ਤੁਸੀਂ ਆਮ ਆਦਮੀ ਪਾਰਟੀ ਵਾਲਾ ਸ਼ੁਰੂ ਕਰ ਲਿਆ ਤੇ ਵੀ ਗੱਲ ਠੀਕ ਹੈ। ਆਮ ਆਦਮੀ ਪਾਰਟੀ ਵਾਲੇ ਜਦੋਂ ਵੀ ਕਿਤੇ ਉਹਨਾਂ ਦਾ ਜ਼ਿਕਰ ਕਰੀਏ, ਉਹਨਾਂ ਦੇ ਸਪੋਰਟਰ, ਉਹਨਾਂ ਦੇ ਲੀਡਰ ਸਾਹਿਬਾਨ ਜ਼ਰੂਰ ਕਹਿੰਦੇ ਹੁੰਦੇ ਆ ਵੀ ਯਾਰ ਸਾਨੂੰ ਤਾਂ ਜੇ ਸੱਤਾ 'ਚ ਆਉਣ ਦਾ ਮੌਕਾ ਹੀ ਨਹੀਂ ਮਿਲਿਆ, ਸਾਨੂੰ ਕੱਲ੍ਹ ਹੀ ਦੂਜਿਆਂ ਦੇ ਬਰਾਬਰ ਰੱਖਦੇ ਹੋ। ਅਸੀਂ ਤਾਂ ਚਾਹੁੰਦੇ ਹਾਂ ਕਿ ਅਸੀਂ ਚੇਂਜ ਲੈ ਕੇ ਆਉਣੀ ਹੈ ਪੰਜਾਬ 'ਚ। ਦਿੱਲੀ 'ਚ ਆਈ ਕਿ ਨਹੀਂ ਆਈ? ਦੇਖੋ, ਜੇ ਅਸੀਂ ਉੱਥੇ ਨਹੀਂ ਲਿਆਂਦੀ ਤਾਂ ਦੱਸੋ। ਜੇ ਅਸੀਂ ਦਿੱਲੀ 'ਚ ਲਿਆਂਦੀ, ਸਾਨੂੰ ਲੋਕਾਂ ਨੇ ਸਾਥ ਦਿੱਤਾ ਤੇ ਅਸੀਂ ਉੱਥੇ ਕਰਤਾ, ਪੰਜਾਬ 'ਚ ਸਾਡਾ ਸਾਥ ਦਿਓਗੇ ਤੇ ਅਸੀਂ ਪੰਜਾਬ 'ਚ ਕਰਕੇ ਵਿਖਾ ਦੇਵਾਂਗੇ। ਦੇਖੋ ਠੀਕ ਹੈ ਜੀ, ਅਸੀਂ ਸਹਿਮਤ ਹਾਂ ਤੁਹਾਡੀ ਇਸ ਗੱਲ ਦੇ ਨਾਲ। ਜਿੰਨੇ ਵੀ ਲੀਡਰ ਸਾਹਿਬਾਨ ਨੇ ਸਤਿਕਾਰਤ ਨੇ, ਵਰਕਰ ਨੇ ਸਤਿਕਾਰਤ ਨੇ। ਇੱਕ ਮੀਡੀਆ ਅਦਾਰਾ ਹੋਣ ਦੇ ਨਾਤੇ ਅਸੀਂ ਆਪਣੀ ਗੱਲ ਤਾਂ ਰੱਖ ਹੀ ਸਕਦੇ ਨਾ। ਇਹਦੇ 'ਚ ਇੱਕ ਸਵਾਲ ਦਾ ਜ਼ਰੂਰ ਮੈਂ ਜਵਾਬ ਚਾਹੁੰਦਾ ਕਿ ਆਮ ਆਦਮੀ ਪਾਰਟੀ ਵਾਲੇ ਜ਼ਰੂਰ ਦੇਣ। ਜਿਹੜੇ ਦਿੱਲੀ ਵਾਲੇ ਲੀਡਰ ਸਾਹਿਬਾਨ ਨੇ, ਉਹਨਾਂ ਦਾ ਵਿਚਰਨ ਦਾ, ਕੰਮ ਕਰਨ ਦਾ ਢੰਗ ਤਰੀਕਾ ਜਿਹੜਾ ਉਹ ਅਜੇ ਵੀ ਆਮ ਆਦਮੀ ਪਾਰਟੀ ਵਾਲੇ ਲੀਡਰਾਂ ਵਾਲਾ। ਪਰ ਜਿਹੜੇ ਪੰਜਾਬ ਦੇ ਵਿੱਚ ਲੀਡਰ ਸਾਹਿਬਾਨ ਨੇ, ਉਹਨਾਂ ਦੇ ਜਿੰਨੇ ਕੁ ਵੀ ਹੈਗੇ ਨੇ, ਉਹਨਾਂ ਦੇ ਦਿਮਾਗ ਦੇ ਵਿੱਚ ਉਹ ਦਿੱਲੀ ਵਾਲਾ ਜਿਹੜਾ ਕਲਚਰ ਹੈ ਉਹ ਘੱਟ ਹੈ। ਅਤੇ ਪੰਜਾਬ ਦਾ ਵੀ ਕਿਹੜੇ ਲੀਡਰਾਂ ਨੇ ਆਪਣੀਆਂ ਗੱਡੀਆਂ 'ਤੇ ਕੀ ਕੀ ਲਿਖਾਇਆ ਸੀ, ਇਹ ਵੀ ਪੰਜਾਬ ਦੇ ਲੋਕਾਂ ਦੇਖਿਆ। ਕਿਵੇਂ ਦੀਆਂ ਘੁੱਟਵੀਆਂ ਪਜਾਮੀਆਂ ਅਤੇ ਕਿਵੇਂ ਦਾ ਉਂਗਲਾਂ ਝਾੜ ਝਾੜ ਕੇ ਤੁਰਨ ਵਾਲਾ ਤਰੀਕਾ, ਉਹ ਵੀ ਲੋਕਾਂ ਦੇਖਿਆ। ਜੇ ਪਾਰਟੀ ਦਾ ਨਾਂ ਆਮ ਆਦਮੀ ਪਾਰਟੀ ਆਪਾਂ ਰੱਖਿਆ ਅਤੇ ਫਿਰ ਬੰਦੇ ਵੀ ਆਮ ਆਦਮੀ ਵਾਂਗੂ ਵਿਚਰਨ ਨਾ। ਜੇ ਆਪਾਂ ਅਜੇ ਵੀ ਵਿਚਰਨਾ ਵੀ ਭਾਈ ਸਾਹਿਬ ਮੈਂ ਵੀ ਸੁਖਬੀਰ ਬਾਦਲ ਵਾਂਗੂ ਨਜ਼ਰ ਆਵਾਂ, ਮੈਂ ਵੀ ਕੈਪਟਨ ਅਮਰਿੰਦਰ ਸਿੰਘ ਵਾਂਗੂ ਨਜ਼ਰ ਆਵਾਂ, ਅਤੇ ਫਿਰ ਲੋਕਾਂ ਨੇ ਪ੍ਰਭਾਵ ਵੀ ਆਮ ਆਦਮੀ ਪਾਰਟੀ ਦਾ ਉਸੇ ਪਾਰਟੀ ਵਾਂਗ ਹੀ ਰੱਖਣਾ ਜਿੱਦਾਂ ਦੀ ਪਾਰਟੀ ਤੋਂ ਅੱਗੇ ਉਹ ਤੰਗ ਨੇ। ਸੋ ਇਹ ਵੀ ਇੱਕ ਚੀਜ਼ ਜ਼ਰੂਰ ਨੋਟ ਕਰਨੀ ਚਾਹੀਦੀ। ਹੋ ਸਕਦਾ ਮੇਰੀ ਇਹ ਗੱਲ ਕਿਸ ਨੂੰ ਬਹੁਤ ਤਿੱਖੀ ਲੱਗੇ, ਕੌੜੀ ਲੱਗੇ, ਪਰ ਇਹ ਸੱਚ ਹੈ। ਆਪਾਂ ਨੂੰ ਅੰਦਰ ਝਾਤੀ ਮਾਰਨੀ ਪਏਗੀ ਕਿ ਜੇ ਆਮ ਆਦਮੀ ਪਾਰਟੀ ਹੈ ਤਾਂ ਉਹਨੂੰ ਆਮ ਰੱਖਿਆ ਜਾਵੇ, ਉਹਨੂੰ ਖਾਸ ਆਦਮੀ ਪਾਰਟੀ ਨਾ ਬਣਾਇਆ ਜਾਵੇ। ਇਹੀ ਇੱਕ ਕਾਰਨ ਸੀਗਾ ਕਿ ਪਿਛਲੇ ਸਮੇਂ 'ਚ ਖਾਸ ਆਦਮੀ ਪਾਰਟੀ ਬਣਾਇਆ ਗਿਆ। ਜਿਸ ਤਰ੍ਹਾਂ ਬੰਦੇ ਲੈਣ ਫਿੱਟ ਕੀਤੇ ਗਏ ਅਤੇ ਲੋਕਾਂ ਨੇ ਉਹਦਾ ਹਸ਼ਰ ਕੀ ਕੀਤਾ, ਉਹਦਾ ਜਵਾਬ ਵੀ ਮੇਰੇ ਖਿਆਲ ਨਾਲ ਯਾਦ ਹੀ ਹੋਣਾ। ਨਹੀਂ, ਬਹੁਤ ਜ਼ਰੂਰੀ ਹੈ। ਦੇਖੋ, ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਹ ਚੰਗੀ ਤਰ੍ਹਾਂ ਸਮਝੇ। ਅਸੀਂ ਬਦਖੋਈ ਨਹੀਂ ਕਰਦੇ ਕਿਸੇ ਦੀ। ਚੰਗੀ ਤਰ੍ਹਾਂ ਇਹ ਗੱਲ ਸਮਝੇ ਕਿ ਜਦੋਂ ਅਰਵਿੰਦ ਕੇਜਰੀਵਾਲ ਰਾਜਨੀਤੀ 'ਚ ਆਏ ਸੀ, ਉਦੋਂ ਦਾਅਵਾ ਕੀਤਾ ਗਿਆ ਸੀ ਕਿ ਭਾਈ ਇਹ ਤਾਂ ਕਹਿੰਦੇ ਸੀ ਰਾਜਨੀਤੀ ਦੇ ਨੇੜੇ ਦੀ ਨਹੀਂ ਲੰਘਾਂਗੇ ਅੰਨਾ ਹਜ਼ਾਰੇ ਦੇ ਅੰਦੋਲਨ 'ਚ, ਪਰ ਫਿਰ ਵੀ ਆ ਗਏ। ਪਰ ਅਰਵਿੰਦ ਕੇਜਰੀਵਾਲ ਦੀ ਵਰਕਿੰਗ ਸਟਾਈਲ ਜਿਹੜਾ ਹੈ ਨਾ ਉਹਨਾਂ ਦਾ, ਉਹ ਵੱਖਰਾ ਸੀ। ਇਸੇ ਕਰਕੇ ਉਸ ਵੇਲੇ ਦੀ ਦਿੱਲੀ ਦੀ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਤ ਨੂੰ ਬਹੁਤ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਹਰਾਇਆ ਸੀ। 15 ਸਾਲਾਂ ਦੀ ਮੁੱਖ ਮੰਤਰੀ, 15 ਸਾਲਾਂ ਦੀ ਮੁੱਖ ਮੰਤਰੀ। ਕੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਤੇ ਵਰਕਰ ਜਿਹੜੇ ਉਸ ਢੰਗ ਨਾਲ ਕੰਮ ਕਰਦੇ? ਕਈ ਜਗ੍ਹਾ ਤੇ ਕਰਦੇ ਵੀ ਹੋਣਗੇ, ਮੈਂ ਨਹੀਂ ਕਹਿੰਦਾ ਕਿ ਸਾਰੇ ਜਗ੍ਹਾ ਇੱਕੋ ਜਿਹਾ, ਪਰ ਕਈ ਜਗ੍ਹਾ ਦੇ ਉੱਤੇ ਕੋਈ ਸਰਗਰਮੀ ਨਹੀਂ ਹੈ। ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਥੋੜ੍ਹੀ ਮੁੱਕ ਗਈਆਂ। ਪੰਜਾਬ ਦੇ ਲੋਕ ਜਿਹੜੇ ਨੇ, ਚਾਹੇ ਉਹ ਮੰਡੀ ਹੈ, ਚਾਹੇ ਦੁਕਾਨ ਹੈ, ਚਾਹੇ ਬਾਜ਼ਾਰ ਹੈ, ਚਾਹੇ ਐਜੂਕੇਸ਼ਨ ਹੈ, ਸ਼ੁਰੂ ਕਰਦੇ ਅੰਦੋਲਨ, ਸਿਰੇ ਨਹੀਂ ਲਾਉਂਦੇ। ਸ਼ੁਰੂ ਕਰਦੇ ਆ ਪਰ ਲੀਡ ਕਰਨ ਜੋਗਾ ਕੰਮ ਅਗਲੇ ਪਾਸੇ ਨੂੰ ਤੋਰਦੇ ਨਹੀਂ। ਤੇ ਜੇ ਘਰ ਘਰ ਜਾ ਕੇ ਕੰਮ ਨਹੀਂ ਕਰਨਾ, ਪ੍ਰਚਾਰ ਨਹੀਂ ਕਰਨਾ ਤੇ ਕੋਸ਼ਿਸ਼ ਕਰਨੀ ਅਸੀਂ ਰਵਾਇਤੀ ਸਿਆਸਤ ਕਰੀਏ, ਫਿਰ ਲੋਕ ਬਹੁਤਾ ਪ੍ਰਵਾਨ ਜਿਹੜਾ ਉਹ ਸੰਧਾਲੀਆ ਸਾਹਿਬ ਕਰਦੇ ਨਹੀਂ ਹੁੰਦੇ। ਤੁਸੀਂ ਭਾਜਪਾ ਦਾ ਜ਼ਿਕਰ ਕੀਤਾ, ਦੇਖੋ ਮੈਂ ਭਾਜਪਾ ਵੱਲ ਪਤਾ ਕਿਉਂ ਨਹੀਂ ਸੀ ਆਉਂਦਾ? ਇਸ ਕਰਕੇ ਨਹੀਂ ਸੀ ਆਉਂਦਾ, ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ, ਇਹਨਾਂ ਤਿੰਨਾਂ ਧਿਰਾਂ ਨੂੰ ਉਮੀਦ ਹੈ। ਕਾਂਗਰਸ ਨੂੰ ਲੱਗਦਾ ਕਿ ਅਕਾਲੀ ਭਾਜਪਾ ਟੁੱਟ ਗਿਆ, ਸਾਡਾ ਦਾ ਲੱਗ ਜਾਣਾ। ਅਕਾਲੀਆਂ ਨੂੰ ਲੱਗਦਾ ਕਿ ਅਸੀਂ ਬਸਪਾ ਦੇ ਨਾਲ ਗੱਠਜੋੜ ਕਰ ਲੈਣਾ, ਸਰਕਾਰ ਸਾਡੀ ਬਣ ਜਾਣੀ ਹੈ। ਬਸਪਾ ਨੂੰ ਲੱਗਦਾ ਕਿ ਭਾਈ ਅਸੀਂ ਤਾਂ ਕਿਸੇ ਦੇ ਨਾਲ ਰਲ ਕੇ ਕਿਤੇ ਚੜ੍ਹ ਜਾਈਏ ਪੌੜੀਆਂ ਸੱਤਾ ਦੀਆਂ ਤੇ ਗੱਲ ਬਣ ਗਈ ਹੈ। ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਅਕਾਲੀ ਵੀ ਦੇਖ ਲੈ, ਭਾਜਪਾ ਵੀ ਦੇਖ ਲੈ, ਕਾਂਗਰਸ ਵੀ ਦੇਖ ਲੈ, ਲੋਕਾਂ ਵੋਟਾਂ ਸਾਨੂੰ ਹੀ ਪਾਉਣੀਆਂ। ਪਰ ਭਾਰਤੀ ਜਨਤਾ ਪਾਰਟੀ ਇੱਕੋ ਇੱਕ ਇੱਦਾਂ ਦੀ ਧਿਰ ਹੈ ਜਿਹਦਾ ਕੋਈ ਫੈਸਲਾ ਜਾਂ ਜਿਹਦਾ ਕੋਈ ਅਸਰ ਦਿੱਲੀ ਦੇ ਵਿੱਚ ਟਰਾਲੀਆਂ 'ਚ ਬੈਠੇ ਲੋਕਾਂ ਨੂੰ ਵੀ ਹੈਰਾਨ ਕਰ ਸਕਦਾ। ਸੰਧਾਲੀਆ ਸਾਹਿਬ, ਵੋਟਾਂ ਅੱਜ ਪੈ ਜਾਣ, ਵੋਟਾਂ ਸਾਲ ਨੂੰ ਪੈ ਜਾਣ, ਇੱਥੇ ਰਾਸ਼ਟਰਪਤੀ ਰਾਜ ਲੱਗ ਜਾਏ, ਇੱਥੇ ਕਪਤਾਨ ਸਾਹਿਬ ਕਹਿ ਦੇਣ ਆ ਮੇਰਾ ਅਸਤੀਫਾ ਵਿਧਾਨ ਸਭਾ ਭੰਗ ਕਰਕੇ ਚੋਣਾਂ ਕਰਾਓ। ਪ੍ਰੋਵੀਜ਼ਨ ਨੇ ਕੌਨਸਟੀਟਿਊਸ਼ਨ ਦੇ, ਸੰਵਿਧਾਨ ਦੇ। ਜਿੰਨੀ ਤੇਜ਼ ਰਫ਼ਤਾਰ ਦੇ ਨਾਲ ਕੈਪਟਨ ਸਾਹਿਬ ਤੁਰ ਰਹੇ, ਕੁਝ ਵੀ ਹੋ ਸਕਦਾ। ਪਰ ਭਾਰਤੀ ਜਨਤਾ ਪਾਰਟੀ ਦੇ ਲਈ ਸੁਖਾਲਾ ਨਹੀਂ ਕਿ ਅਕਾਲੀਆਂ ਦੇ ਨਾਲੋਂ ਗੱਠਜੋੜ ਵੀ ਟੁੱਟ ਗਿਆ। ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਜਨਤਕ ਸਰਗਰਮੀਆਂ ਕਰਨ 'ਚ ਵੀ ਪਰੇਸ਼ਾਨੀ ਆਉਂਦੀ ਹੈ। ਜਿੱਥੇ ਜਾਂਦੇ ਆ ਹਰ ਇੱਕ ਬੰਦਾ ਪੱਖ 'ਚ ਨਹੀਂ ਖੜਦਾ, ਹਰ ਇੱਕ ਬੰਦਾ ਵਿਰੋਧ 'ਚ ਨਹੀਂ ਖੜਦਾ, ਪਰ ਉਹਨਾਂ ਦੇ ਸਮਾਗਮਾਂ ਦੇ ਬਾਹਰ ਮੁਰਦਾਬਾਦ ਬਹੁਤ ਹੁੰਦੀ ਹੈ, ਕਾਲੇ ਝੰਡੇ ਬਹੁਤ ਦਿਖਾਏ ਜਾਂਦੇ ਆ। ਲੱਗਦਾ ਨਹੀਂ ਕਿ ਜੇ ਵੇਲੇ ਸਿਰ ਚੋਣਾਂ ਹੋਣਗੀਆਂ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਖਾਤਾ ਖੋਲ੍ਹਣ 'ਚ ਕਾਮਯਾਬ ਹੋਏਗੀ। ਜੇ ਹੋਊਗੀ ਵੀ ਤਾਂ 1-2 ਸੀਟਾਂ, ਸੰਭਾਵਨਾ ਨਹੀਂ। ਹੁਣ ਇਸ ਸਥਿਤੀ 'ਚ ਸੰਧਾਲੀਆ ਸਾਹਿਬ, ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਕੀ ਹੋ ਸਕਦੀ ਹੈ? ਭਾਰਤੀ ਜਨਤਾ ਪਾਰਟੀ ਨੂੰ ਸੂਤ ਕੀ ਬੈਠ ਸਕਦਾ? ਭਾਰਤੀ ਜਨਤਾ ਪਾਰਟੀ ਦੇ ਪੈਰ ਜਿਹੜੇ ਆ ਉਹ ਕਿਵੇਂ ਲੱਗ ਸਕਦੇ? ਕਿਉਂਕਿ ਢੀਂਡਸਾ ਸਾਹਿਬ ਨੇ ਅੱਗੇ ਨਹੀਂ ਸੀ ਕਿ ਅੱਗੇ ਕਹਿੰਦੇ ਸੀ ਅਕਾਲੀਆਂ ਕਾਂਗਰਸੀਆਂ ਨਾਲ ਗੱਠਜੋੜ ਕੋਈ ਨਹੀਂ। ਲੋਕ ਕਹਿੰਦੇ ਸੀ ਕਿ ਸੁਖਦੇਵ ਸਿੰਘ ਢੀਂਡਸਾ ਸਾਹਿਬ ਦਾ ਅਕਾਲੀ ਦਲ ਡੈਮੋਕ੍ਰੈਟਿਕ ਭਾਜਪਾ ਨਾਲ ਚਲੇ ਜਾਊ। ਉਹ ਕਹਿੰਦੇ ਨਾ, ਅਕਾਲੀ, ਭਾਜਪਾ ਤੇ ਕਾਂਗਰਸ ਤਿੰਨਾਂ ਦੇ ਨਾਲ ਕੋਈ ਗੱਠਜੋੜ ਨਹੀਂ। ਬੈਂਸ ਭਰਾ ਤਾਂ ਤੁਰ ਨਹੀਂ ਲੱਗੇ। ਇੱਧਰਲੇ ਪਾਸੇ ਜਿਹੜੇ ਬ੍ਰਹਮਪੁਰਾ ਸਾਹਿਬ ਦਾ ਅਕਾਲੀ ਦਲ ਟਕਸਾਲੀ ਹੈ, ਉਹ ਵੀ ਨਹੀਂ ਹੁਣ ਤੁਰਨ ਲੱਗਾ।
ਗੱਠਜੋੜ ਕਰਨ ਦੇ ਲਈ ਹਾਂਡੀ ਨਹੀਂ ਜੇ ਪੰਜਾਬ ਦੇ ਵਿੱਚੋਂ ਭਾਜਪਾ ਨੂੰ ਲੱਭਣਾ। ਕੀ ਭਾਰਤੀ ਜਨਤਾ ਪਾਰਟੀ ਨਿਰਾਸ਼ਾਜਨਕ ਨਤੀਜਾ ਲੈਣਾ ਚਾਹੇਗੀ ਜਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਗੇੜਾ ਕੋ ਪੁੱਠਾ ਦਿੱਤਾ ਜਾਏਗਾ? ਇੰਤਜ਼ਾਰ ਇਸ ਗੱਲ ਦਾ ਵੀ ਕਰ ਲੈਣਾ ਚਾਹੀਦਾ। ਦੇਖੋ ਬਾਟ ਸਾਹਿਬ, ਜਿਹੜਾ ਫਿਕਰ ਤੁਸੀਂ ਜ਼ਾਹਰ ਕੀਤਾ ਨਾ, ਉਹ ਫਿਕਰ ਆਪਣੀ ਤੌਰ ਦੇ ਉੱਪਰ ਜੇ ਮੋਟਾ ਦੇਖੀਏ ਫਿਰ ਤੇ ਜਾਪਦਾ ਵੀ ਬਿਲਕੁਲ ਸਹੀ ਹੈ। ਪਰ ਜੇ ਆਪਾਂ ਬੀਜੇਪੀ ਦੀ ਇੱਕ ਵੱਖਰੀ ਤਰ੍ਹਾਂ ਦੀ ਸਿਆਸਤ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ ਉਹਨਾਂ ਦੇ ਲਈ ਗੇਮ ਕੋਈ ਔਖੀ ਨਹੀਂ। ਗੇਮ ਇਸ ਕਰਕੇ ਔਖੀ ਨਹੀਂ ਕਿਉਂਕਿ ਦਿੱਲੀ ਦੇ ਵਿੱਚ ਉਹਨਾਂ ਕੋਲੇ ਉਹ ਸਰਕਾਰ ਹੈ ਜਿਨ੍ਹਾਂ ਦੇ ਕੋਲੇ ਏਡਾ ਵੱਡਾ ਹਰਾ ਪੈਨ ਹੈ, ਜਿਹੜਾ ਜਿੱਥੇ ਮਰਜ਼ੀ ਦਸਤਖਤ ਕਰਕੇ ਜਿਸ ਚੀਜ਼ ਨੂੰ ਮਰਜ਼ੀ ਉਲਟਾ ਸਿੱਧਾ ਪੁੱਠਾ ਸਿੱਧਾ ਜਿਵੇਂ ਮਰਜ਼ੀ ਕਰ ਸਕਦਾ। ਹੁਣ ਉਹ ਜਿਹੜਾ ਪੈਨ ਹੈ ਉਹ ਕਦੋਂ ਕਿਵੇਂ ਕਿਸ ਹਿਸਾਬ ਨਾਲ ਚੱਲੇਗਾ ਕਿ ਪੰਜਾਬ 'ਚ ਬੀਜੇਪੀ ਵਾਲੇ ਰਾਜ ਕਰਨ ਲੱਗ ਪੈਣ, ਇਹ ਆਪਾਂ ਇੰਤਜ਼ਾਰ ਕਰ ਸਕਦੇ ਹਾਂ। ਰਹੀ ਗੱਲ ਤੁਸੀਂ ਕੀਤੀ ਕਿ ਗੱਠਜੋੜ ਦੀ, ਹੁਣ ਮੈਂ ਯਾਦ ਕਰਾ ਦਿਆਂ, ਅਜੇ ਚੰਦ ਮਹੀਨੇ ਪਹਿਲਾਂ ਰਾਜਸਥਾਨ ਦੇ ਵਿੱਚ ਪੰਚਾਇਤ ਚੋਣਾਂ ਹੋਈਆਂ ਸੀ। ਉੱਥੇ ਉਹ ਜਿਹੜੀਆਂ ਛੋਟੀਆਂ ਚੋਣਾਂ ਹੋਈਆਂ ਨੇ, ਉਹਨਾਂ ਛੋਟੀਆਂ ਚੋਣਾਂ ਦੇ ਵਿੱਚ ਆਪਣੇ ਜਿਹੜੇ ਭਾਈਵਾਲ ਸੀ, ਬੀਜੇਪੀ ਦੇ ਭਾਈਵਾਲ ਤੇ ਕਾਂਗਰਸ ਪਾਰਟੀ ਦੇ ਭਾਈਵਾਲ, ਉਹਨਾਂ ਨੂੰ ਡਿਚ ਕਰਕੇ ਬੀਜੇਪੀ ਤੇ ਕਾਂਗਰਸ ਪਾਰਟੀ ਨੇ ਆਪਸ ਦੇ ਵਿੱਚ ਅਲਾਇੰਸ ਕੀਤਾ, ਗੱਠਜੋੜ ਕੀਤਾ, ਮੈਂ ਸ਼ਬਦ ਵਰਤ ਰਿਹਾ। ਉਹ ਗੱਠਜੋੜ ਕਰਕੇ ਆਪਣੇ ਬੰਦਿਆਂ ਨੂੰ ਕੁਰਸੀਆਂ ਦਵਾਈਆਂ, ਇਸ ਕਰਕੇ ਕਿਉਂਕਿ ਆ ਫਲਾਨਾ ਬੰਦਾ ਨਹੀਂ ਬਣਨਾ ਚਾਹੀਦਾ, ਜੇ ਇਹ ਬਣ ਗਿਆ ਫਿਰ ਗੱਲ ਨਹੀਂ ਬਣਨੀ। ਬੀਜੇਪੀ ਤੇ ਕਾਂਗਰਸ ਇਸ ਵਕਤ ਪੂਰੇ ਦੇਸ਼ 'ਚ ਵਿਰੋਧੀ ਨੇ, ਪਰ ਉਹਨਾਂ ਸੀਟਾਂ ਦੇ ਉੱਪਰ ਉਹਨਾਂ ਨੂੰ ਲੱਗਦਾ ਸੀ ਵੀ ਇਸ ਹਿਸਾਬ ਨਾਲ ਸਾਡੀ ਕੁਰਸੀ ਉੱਥੇ ਫਿੱਟ ਹੋ ਸਕਦੀ, ਤੇ ਉੱਥੇ ਗੱਠਜੋੜ ਕਰ ਲਿਆ। ਜੇ ਇਹੋ ਜਿਹੀ ਉਦਾਹਰਨ ਵੀ ਮੌਜੂਦ ਹੈ ਕਿ ਬੀਜੇਪੀ ਕਾਂਗਰਸ ਨਾਲ ਵੀ ਗੱਠਜੋੜ ਕਰ ਸਕਦੀ ਹੈ, ਜੇ ਉਹਨਾਂ ਨੂੰ ਲੋੜ ਹੋਵੇ ਕਿ ਭਾਈ ਸਾਹਿਬ ਆਪਾਂ ਕੁਰਸੀ 'ਤੇ ਇੱਦਾਂ ਬੈਠ ਸਕਦੇ ਹਾਂ, ਫਿਰ ਤਾਂ ਕੁਝ ਵੀ ਹੋ ਸਕਦਾ। ਪੰਜਾਬ 'ਚ ਠੀਕ ਹੈ, ਲੋਕ ਇਸ ਵਕਤ ਲੱਖਾਂ ਦੀ ਗਿਣਤੀ 'ਚ ਦਿੱਲੀ ਬੈਠੇ ਨੇ, ਪਰ ਉਹ ਜ਼ਰੂਰ ਇਹ ਗੱਲ ਦਿਮਾਗ 'ਚ ਰੱਖਣ ਵੀ ਇਹ ਸਾਰਾ ਕੁਛ ਇੱਦਾਂ ਹੀ ਨਜ਼ਰ ਨਹੀਂ ਆਉਂਦਾ ਜਿਵੇਂ ਵਿਖਾਇਆ ਜਾ ਰਿਹਾ, ਕੁਝ ਹੋਰ ਵੀ ਹੋ ਸਕਦਾ। ਨਹੀਂ ਦੇਖੋ, ਇਹ ਸਾਡੀ ਪਾਰਟੀ ਦਾ ਫੈਸਲਾ ਨਹੀਂ ਹੈ। ਇਹ ਹੇਠਲੀ ਪੱਧਰ ਦੇ ਉੱਤੇ, ਸਥਾਨਕ ਪੱਧਰ ਦੇ ਉੱਤੇ ਲੋਕਾਂ ਨੇ ਆਪਣੇ ਪੱਧਰ ਤੇ ਕੁਝ ਕੀਤਾ ਹੋਏਗਾ। ਅਸੀਂ ਉਹਨਾਂ ਨੂੰ ਖੁੱਲ੍ਹੇ ਛੱਡਿਆ ਸੀ ਕਿ ਭਾਈ ਤੁਸੀਂ ਹੇਠਲੀ ਪੱਧਰ ਦੇ ਉੱਤੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਉੱਥੇ ਧੜੇਬੰਦੀ ਫੈਲੇ, ਅਸੀਂ ਚਾਹੁੰਦੇ ਹਾਂ ਲੋਕ ਰਲ ਮਿਲ ਕੇ ਰਹਿਣ, ਜਿਹੜਾ ਚੰਗਾ ਬੰਦਾ ਉਹਨੂੰ ਬਣਾਉਣ। ਇਸ ਕਰਕੇ ਅਸੀਂ ਖੁੱਲ੍ਹਾ ਛੱਡਿਆ ਸੀ ਉਹਨਾਂ ਨੂੰ ਕਿ ਆਪਾਂ ਪਾਰਟੀਬਾਜ਼ੀ ਨਹੀਂ ਉੱਥੇ ਕਰਨੀ, ਤੁਹਾਡਾ ਜਿੱਦਾਂ ਸੂਤ ਆਉਂਦਾ, ਤੁਹਾਡਾ ਜਿੱਦਾਂ ਵਿਕਾਸ ਹੁੰਦਾ ਤੁਸੀਂ ਉੱਦਾਂ ਕਰ ਲਓ। ਉਹਨਾਂ ਕੋਲ ਬਿਆਨ ਹੈਗਾ। ਸੰਧਾਲੀਆ ਸਾਹਿਬ, ਤੁਸੀਂ ਬਹੁਤ ਜ਼ਿਆਦਾ ਫਿਕਰ ਬਿਲਕੁਲ ਨਹੀਂ ਕਰਨੀ। ਨਾਲੇ ਅੱਜ ਤੱਕ ਕਿਹੜਾ ਕੋਈ ਬੰਦਾ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਸ਼ਾਮਲ ਹੋਇਆ? ਕੋਈ ਇੱਥੇ ਇਦਾਂ ਦਾ ਹੈ ਹੀ ਨਹੀਂ। ਨੈਤਿਕਤਾ ਜਿਹੜੀ ਸਿਰੇ ਦੀ, ਇਹ ਕੋਈ ਟਰੰਪ ਹੋਰਾਂ ਵਾਲਾ ਦੇਸ਼ ਥੋੜ੍ਹੀ ਹੈ ਕਿ ਟਰੰਪ ਹੋਣਾ ਨੇ ਇਦਾਂ ਕਰ ਦਿੱਤਾ। ਸਾਡੇ ਵਾਲੇ ਲੀਡਰ ਨਹੀਂ ਹੈਗੇ ਇਦਾਂ ਭਾ, ਉਹ ਗੱਲਾਂ ਹੋਰ ਗਈਆਂ, ਤੁਹਾਡੇ ਯਾਰ ਹੋਣਗੇ ਇਦਾਂ ਦੇ। ਸਾਡੇ ਵਾਲੇ ਲੀਡਰ ਬਹੁਤ ਨੈਤਿਕਤਾ ਦੇ ਅੰਗ ਸੰਗ ਆ। ਕੋਈ ਬੰਦਾ ਉਂਗਲੀ ਕਰਦਾ ਸਹੀ, ਅਸਤੀਫਾ ਜੇਬ 'ਚ ਰੱਖਦੇ ਆ ਕਿ ਮੇਰੇ ਤੇ ਦੋਸ਼ ਲਗਾ, ਚੱਕੋ ਅਸਤੀਫਾ, ਜਾਂਚ ਬਾਅਦ 'ਚ ਹੋਊਗੀ। ਅੱਜ ਤੱਕ ਕਦੇ ਇਦਾਂ ਹੋਇਆ ਕਿ ਕਲੀਨ ਚਿੱਟ ਜੇਬ 'ਚ ਰੱਖਿਆ ਹੋਵੇ? ਅਸਤੀਫੇ ਹੁੰਦੇ ਨੇ, ਅਸਤੀਫੇ ਜੇਬ ਦੇ ਵਿੱਚ। ਹੁਣ ਇੱਕ ਇੱਥੇ ਗੱਲ ਸੰਧਾਲੀਆ ਸਾਹਿਬ, ਇਹਦੇ ਤੋਂ ਪਹਿਲਾਂ ਕਿ ਤੁਸੀਂ ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ, ਡਾਕਟਰ ਧਰਮਵੀਰ ਗਾਂਧੀ, ਸੁਖਦੇਵ ਸਿੰਘ ਢੀਂਡਸਾ, ਬ੍ਰਹਮਪੁਰਾ ਸਾਹਿਬ ਦੀ ਪਾਰਟੀ ਤੇ ਕੁਝ ਹੋਰ ਧਿਰਾਂ ਦੇ ਵੱਲ ਜਾਓ, ਇਹ ਗੱਲ ਇੱਕ ਵਾਰੀ ਫੇਰ ਆਪਣੇ ਦਰਸ਼ਕਾਂ ਦੇ ਟੱਬਰ ਨੂੰ ਅਸੀਂ ਦੱਸਦੇ ਜਾਈਏ ਕਿ ਅੱਜ ਇਹ ਗੱਲਾਂ ਤਾਂ ਕੀਤੀਆਂ ਗਈਆਂ ਕਿ ਇੱਕ ਪਾਸੇ ਖੇਤੀ ਅੰਦੋਲਨ ਦੇ ਵਿੱਚ ਲੋਕਾਂ ਨੇ ਸਿਰਾ ਲਾਇਆ ਹੋਇਆ, ਪੂਰਾ ਟਿੱਲ ਲੱਗਾ ਹੋਇਆ, ਪੂਰੀ ਦੁਨੀਆ ਦੀਆਂ ਨਜ਼ਰਾਂ ਇੱਧਰਲੇ ਪਾਸੇ ਟਿਕੀਆਂ, ਪਰ ਦੂਸਰੇ ਪਾਸੇ ਜਿਨ੍ਹਾਂ ਦੇ ਹੱਥ ਦੇ ਵਿੱਚ ਤੁਸੀਂ ਸੂਬਾ ਫੜਾਉਂਦੇ ਰਹੇ ਹੋ ਜਾਂ ਜਿਨ੍ਹਾਂ ਦੇ ਹੱਥ 'ਚ ਸੂਬਾ ਫੜਾਇਆ ਜਾਂ ਜਿਹੜੇ ਸੂਬੇ ਦੀ ਬਾਗਡੋਰ ਆਪਣੇ ਹੱਥ ਦੇ ਵਿੱਚ ਲੈਣ ਦੇ ਲਈ ਕਾਹਲੇ ਨੇ, ਉਹ ਇਸ ਵੇਲੇ ਤੁਹਾਡੇ ਖੇਤੀ ਅੰਦੋਲਨ ਦੇ ਅੰਗ ਸੰਗ ਕਰ ਕੀ ਰਹੇ ਆ? ਉਹਨਾਂ ਨੇ ਛੱਜ ਖੇਤੀ ਵਾਲਾ ਫੜਿਆ, ਅਨਾਜ ਵਾਲਾ ਫੜਿਆ, ਜਾਂ ਸਿਆਸੀ ਤੌਰ ਦੇ ਉੱਤੇ ਉਸ ਛੱਜ ਦੇ ਵਿੱਚੋਂ ਤੁਹਾਡੀਆਂ ਵੋਟਾਂ ਪਾ ਕੇ ਐਂ ਝੜ ਕੇ ਦੇਖਦੇ ਆ ਕਿ ਘੱਟਾ ਕਿਤੇ ਬਹੁਤਾ ਤਾਂ ਨਹੀਂ। ਧਿਆਨ ਉਧਰਲੇ ਪਾਸੇ ਰੱਖਣਾ ਜ਼ਰੂਰੀ ਹੈ। ਐਤਕੀ ਪਿੰਡਾਂ 'ਚ ਟਰਾਲੀਆਂ ਦੇ ਡਾਲੇ ਜਦੋਂ ਖੁੱਲਣ, ਸੌਫਟਵੇਅਰ ਨਾ ਬਦਲਿਆ ਜੇ, ਬੰਦੇ ਤਾਂ ਉਹੀ ਰਹਿਣੇ ਆ, ਤੁਸੀਂ ਸਿੱਧੇ ਰਹੋ। ਇੱਥੇ ਬਾਟ ਸਾਹਿਬ, ਮੈਂ ਉਹਨਾਂ ਲੀਡਰਾਂ ਵਾਲੇ ਪਾਸੇ ਜਿਹਨਾਂ ਦਾ ਤੁਸੀਂ ਹੁਣੇ ਜ਼ਿਕਰ ਕੀਤਾ, ਜਾਣ ਤੋਂ ਪਹਿਲਾਂ ਜਿਹੜੀ ਇੱਕ ਵੱਡੀ ਗੱਲ ਇਸ ਵਕਤ ਚਰਚਾ 'ਚ ਹੈ ਉਹਦਾ ਜ਼ਿਕਰ ਕਰਨਾ ਚਾਹੁੰਦਾ। ਉਹ ਵੱਡੀ ਗੱਲ ਇਹ ਹੈ ਕਿ ਦੇਖੋ ਜੀ, ਇਹ ਜਿਹੜਾ ਕਿਸਾਨ ਅੰਦੋਲਨ ਇਸ ਵਕਤ ਚੱਲ ਰਿਹਾ ਹੈ, ਕਿਸਾਨਾਂ ਨੇ ਦੇਖਿਆ ਕਿ ਆਪਣੇ ਤੌਰ 'ਤੇ ਅਸੀਂ ਇਕੱਠੇ ਹੋ ਗਏ, ਆਪਣੀਆਂ ਸਾਨੂੰ ਫਿਕਰ ਨਜ਼ਰ ਆ ਗਏ, ਸਾਡੇ ਨਾਲ ਸਰਕਾਰਾਂ ਨੇ ਧੱਕਾ ਕੀਤਾ। ਫਿਰ ਜਦੋਂ ਪਿਛਲੇ ਪੋਤੜੇ ਫਰੋਲੇ ਗਏ ਤੇ ਪਤਾ ਲੱਗਿਆ ਵੀ ਹੁਣ ਵਾਲੀ ਸਰਕਾਰ ਨੇ ਇਸ ਤੋਂ ਪਹਿਲੀਆਂ ਸਰਕਾਰਾਂ, ਚਾਹੇ ਉਹ ਕਾਂਗਰਸ ਦੀ ਰਹੀ ਹੋਵੇ, ਚਾਹੇ ਉਹ ਕੋਈ ਗੱਠਜੋੜ ਦੀ ਰਹੀ ਹੋਵੇ, ਉਹਨਾਂ ਸਾਰਿਆਂ ਨੇ ਉਹੀ ਨੀਤੀਆਂ ਲਾਗੂ ਕੀਤੀਆਂ ਜੋ ਕਿ ਪਿਛਲੇ ਸਮੇਂ 'ਚ WTO ਦੇ ਸਮਝੌਤੇ ਦੇ ਤਹਿਤ ਇਹ ਸਾਰਾ ਕੁਝ ਜਿਹੜਾ ਸੀ ਉਹ ਹੁੰਦਾ ਰਿਹਾ। ਹੁਣ ਇੱਥੇ ਇਹ ਚਰਚਾ ਹੈ ਕਿ ਉਹ ਜਿਹੜਾ ਅੰਦੋਲਨ ਹੈ ਉਹਦੇ ਵਿੱਚੋਂ ਕੋਈ ਨਾ ਕੋਈ ਪੋਲੀਟੀਕਲ ਪਾਰਟੀ ਨਿਕਲ ਸਕਦੀ ਹੈ। ਇਹ ਉਸੇ ਤਰ੍ਹਾਂ ਹੀ ਆ ਜਿੱਦਾਂ ਅੰਨਾ ਹਜ਼ਾਰੇ ਦੇ ਅੰਦੋਲਨ 'ਚੋਂ ਕਹਿੰਦੇ ਸੀ ਆਮ ਆਦਮੀ ਪਾਰਟੀ ਨਿਕਲੀ, ਕਿਉਂਕਿ ਕਿਹਾ ਜਾਂਦਾ ਸੀ ਉਦੋਂ ਕਿ ਠੀਕ ਹੈ, ਜੇ ਤੁਹਾਨੂੰ ਸਾਡੇ ਦੇ ਉੱਪਰ ਯਕੀਨ ਨਹੀਂ ਹੈਗਾ ਤਾਂ ਤੁਸੀਂ ਖੁਦ ਇਸ ਸਿਸਟਮ 'ਚ ਆ ਕੇ ਸਿਸਟਮ ਨੂੰ ਬਦਲ ਲਓ। ਹੁਣ ਇਹ ਪਤਾ ਨਹੀਂ ਕਿਹਾ ਜਾਣ ਲੱਗ ਪਿਆ ਜਾਂ ਬਣਾਇਆ ਜਾਣ ਲੱਗ ਪਿਆ ਜਾਂ ਇਸ ਚੀਜ਼ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਣ ਲੱਗ ਪਿਆ ਕਿ ਇਹ ਜਿਹੜੇ ਕਿਸਾਨ ਲੀਡਰ ਨੇ, ਜਦੋਂ ਇਹਨਾਂ ਦੀ ਗੱਲ ਨਾ ਬਣੀ ਤੇ ਹੋ ਸਕਦਾ ਇਸ ਕਿਸਾਨ ਅੰਦੋਲਨ 'ਚੋਂ ਇੱਕ ਕਿਸਾਨ ਪਾਰਟੀ ਨਿਕਲ ਆਵੇ ਅਤੇ ਫਿਰ ਉਹਨਾਂ ਨੂੰ ਇਹ ਲੱਗੇ ਕਿ ਜੇ ਆਮ ਲੋਕਾਂ ਦੇ ਤੌਰ 'ਤੇ ਤੁਸੀਂ ਸਾਡੀ ਗੱਲ ਨਹੀਂ ਸੁਣਦੇ ਤੇ ਫਿਰ ਅਸੀਂ ਖੁਦ ਸੱਤਾ ਚਾਹਾਂਗੇ, ਖੁਦ ਸੱਤਾ ਹਾਸਲ ਕਰਾਂਗੇ,
ਤੇ ਫਿਰ ਇੱਕ ਸੱਤਾ ਧਿਰ ਦੇ ਵਿੱਚ ਆਉਣ ਤੋਂ ਬਾਅਦ ਅਸੀਂ ਖੁਦ ਉਹਨਾਂ ਕਾਗਜ਼ਾਂ ਦੇ ਉੱਪਰ ਦਸਤਖਤ ਕਰਾਂਗੇ ਕਿ ਸਾਨੂੰ ਆਹ ਚੀਜ਼ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਚਾਹੀਦੀ ਹੈ। ਹੁਣ ਇਹ ਪਹਿਲੀ ਨਜ਼ਰੇ ਤੇ ਇਦਾਂ ਲੱਗਦੀ ਹੈ ਗੱਲ ਕਿ ਠੀਕ ਹੈ ਯਾਰ, ਜੇ ਇੱਕ ਰਸਤਾ ਨਹੀਂ ਦੂਸਰਾ ਹੋ ਸਕਦਾ, ਪਰ ਜਿਹੜਾ ਦੂਸਰਾ ਰਸਤਾ ਹੈ ਉਹ ਤੇ ਆਪਾਂ ਅੱਗੇ ਹੀ ਵਿਚਾਰਦੇ ਹਟਿਆ ਵੀ ਉਹ ਪੜੁੱਲ ਤੇ ਰਾਜਨੀਤੀ ਦਾ, ਤੇ ਉਸ ਪੜੁੱਲ ਦੇ ਵਿੱਚ ਜਦੋਂ ਪਹਿਲਵਾਨ ਆਉਂਦਾ ਹੈ ਤੇ ਉਹ ਅਗਲੇ ਨੂੰ ਅਗਲੇ ਹੱਥ ਭਾਵੇਂ ਲਾਵੇ ਭਾਵੇਂ ਨਾ ਲਾਵੇ, ਮਿੱਟੀ ਚੁੱਕ ਚੁੱਕ ਕੇ ਖਾੜੇ ਦੇ ਅਗਲੇ ਦੇ ਮੋਢਿਆਂ ਤੇ ਪਹਿਲਾਂ ਪਾਉਣ ਲੱਗ ਪੈਂਦਾ। ਤੇ ਜੇ ਇਸ ਪਾਸੇ ਨੂੰ ਮੋੜਾ ਕੱਟਿਆ ਜਾ ਰਿਹਾ ਜਾਂ ਕਟਵਾਇਆ ਜਾ ਰਿਹਾ, ਇਹਨੂੰ ਵੀ ਤੇ ਸਮਝਣ ਦੀ ਲੋੜ ਹੈ। ਵਿਚਾਰਾਂ ਦੀ ਸਹਿਮਤੀ ਅਸਹਿਮਤੀ ਹੋ ਸਕਦੀ ਹੈ, ਪਰ ਸੰਧਾਲੀਆ ਸਾਹਿਬ ਇੱਕ ਗੱਲ ਪੱਕੀ ਹੈ ਕਿ ਉੱਥੇ ਕਿਸਾਨ ਜਥੇਬੰਦੀਆਂ ਇਕਜੁੱਟ ਹੋਈਆਂ ਕਾਹਦੇ ਲਈ? ਇਸ ਗੱਲ ਦੇ ਲਈ ਕਿ ਅਸੀਂ ਕਾਨੂੰਨ ਰੱਦ ਕਰਾਉਣੇ ਆ, ਇਸ ਗੱਲ ਦੇ ਲਈ ਕਿ ਪੰਜਾਬ ਦਾ ਵਿੱਤੀ ਤੌਰ ਤੇ, ਖੇਤੀ ਤੌਰ ਤੇ, ਅਰਥਚਾਰੇ ਦੇ ਤੌਰ ਤੇ ਨੁਕਸਾਨ ਹੋ ਜੂ। ਇਸ ਗੱਲ ਲਈ ਇਕੱਠੀਆਂ ਹੋਈਆਂ ਬਹੁਤ ਸਾਰੇ ਸੱਜਣ ਜਿਹੜੇ ਕਹਿੰਦੇ ਯਾਰ ਪਾਰਟੀ ਬਣਾ ਕੇ ਇੱਥੋਂ ਉੱਠਿਓ, ਮੁੜ ਕੇ ਨਹੀਂ ਪਤਾ ਲੱਗਦਾ ਹੁੰਦਾ। ਜਦੋਂ ਕਹਿੰਦੇ ਸਾਨੂੰ ਪੁਰਾਣੀਆਂ ਸਰਕਾਰਾਂ ਦੇ ਉੱਤੇ, ਪਾਰਟੀਆਂ ਦੇ ਉੱਤੇ, ਲੀਡਰਾਂ ਦੇ ਉੱਤੇ ਯਕੀਨ ਹੀ ਨਹੀਂ, ਆਹ ਬੰਦੇ ਜਿਹੜੇ ਖੇਤੀ ਅੰਦੋਲਨ ਦੀ ਅਗਵਾਈ ਕਰਦੇ ਆ, ਚੰਗੇ ਬੰਦੇ ਆ, ਸਿਆਣੇ ਬੰਦੇ ਆ, ਇਮਾਨਦਾਰ ਬੰਦੇ ਆ, ਕਿਉਂ ਨਾ ਇੱਕ ਪਾਰਟੀ ਬਣਾ ਕੇ ਇੱਥੋਂ ਉੱਠਣ? ਬੜਾ ਸੁਖਾਲਾ ਲੱਗਦਾ ਕੰਮ। ਪਰ ਇੱਕ ਗੱਲ ਇਸ ਮੋੜ ਤੇ, ਜਦੋਂ ਅਜੇ ਅੰਦੋਲਨ ਅੱਧ ਵਿਚਾਲੇ ਆ, ਜਦੋਂ ਅਜੇ ਸੁਪਰੀਮ ਕੋਰਟ, 26 ਜਨਵਰੀ, ਬਹੁਤ ਸਾਰੀਆਂ ਚੀਜ਼ਾਂ ਮੂਹਰੇ ਨੇ, ਜਦੋਂ ਅਜੇ ਬਹੁਤ ਸਾਰੀਆਂ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਪੂਰੀ ਤਾਕਤ ਦੇ ਨਾਲ ਅੰਦੋਲਨ ਨੂੰ ਜਿਹੜਾ ਉਹ ਮੱਠਾ ਕਰਨ ਦੇ ਵਿੱਚ ਲੱਗੀਆਂ, ਹਾਲ ਦੀ ਘੜੀ ਇਹ ਗੱਲ ਨਾ ਕੀਤੀ ਜਾਵੇ ਤਾਂ ਚੰਗਾ। ਚਰਚਾ ਬੜੀ ਹੈ, ਸਿਖਰ ਦੀ ਹੈ, ਪਰ ਜਿੱਦਣ ਪੋਲੀਟੀਕਲ ਪਾਰਟੀ ਬਣਾਉਣ ਦੀ ਗੱਲ ਤੁਰ ਪਈ ਸੰਧਾਲੀਆ ਸਾਹਿਬ, ਉਦਣ ਫਿਰ ਅਗਲਿਆਂ ਛੱਜ 'ਚ ਪਾ ਕੇ ਛੱਟਣਾ ਦੇਖਿਆ। ਇਹ ਤਾਂ ਪੋਲੀਟੀਕਲ ਪਾਰਟੀ ਬਣਾਉਣਾ ਚਾਹੁੰਦੇ ਸੀ, ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ, ਕੋਈ ਮੰਤਰੀ ਬਣਨਾ ਚਾਹੁੰਦਾ ਸੀ, ਇਹਨਾਂ ਨੂੰ ਲੋਕਾਂ ਦਾ ਹੇਜ ਹੂਜ ਕੋਈ ਨਹੀਂ ਸੀ। ਇਹ ਗੱਲ ਵੀ ਆਪਾਂ ਚੇਤੇ ਰੱਖੀਏ ਕਿ ਵੱਡੀਆਂ ਵੱਡੀਆਂ ਪੋਲੀਟੀਕਲ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਜਿਹੜੇ ਨੇ, ਉਹ ਵੱਡੇ ਵੱਡੇ ਤੋਂ ਭਾਵ ਕਿ ਜ਼ਿਲ੍ਹਾ ਪੱਧਰੀ, ਜ਼ਿਲ੍ਹਾ ਪ੍ਰਧਾਨ ਵੀ ਕਈਆਂ ਪਾਰਟੀਆਂ ਦੇ ਚੁੱਪ ਕਰਕੇ ਆਪਣੀ ਪਾਰਟੀ ਦੇ ਰੰਗ ਦੀ ਪੱਗ ਨਹੀਂ ਬੰਨ੍ਹਦੇ, ਉੱਥੇ ਜਾ ਕੇ ਬੈਠੇ ਆ 15-15, 20-20 ਦਿਨ ਹੋ ਗਏ। ਇਹ ਉਹਨਾਂ ਨੂੰ ਲੱਗਾ ਸੀ ਕਿ ਭਾਈ ਨਹੀਂ, ਮੈਂ ਪੋਲੀਟੀਕਲ ਪਾਰਟੀ ਦਾ ਬੰਦਾ ਹੋਊਂਗਾ, ਪਰ ਉਹਦੇ ਤੋਂ ਪਹਿਲਾਂ ਮੈਂ ਕਿਸਾਨ ਆ, ਮੈਂ ਖੇਤ ਵਾਲਾ ਬੰਦਾ। ਉੱਥੇ ਗਏ ਆ। ਇਸ ਕਰਕੇ ਹਾਲ ਦੀ ਘੜੀ ਉਸ ਗੱਲ ਤੋਂ ਜੇ ਗਰੇਜ਼ ਹੋ ਜਾਊਗਾ ਤਾਂ ਅੰਦੋਲਨ ਚੰਗਾ ਰਹੂਗਾ, ਪਰ ਜੇ ਇਧਰਲੇ ਪਾਸੇ ਨੂੰ ਗੱਲ ਤੁਰ ਪਈ, ਪੰਜਾਬ ਦੇ ਸਿਆਸਤਦਾਨ ਤਾਂ ਚਾਹੁੰਦੇ ਆ, ਉਹਨਾਂ ਨੂੰ ਲੱਗਦਾ ਕਿ ਭਾਈ ਜੇ ਇਹ ਬੰਦੇ ਪ੍ਰੈਸ਼ਰ ਗਰੁੱਪ ਬਣਾ ਕੇ ਰਹੇ, ਐਦਾਂ ਹੀ ਇਕਮੁੱਠ ਰਹੇ, ਸਾਨੂੰ ਸਿੱਧੇ ਕੰਮ ਕਰਨੇ ਪੈਣੇ ਆ, ਸਾਨੂੰ ਲੋਕਾਂ ਦੇ ਮੁੱਦਿਆਂ ਤੇ ਚੋਣ ਲੜਨੀ ਪੈਣੀ ਹੈ, ਸਾਨੂੰ ਐਜੂਕੇਸ਼ਨ ਤੇ ਹੈਲਥ ਦੀ ਗੱਲ ਕਰਨੀ ਪਊਗੀ। ਤੇ ਜੇ ਪਾਰਟੀ ਬਣਾ ਲਈ, ਕਰਜ਼ੇ 'ਚ ਪੰਜਾਬ ਡੁੱਬਿਆ, ਮਸਲੇ ਬਹੁਤ ਨੇ, ਅਗਲਿਆਂ ਨੇ ਖੁੱਲ੍ਹਾ ਪੈਸਾ ਲਾ ਕੇ ਚੋਣਾਂ ਲੜਨੀਆਂ, ਇਹਨਾਂ ਦੇ ਕੋਲੇ ਇੰਨਾ ਕੁਝ ਹੋਣਾ ਨਹੀਂ, ਤਾਂ ਕਿਤੇ ਅੰਦੋਲਨ ਜਿਹਦੀ ਹਵਾ ਬਹੁਤ ਬਣੀ ਹੈ, ਗੁਬਾਰੇ 'ਚ ਇੱਕ ਤੀਲ ਮਾਰ ਦਿਓ, ਪਟਕ ਹੋ ਜਾਂਦਾ ਕੰਮ। ਇਦਾਂ ਵੀ ਹੋ ਸਕਦਾ। ਇਹ ਚਰਚਾ ਹੈ, ਆਪਾਂ ਤਾਂ ਇਸ ਕਰਕੇ ਮੈਂ ਕਰ ਦਿੱਤੀ ਗੱਲ। ਮੈਂ ਕਿਹਾ ਇਹ ਨਾ ਹੋਵੇ ਕਿ ਆਪਾਂ ਪੋਲੀਟੀਕਲ ਪਾਰਟੀਆਂ ਦੀ ਆਪਣੀ ਆਪਣੀ ਤਿਆਰੀ ਵਾਲੇ ਪਾਸੇ ਗੱਲ ਕਰਦੇ ਰਹੀਏ। ਇਹ ਵੀ ਗੱਲ ਕਰਦੀ ਹੈ ਕਿ ਉਹ ਇਸ ਵਕਤ ਇਸ ਅੰਦੋਲਨ ਨੂੰ ਜੇ ਪਹਿਲਾਂ ਧਰਮ ਦੇ ਨਾਂ 'ਤੇ ਨਹੀਂ ਵੰਡਿਆ ਗਿਆ, ਜੇ ਉਸ ਤੋਂ ਬਾਅਦ ਇਹ ਅਲੱਗ-ਅਲੱਗ ਖੇਤਰਾਂ ਦੇ ਨਾਂ ਦੇ ਉੱਪਰ ਨਹੀਂ ਵੰਡਿਆ ਗਿਆ, ਅਲੱਗ-ਅਲੱਗ ਸਟੇਟਾਂ ਦੇ ਨਾਂ 'ਤੇ ਨਹੀਂ ਵੰਡਿਆ ਗਿਆ, ਤੇ ਫਿਰ ਇੱਦਾਂ ਕਰਦੇ ਹਾਂ ਵੀ ਇੱਕ ਪੋਲੀਟੀਕਲ ਪਾਰਟੀ ਦੇ ਤੌਰ 'ਤੇ ਵੰਡ ਕੇ ਦੇਖ ਲੈਂਦੇ, ਕਿਉਂਕਿ ਜੇ ਇੱਕ ਵਾਰ ਪੋਲੀਟੀਕਲ ਪਾਰਟੀ ਬਣ ਗਈ ਫਿਰ ਤੇ ਉਹ ਪਾਰਟੀ ਹੈ, ਜਿਹੀ ਭਾਜਪਾ, ਜਿਹੀ ਕਾਂਗਰਸ, ਜਿਹੀ ਆਮ ਆਦਮੀ ਪਾਰਟੀ, ਜਿਹਾ ਅਕਾਲੀ ਦਲ, ਉਸੇ ਤਰ੍ਹਾਂ ਦੀ ਇੱਕ ਹੋਰ ABC ਪਾਰਟੀ ਬਣ ਜਾਊਗੀ, ਤੇ ਫਿਰ ਆਪਾਂ ਉਹਦੇ ਨਾਲ ਲੜਾਂਗੇ। ਇਹ ਬੜੇ ਮਾੜੇ ਆ, ਇਹਨਾਂ ਨੇ ਇਦਾਂ ਕਰਤਾ, ਜੋ ਕੁਝ ਉਹਦੇ 'ਚ ਹੁੰਦਾ ਆਪਾਂ ਨੂੰ ਪਤਾ ਹੀ ਹੈ ਜੀ। ਹੁਣ ਤੁਸੀਂ ਜ਼ਿਕਰ ਕੀਤਾ ਸੀ ਕੁਝ ਬੰਦਿਆਂ ਦਾ, ਮੈਂ ਕਿਹਾ ਰਹਿ ਨਾ ਜਾਵੇ ਯਾਰ, ਉਹਨਾਂ ਦੀ ਗੱਲ ਵੀ ਕਰ ਲਈਏ। ਕਰ ਲਓ, ਪਰ ਸਕਿੰਟ 30 ਦਿੱਤੇ ਆ ਨੇ। 30 ਸਕਿੰਟ ਦੇ ਵਿੱਚ ਇਹੀ ਹੈ ਕਿ ਵੀ ਉਹ ਜਿਹੜਾ ਇਸ ਵਕਤ ਮਾਹੌਲ ਚਾਲ ਬਣ ਰਿਹਾ, ਉਹਦੇ ਵਿੱਚ ਉਹ ਧਿਰਾਂ ਜਿਹੜੀਆਂ ਨੇ ਉਹ ਅਜੇ ਫਿਲਹਾਲ ਤੇ ਬੜਾ ਛੋਟਾ ਪ੍ਰਭਾਵ ਰੱਖਦੀਆਂ ਨੇ, ਪਰ ਆਉਣ ਵਾਲੇ ਸਮੇਂ 'ਚ ਉਹ ਕਿਸ ਪਾਸੇ ਜੁੜਦੀਆਂ ਨੇ, ਕੀ ਉਹ ਫੈਸਲਾ ਲੈਂਦੀਆਂ ਨੇ, ਉਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਜਿਹੜਾ ਉਹ ਜ਼ਰੂਰ ਯੂਨੈਨਿਮਸਲੀ ਪਊਗਾ ਇਸ ਪੂਰੇ ਘਟਨਾਕ੍ਰਮ ਦੇ ਉੱਪਰ, ਤੇ ਫਿਰ ਲੱਗੂਗਾ ਕਿ ਪੰਜਾਬ 2022 ਦੇ ਵਿੱਚ ਕਿਹਦੀ ਝੋਲੀ ਡਿੱਗਦਾ ਜਾ ਕੇ, ਤੇ ਕਿਹੜਾ ਬਾਅਦ 'ਚ ਅੰਦਰ ਬਹਿ ਕੇ ਫਿਰ ਮੁੱਛਾਂ ਕੁੰਡੀਆਂ ਕਰਦਾ ਵੇਖਿਆ। ਫਿਰ ਕਿਸਾਨ ਅੰਦੋਲਨ ਲੈ ਕੇ ਬਹਿ ਗਈ ਉਹਨਾਂ ਨੂੰ, ਤੇ ਆਪਣੇ ਬਣ ਗਈ ਨਜ਼ਾਰੇ। ਲਓ ਜੀ, ਸਤਿ ਸ੍ਰੀ ਅਕਾਲ ਹੀ ਫਿਰ ਮੇਰੇ। ਸਤਿ ਸ੍ਰੀ ਅਕਾਲ ਜੀ, ਪੀਓ ਚਾਹ ਤੁਸੀਂ ਸੰਧਾਲੀਆ ਸਾਹਿਬ, ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ ਜੀ। ਸੋ ਪ੍ਰਾਈਮ ਫੋਕਸ ਦਾ ਸਮਾਂ ਸਮਾਪਤੀ ਵਾਲੇ ਪਾਸੇ। ਅੱਜ ਦਾ ਪ੍ਰੋਗਰਾਮ ਤੁਹਾਨੂੰ ਲੱਗਦਾ ਹੋਵੇਗਾ ਕਿ ਲੀਕ ਤੋਂ ਹਟ ਕੇ ਆ, ਵਿਸ਼ੇ ਤੋਂ ਹਟ ਕੇ ਆ, ਪਰ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਤਿਆਰੀਆਂ ਬਿਲਕੁਲ ਸਿਖਰ ਤੇ ਨੇ। ਪੋਲੀਟੀਕਲ ਪਾਰਟੀਆਂ ਨੇ ਆਪੋ ਆਪਣੇ ਸਿਆਸੀ ਟਰੈਕਟਰਾਂ ਦੀ ਸਰਵਿਸ ਕਰਾ ਲਈ ਹੈ। ਟਰਾਲੀਆਂ 'ਚ ਬੈਠੇ ਲੋਕ ਤੰਗ ਹੋਏ, ਪਰੇਸ਼ਾਨ ਹੋਏ, ਪਰ ਅੰਦੋਲਨ ਦਾ ਰਾਹ ਨਹੀਂ ਛੱਡਿਆ। ਪਰ ਦੂਸਰੇ ਪਾਸੇ ਇਹਨਾਂ ਸਿਆਸਤਦਾਨਾਂ ਨੇ ਆਪਣੀ ਪੁਰਾਣੀ ਨੀਤੀ ਦੇ ਉੱਤੇ ਚੱਲ ਕੇ ਇਲੈਕਸ਼ਨ ਲੜਨ ਦਾ ਯਤਨ ਕਰਨਾ ਹੈ। ਉਸ ਵੇਲੇ ਆਮ ਲੋਕਾਂ ਦੀ ਇਕਮੁੱਠਤਾ ਜਿਹੜੀ ਹੈ ਜੇ ਕਾਇਮ ਰਹੂਗੀ, ਲੋਕਾਂ ਦੇ ਮੁੱਦਿਆਂ ਤੇ ਅਗਲੀ ਚੋਣ ਲੜਾ ਲੈਣਗੇ, ਤਾਂ ਸ਼ਾਇਦ ਪੰਜਾਬ ਜਿਹੜਾ ਹੈ ਉਹ ਸ਼ਾਹਰਾਹ ਦੇ ਉੱਤੇ ਤੁਰਨ ਲੱਗ ਜਾਊਗਾ। ਇੱਥੇ ਗੁਰਪ੍ਰੀਤ ਸਿੰਘ ਸੰਧਾਲੀਆ ਤੇ ਪਰਮਜੀਤ ਸਿੰਘ ਬਾਠ ਨੂੰ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।